ਟਿਵਾਣਾ ਰੇਡੀਓ ਦੇ ਸਤਿਕਾਰਤ ਸਰੋਤਿਓ, ਅੱਜ ਇਸ ਪ੍ਰੋਗਰਾਮ ਦੇ ਵਿੱਚ ਪਟਵਾਰ ਯੂਨੀਅਨ ਨਾਲ ਜੁੜੇ ਦੋ ਨੇਤਾਵਾਂ, ਜਿਨ੍ਹਾਂ 'ਚੋਂ ਆਪਣਾ ਹਰਪ੍ਰੀਤ ਸਿੰਘ ਮੋਗੇ ਵਾਲੇ ਝੜਕ ਵਾਲੇ ਆਪਣੇ ਪੁਰਾਣੇ ਸਰੋਤੇ ਵੀ ਨੇ, ਤੇ ਸੁਖਵਿੰਦਰ ਸਿੰਘ ਜੋ ਕਿ ਪੰਜਾਬ ਪਟਵਾਰ ਯੂਨੀਅਨ ਦੇ ਜਨਰਲ ਸਕੱਤਰ ਨੇ। ਪਿਛਲੇ ਲੰਮੇ ਸਮੇਂ ਤੋਂ ਪੰਜਾਬ ਦੇ ਵਿੱਚ ਪਟਵਾਰੀਆਂ ਵੱਲੋਂ ਹੜਤਾਲ ਚੱਲ ਰਹੀ ਹੈ। ਬੜੇ ਦਿਲਚਸਪ ਤੱਥ ਸਾਹਮਣੇ ਆਉਣਗੇ, ਤੁਸੀਂ ਸੁਣ ਕੇ ਹੈਰਾਨ ਰਹਿ ਜਾਓਗੇ ਕਿ ਯਾਰ ਇਸ ਮਹਿਕਮੇ ਦੇ ਵਿੱਚ ਇਹ ਕੁਝ ਵਾਪਰ ਰਿਹਾ। ਕਈ ਮਹਿਕਮੇ ਬਦਨਾਮ ਬਹੁਤ ਨੇ, ਪੁਲਿਸ ਹੋਈ, ਪਟਵਾਰੀ ਹੋਏ, ਹੋਰ ਮਹਿਕਮੇ ਹੋਏ, ਪਰ ਉਹ ਬਦਨਾਮੀ ਕਿਉਂ ਹੁੰਦੀ ਹੈ? ਇਹ ਲੋਕ ਜੇ ਰਿਸ਼ਵਤ ਲੈਂਦੇ ਨੇ, ਰਿਸ਼ਵਤ ਲਈ, ਲੁੱਟ ਲਈ ਬਦਨਾਮ ਨੇ, ਤੇ ਪਿੱਛੇ ਅਸਲੀਅਤ ਕੀ ਹੈ? ਪਟਵਾਰੀਆਂ ਨੂੰ ਜਿੰਨੀ ਤਨਖਾਹ ਮਿਲਦੀ ਹੈ, ਦੱਸ ਵੀ ਨਹੀਂ ਸਕਦਾ ਬੰਦਾ ਕਿ ਇੰਨੇ ਥੋੜੇ ਪੈਸੇ। ਤੇ ਸਰਕਾਰਾਂ ਖੁਦ ਰਿਸ਼ਵਤ ਲੈਣ ਦੇ ਲਈ ਬੰਦਿਆਂ ਨੂੰ ਮਜਬੂਰ ਕਰਦੀਆਂ ਨੇ। ਇਸ ਸੰਬੰਧੀ ਬੜੀ ਦਿਲਚਸਪ ਇੰਟਰਵਿਊ ਹੋਏਗੀ ਕਿ ਇਹ ਪਟਵਾਰੀ ਜਿਹੜੇ 3-3, 4-4 ਬੰਦਿਆਂ ਦਾ ਕੰਮ ਕਰਦੇ ਨੇ ਤੇ ਇਹ ਚਾਹੁੰਦੇ ਨੇ ਕਿ ਉਹਨਾਂ ਦੀ ਥਾਂ ਨਵੇਂ ਬੰਦੇ ਭਰਤੀ ਕੀਤੇ ਜਾਣ। ਪਰ ਕੱਲ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਇਹ ਹੁਕਮ ਦੇ ਦਿੱਤੇ ਨੇ ਕਿ ਪੁਰਾਣੇ ਪਟਵਾਰੀ ਜਿਹੜੇ ਰਿਟਾਇਰਡ ਹੋ ਚੁੱਕੇ ਨੇ, 30-30, 35-35, 40-40 ਹਜ਼ਾਰ ਤਨਖਾਹ ਪੈਨਸ਼ਨ ਲੈਂਦੇ ਨੇ, ਉਹਨਾਂ ਰਿਟਾਇਰਡ ਬਜ਼ੁਰਗ ਪਟਵਾਰੀਆਂ ਨੂੰ ਤਾਂ ਟੈਂਪਰੇਰੀ ਬੇਸ ਤੇ ਰੱਖ ਲਾਂਗੇ 25,000 ਰੁਪਏ ਮਹੀਨਾ, ਪਰ ਇਹ ਜਿਹੜੇ ਪਟਵਾਰੀ ਆਲਰੇਡੀ ਰੱਖੇ ਹੋਏ ਨੇ 5 ਸਾਲ ਦੇ, ਇਹਨਾਂ ਦੀ ਤਨਖਾਹ 10,000 ਤੋਂ 15-20 ਨਹੀਂ ਕਰਨੀ ਤੇ ਨਾ ਹੀ ਨਵੇਂ ਪਟਵਾਰੀ ਭਰਤੀ ਕਰਨੇ ਨੇ। ਮਸਲਨ ਹੋਰ ਬੜਾ ਦਿਲਚਸਪ ਤੱਥ ਤੁਸੀਂ ਇਸ ਮੁਲਾਕਾਤ ਦੇ ਵਿੱਚ ਸੁਣੋਗੇ। ਸੋ ਪੰਜਾਬ ਦੇ ਵਿੱਚ ਚੱਲ ਰਹੀਆਂ ਵੱਖ-ਵੱਖ ਐਜੀਟੇਸ਼ਨ, ਉਹ ਕਿਉਂ ਨੇ, ਕੀ ਕਾਰਨ ਨੇ, ਇਹਨਾਂ ਸੰਬੰਧੀ ਆਪਾਂ ਇੱਕ ਲੜੀ ਸ਼ੁਰੂ ਕਰੀ ਹੈ। ਸੋ ਕਿਉਂਕਿ ਪਟਿਆਲਾ ਅੱਜ ਕੱਲ੍ਹ ਧਰਨੇ ਮੁਜ਼ਾਹਰਿਆਂ ਦੀ, ਮੁਰਦਾਬਾਦ ਜਿੰਦਾਬਾਦ ਦੀ ਹੱਬ ਹੋ ਚੁੱਕਾ ਹੈ। ਬਾਗਾਂ ਤੇ ਰਾਗਾਂ ਦਾ ਸ਼ਹਿਰ ਜਿੰਦਾਬਾਦਾਂ ਤੇ ਮੁਰਦਾਬਾਦਾਂ ਦਾ ਸ਼ਹਿਰ ਹੋ ਚੁੱਕਾ ਹੈ। ਸੋ ਇਸ ਸੰਬੰਧੀ ਅੱਜ ਪਟਵਾਰ ਯੂਨੀਅਨ ਦੇ ਆਗੂਆਂ ਨਾਲ ਮੁਲਾਕਾਤ ਹੋਏਗੀ। ਸਾਡੇ ਪ੍ਰੋਗਰਾਮਾਂ ਦੀ ਰੂਪਰੇਖਾ ਕਿ ਭਾਰਤੀ ਸਮਾਂ ਸਵੇਰੇ 6 ਵਜੇ ਤੋਂ ਲੈ ਕੇ 8 ਵਜੇ ਤੱਕ ਤੇ ਸ਼ਾਮ ਨੂੰ 6:30 ਵਜੇ ਤੋਂ ਲੈ ਕੇ 8:30 ਵਜੇ ਤੱਕ ਪਟਿਆਲਾ ਸਟੂਡੀਓ ਤੋਂ ਮੈਂ ਤੇ ਐਡਵੋਕੇਟ ਸੁਰਿੰਦਰ ਸਿੰਘ ਜੀ ਜੁੜਦੇ ਹਾਂ। ਤੁਸੀਂ ਸਾਡੇ ਪ੍ਰੋਗਰਾਮ ਨੂੰ ਸਾਡੀ ਵੈਬਸਾਈਟ tivanaradio.com ਤੇ ਸੁਣ ਸਕਦੇ ਹੋ। ਇੱਥੇ ਤੁਹਾਨੂੰ ਸਾਡੀਆਂ ਐਪਸ ਆਈਫੋਨ ਤੇ ਐਂਡਰਾਇਡ ਐਪਸ ਮਿਲਣਗੀਆਂ, ਉਹਨਾਂ ਦੇ ਜ਼ਰੀਏ ਸੁਣ ਸਕਦੇ ਹੋ। ਇਸ ਤੋਂ ਇਲਾਵਾ ਜੇ ਅਮਰੀਕਾ ਦੇ ਵਿੱਚੋਂ ਤਾਂ ਪੂਰੇ ਅਮਰੀਕਾ ਦੇ ਵਿੱਚ ਫੋਨ ਦੇ ਜ਼ਰੀਏ ਪ੍ਰੋਗਰਾਮ ਸੁਣੇ ਜਾ ਸਕਦੇ ਨੇ। ਉਹ ਕਾਲ ਟੂ ਲਿਸਨ ਨੰਬਰ ਹੈ 667 930 9260 66793099260। ਇਸ ਦੌਰਾਨ ਸਾਡੇ ਪ੍ਰੋਗਰਾਮ WhatsApp, YouTube ਤੇ ਮੰਗਵਾਉਣੇ ਹੋਣ ਤਾਂ ਸਾਡਾ ਇਹੀ ਸਟੂਡੀਓ ਦਾ ਨੰਬਰ ਹੈ ਜਿਹਦੇ ਤੋਂ ਤੁਸੀਂ ਗੱਲ ਕਰਦੇ ਹੋ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ। ਉਹ ਨੰਬਰ ਹੈ 9876309655 9876309655। ਇਸ ਨੰਬਰ ਤੇ ਕਾਲ ਕਰਕੇ ਵੀ ਤੁਸੀਂ WhatsApp ਦੇ ਜ਼ਰੀਏ ਸਾਡੇ ਤੋਂ ਜਿਹੜਾ ਪ੍ਰੋਗਰਾਮਾਂ ਦੇ ਜਿਹੜੇ ਗਰੁੱਪ ਬਣੇ ਨੇ ਉਸ WhatsApp ਗਰੁੱਪ 'ਚ ਪ੍ਰੋਗਰਾਮ ਮੰਗਵਾ ਸਕਦੇ ਹੋ। ਤੇ ਪੰਜਾਬ ਦੇ ਵਿੱਚ ਜੇ ਕਲਚਰ ਦੀ ਗੱਲ ਕਰੀਏ, ਭੈਣਾਂ ਅਕਸਰ ਜਦੋਂ ਵੀਰੇ ਦੀ ਮੰਗ ਕਰਦੀਆਂ ਨੇ, ਰੱਖੜੀ ਲੰਘ ਕੇ ਹਟੀ ਹੈ। ਸੋ ਇਹ ਪੰਜਾਬਣਾਂ ਦੀ ਮੁੱਢ ਕਦੀਮ ਤੋਂ ਇਹ ਚਿਰੁਕਣੀ ਮੰਗ ਰਹੀ ਹੈ। ਜਦੋਂ ਵੀਰ ਪੁੱਤ ਮੰਗਦੀਆਂ ਨੇ ਆਪਣਾ ਵੀਰਾ, ਰੱਬ ਤੋਂ ਤਾਂ ਦੁਆ ਕਰਦੀਆਂ ਨੇ ਕਿ ਇੱਕ ਵੀਰ ਦਈ ਵੇ ਰੱਬਾ, ਸਹੁੰ ਖਾਣ ਨੂੰ ਬੜਾ ਚਿੱਤ ਕਰਦਾ। ਪਰ ਇੱਕ ਜਦੋਂ ਉਹਨਾਂ ਨੂੰ ਇੱਛਾ ਹੁੰਦੀ ਹੈ ਕਿ ਵੀਰ ਇੱਕ ਦੀ ਜਗ੍ਹਾ ਦੋ ਹੋਣ, ਤੇ ਫਿਰ ਉਹ ਇੱਕ ਲੋਕ ਬੋਲੀ ਹੈ ਜਿਹੜੀ ਪੰਜਾਬਣਾਂ ਦੀ ਮਨੋਦਸ਼ਾ, ਉਹਨਾਂ ਦੀ ਸਾਈਕੀ ਸਪਸ਼ਟ ਕਰਦੀ ਹੈ। ਉਹ ਬੋਲੀ ਹੈ ਕਿ ਦੋ ਵੀਰ ਦਈ ਵੇ ਰੱਬਾ, ਇੱਕ ਡੀਸੀ ਤੇ ਇੱਕ ਪਟਵਾਰੀ। ਪਰ ਕਾਰਨ ਕੀ ਆ ਕਿ ਪਿਛਲੇ ਲੰਮੇ ਸਮੇਂ ਤੋਂ ਇਹ ਗੱਲ ਨਹੀਂ ਕਿ ਸਾਰੇ ਪਟਵਾਰੀ ਗਲਤ ਨੇ। ਤੁਸੀਂ ਵੇਖੋ ਆਪਣੇ ਹਰਪ੍ਰੀਤ ਸਿੰਘ ਮੋਗੇ ਵਾਲੇ ਜਾਂ ਹੋਰ ਕਿੰਨੇ ਲੋਕ ਨੇ ਆਪਣੇ ਨਾਲ ਜੁੜਦੇ ਨੇ ਜਿਨ੍ਹਾਂ ਨੇ ਪਟਵਾਰ ਖਾਨਿਆਂ ਦੇ ਵਿੱਚ ਲਾਇਬ੍ਰੇਰੀਆਂ ਵੀ ਸ਼ੁਰੂ ਕਰਾਈਆਂ ਹੋਈਆਂ ਨੇ। ਇਹ ਠੀਕ ਹੈ ਕਿ ਕੁਝ ਲੋਕ ਗਲਤ ਹੁੰਦੇ ਨੇ, ਪਰ ਪਟਵਾਰ ਦੇ ਮੁਤਲਕ ਇਹ ਜਿਹੜੀ ਐਜੀਟੇਸ਼ਨ ਚੱਲ ਰਹੀ ਹੈ ਪਿਛਲੇ ਲੰਮੇ ਸਮੇਂ ਤੋਂ, ਪਟਵਾਰੀ ਦੀ ਕੈਪਟਨ ਸਰਕਾਰ ਦੇ ਖਿਲਾਫ ਜਦੋਜਹਿਦ ਕਰ ਰਹੇ ਨੇ, ਇਹਨਾਂ ਸਾਰੇ ਮਸਾਇਲ ਤੇ ਗੱਲਬਾਤ ਕਰਾਂਗੇ। ਉਦੋਂ ਪਹਿਲਾਂ ਇੱਕ ਸਰੋਤੇ ਜੁੜੇ ਨੇ। 90 ਨੰਬਰ ਸਵਾਗਤ ਹੈ ਸਰ ਤੁਹਾਡਾ। ਸਤਿ ਸ੍ਰੀ ਅਕਾਲ ਸਰ, ਮੈਂ ਜਗਸੀਰ ਸਿੰਘ ਚਹਿਲ, ਡੀਪੀ ਕਿਸਾਨ ਫਰਵਾਹੀ। ਹਾਂਜੀ ਚਹਿਲ ਸਾਹਿਬ, ਕੀ ਕਹਿਣਾ ਚਾਹੁੰਦੇ ਹੋ ਫਰਵਾਈ ਵਾਲਿਓ? ਹਾਂ ਸਰ, ਮੈਂ ਇਹ ਕਹਿਣਾ ਚਾਹੁੰਦਾ ਸੀ, ਤੁਸੀਂ ਫੂਡ ਦੀ ਗੱਲ ਕਰ ਰਹੇ ਸੀ ਨਾ ਜੀ, ਫਲਾਂ ਦੇ ਬੂਟੇ ਦੀ। ਉਹ ਮੈਂ ਨਾ ਪਿਛਲੇ ਕਈ ਸਾਲਾਂ ਤੋਂ ਲਾਏ ਹੋਏ ਸੀ ਸਾਡੇ ਘਰ ਸਾਰੇ ਜੀ, ਯਾਨੀ ਕਿ ਚੀਕੂ, ਅਮਰੂਦ, ਅੰਬ ਦਾ ਬੂਟਾ ਵੀ ਲਾਇਆ ਤੇ ਹੋਰ ਨਿੰਬੂ ਵੀ ਲਾਏ ਹੋਏ ਨੇ, ਕਿੰਨੂ ਵੀ ਲਾਏ ਹੋਏ ਨੇ, ਸੰਤਰਾ ਵੀ ਲਾਇਆ ਹੋਇਆ ਜੀ। ਵੈਰੀ ਗੁੱਡ। ਸਾਰੇ ਦੀ ਸਾਰੀ ਪਰ ਗੱਲ ਸਹੀ ਹੈ ਤੁਹਾਡੀ ਵੀ ਆਪਾਂ ਲਾਉਂਦੇ ਹੀ ਨਹੀਂ, ਕੁਛ ਲਾਉਂਦੇ ਨਹੀਂ, ਤਾਂ ਹੀ ਤੇ 1400 ਰੁਪਏ ਕਿਲੋ ਅੰਜੀਰ ਲੈ ਕੇ ਖਾ ਰਹੇ ਆ, ਉਹ ਵੀ ਤਰਸ ਕੇ। ਹਾਂਜੀ ਹਾਂਜੀ, ਇਹ ਤੋਂ ਜ਼ਿਆਦਾ ਬੂਟੇ ਲਾਏ ਹੋਏ ਨੇ, ਪਰ ਬਦਕਿਸਮਤੀ ਇਸ ਗੱਲ ਦੀ ਆਈ ਕਿ ਪਿੱਛੇ ਅੱਡ ਹੋਏ ਫਲ ਤਾਂ ਖਾਣ ਨੂੰ ਮਿਲ ਰਹੇ ਨੇ ਪਰ ਉਹ ਸਵਾਦ ਨਹੀਂ ਆ ਰਿਹਾ। ਚਲੋ ਕਿਸੇ ਦੇ ਤਾਂ ਮੂੰਹ ਪੈਂਦੇ ਆ, ਕੋਈ ਨਹੀਂ। ਥੈਂਕ ਯੂ ਚਹਿਲ ਸਾਹਿਬ, ਵੈਰੀ ਗੁੱਡ। ਨਹੀਂ ਮੈਂ ਲਾਏ ਹੋਏ ਨੇ, ਮੈਂ ਇਹ ਕਹਿਣਾ ਚਾਹੁੰਦਾ ਜੀ ਆਪਾਂ ਲਾਉਂਦੇ ਨਹੀਂ ਹੈਗੇ ਜੀ, ਲਾਉਣੇ ਚਾਹੀਦੇ ਨੇ ਜੀ, ਲਾਉਣੇ ਚਾਹੀਦੇ ਆ। ਮੈਂ ਦੇਖਿਆ ਤੁਸੀਂ ਵੇਖੋ ਵੀ ਉਹਦੇ ਚ ਹਮਿੰਗ ਬਰਡ ਜਿਹੜਾ ਪੱਤੇ ਨੂੰ ਮਰੋੜ ਕੇ ਆਲਣਾ ਬਣਾਉਂਦਾ ਨਾ,
ਮਤਲਬ ਉਹ ਬਰਡ ਨੇ, ਉਹ ਮੈਂ ਮੇਰੇ ਡਾਕਟਰ ਦੋਸਤ ਨੇ ਡਾਕਟਰ ਸਚਿਨ, ਉਹਨਾਂ ਨੂੰ ਗਿਫਟ ਕਰਨਾ ਸੀ ਉਹ ਬੂਟਾ, ਤੇ ਉਹ ਪੱਤੇ ਨੂੰ ਮਰੋੜ ਕੇ ਨਾ ਜਿਹੜਾ ਰੂੰ ਦੇ ਨਾਲ ਉਹਨੇ ਆਲਣਾ ਬਣਾਇਆ ਤੇ 4 ਅੰਡੇ ਦਿੱਤੇ ਨੇ। ਇਸ ਵਾਰੀ 3 ਸਾਲ ਹੈ ਉਹਨਾਂ ਦਾ ਹਮਿੰਗ ਬਰਡ ਦਾ, ਜਿਹੜੇ ਫੁੱਲਾਂ ਚੋਂ ਰਸ ਚੂਸਦੇ ਨੇ, ਸ਼ੱਕਰਖੋਰਾ ਜਿਹਨੂੰ ਕਹਿੰਦੇ ਆ। ਮਸਲਨ ਤੁਸੀਂ ਆਲਣੇ ਟੰਗਦੇ ਹੋ, ਉਹ ਚੀਜ਼ਾਂ ਦੀ ਲੋੜ ਕੀ ਹੈ? ਤੁਸੀਂ ਦਰਖਤ ਲਾਓ, ਟੈਰੇਸ ਗਾਰਡਨ ਬਣਾਓ, ਉੱਥੇ ਆਲਣੇ ਆ ਗਏ ਜੀ, ਇਹ ਆਮ ਆ ਗਏ ਜੀ, ਬੂਟੇ ਲਾਉਣੇ ਚਾਹੀਦੇ ਨੇ ਜੀ। ਥੈਂਕ ਯੂ, ਮਿਹਰਬਾਨੀ ਮਿਹਰਬਾਨੀ, ਥੈਂਕ ਯੂ। ਸੋ ਇਸ ਦੌਰਾਨ ਆਪਣੇ ਨਾਲ ਇਸ ਵਕਤ ਪਟਵਾਰ ਯੂਨੀਅਨ ਤੋਂ ਸੁਖਵਿੰਦਰ ਸਿੰਘ ਜਨਰਲ ਸਕੱਤਰ ਜੁੜੇ ਨੇ। ਸੁਖਵਿੰਦਰ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਤੁਹਾਡਾ ਆਵਾਜ਼ ਦੀਆਂ ਤਰੰਗਾਂ ਤੇ, ਵੈਲਕਮ। ਸਤਿ ਸ਼੍ਰੀ ਅਕਾਲ ਸੁਖਵਿੰਦਰ ਜੀ। ਸਤਿ ਸ਼੍ਰੀ ਅਕਾਲ ਟਿਵਾਣਾ ਸਾਹਿਬ ਜੀ, ਧੰਨਵਾਦ ਜੀ ਸਮਾਂ ਦੇਣ ਲਈ, ਤੁਹਾਨੂੰ ਕਾਫੀ ਵੇਟ ਕਰਾਇਆ, ਕਾਫੀ ਦੇਰ ਦੇ ਹੋਲਡ ਤੇ ਹੋ। ਸੁਖਵਿੰਦਰ ਜੀ, ਜਿਹੜੀ ਤੁਹਾਡੀ ਐਜੀਟੇਸ਼ਨ ਹੈ, ਮੇਰਾ ਖਿਆਲ ਹੈ ਇਹ ਪੰਜਾਬ ਦੇ ਵਿੱਚ ਪਿਛਲੇ ਸਮੇਂ ਤੋਂ ਪਹਿਲੀ ਵੱਡੀ ਐਜੀਟੇਸ਼ਨ ਹੈ ਪਟਵਾਰੀਆਂ ਦੀ, ਕਿ ਪਹਿਲਾਂ ਵੀ ਐਡੀ ਵੱਡੀ ਕਿਤੇ ਚੱਲੀ ਹੈ? ਨਹੀਂ, ਪਹਿਲਾਂ ਹੋਈ ਹੈ ਜੀ 1999 ਦੇ ਵਿੱਚ। 99 ਚ ਹੋਈ ਹੈ? ਅੱਛਾ, ਹਾਂਜੀ ਹਾਂਜੀ। ਤੇ ਹੁਣ ਫੇਰ ਲਗਭਗ 2 ਮਹੀਨਿਆਂ ਤੋਂ ਉੱਤੇ ਸਾਡੀ ਜਿਹੜੀ ਐਜੀਟੇਸ਼ਨ ਹੈ ਉਹ ਪਹੁੰਚ ਚੁੱਕੀ ਹੈ ਜੀ। ਕਾਰਨ ਕੀ ਹੈ? ਕਿੰਨੇ ਮੈਂਬਰ ਨੇ ਤੁਹਾਡੀ ਐਜੀਟੇਸ਼ਨ ਚ ਤੇ ਕਿੰਨੇ ਪਟਵਾਰੀ ਨੇ? ਇਹ ਚ ਮੰਗਾਂ ਕੀ ਨੇ ਤੁਹਾਡੀਆਂ? ਤੁਸੀਂ ਕਲਮਛੋੜ ਹੜਤਾਲ ਕਰ ਰੱਖੀ ਹੈ, ਜਗ੍ਹਾ ਜਗ੍ਹਾ ਪ੍ਰੋਟੈਸਟ ਕਰ ਰਹੇ ਹੋ, ਕੀ ਮੁੱਖ ਮੰਗਾਂ ਨੇ? ਕਿੰਨੀ ਵੱਡੀ ਤੁਹਾਡੀ ਯੂਨੀਅਨ ਹੈ? ਸਾਡੇ 4716 ਪਟਵਾਰੀ ਹੈ ਜੀ ਪੰਜਾਬ ਦੇ ਵਿੱਚ, ਪੋਸਟ ਬਣਦੀ ਹੈ ਜਿਹੜੀ ਪਟਵਾਰੀ ਦੀ। ਅੱਛਾ। ਇਸ ਸਮੇਂ ਅਸੀਂ ਕੰਮ ਕਰ ਰਹੇ ਹਾਂ 1900 ਦੇ ਕਰੀਬ। ਅੱਛਾ। ਤੇ ਲਗਭਗ 2900 ਸਮਥਿੰਗ ਦੇ ਅਸੀਂ ਜਿਹੜੇ ਹੈਗੇ ਐਡੀਸ਼ਨਲ ਚਾਰਜ ਆ ਸਾਡੇ ਕੋਲ, ਜਿਨ੍ਹਾਂ ਦਾ ਕੰਮ ਅਸੀਂ ਕਰ ਰਹੇ ਹਾਂ। 1/3 ਪਟਵਾਰੀ ਹੀ ਹੈ ਇਸ ਸਮੇਂ ਪੰਜਾਬ ਦੇ ਵਿੱਚ। ਓਕੇ, ਜਾਨੀ ਇੱਕ ਬੰਦਾ 3 ਬੰਦਿਆਂ ਦਾ ਕੰਮ ਕਰ ਰਿਹਾ? ਹਾਂਜੀ, 3 ਤੋਂ ਵੀ ਵੱਧ ਦਾ ਹੀ ਹੈ। ਨਵਾਂ ਸ਼ਹਿਰ ਪ੍ਰਮੋਸ਼ਨਾਂ ਹੋ ਜਾਂਦੀਆਂ ਨੇ, ਕੁਝ ਰਿਟਾਇਰ ਹੋ ਜਾਂਦੇ ਨੇ, ਭਰਤੀਆਂ ਹੋ ਨਹੀਂ ਰਹੀਆਂ ਨਾ। ਹਾਂਜੀ ਹਾਂ, ਨਵਾਂ ਸ਼ਹਿਰ ਚ 178 ਚਾਹੀਦੇ ਆ ਪਟਵਾਰੀ, ਉੱਥੇ 22 ਹੈ ਜੀ ਇਸ ਸਮੇਂ, 22 ਪਟਵਾਰੀ ਹੈ। ਤੇ ਸਾਰੇ ਪੰਜਾਬ ਦੇ ਵਿੱਚ ਅਸੀਂ ਇੱਕੋ ਮੰਗ ਕਰਦੇ ਹਾਂ ਸਰਕਾਰ ਨੂੰ ਕਿ ਤੁਸੀਂ ਹੁਣ ਪੇਪਰ ਜਿਹੜਾ ਲਿਆ ਪਟਵਾਰੀਆਂ ਦਾ, ਲੋੜ 3000 ਦੀ ਹੈ, ਪੇਪਰ ਪਟਵਾਰੀਆਂ ਦਾ ਸਰਕਾਰ 1090 ਦਾ ਲੈ ਰਹੀ ਹੈ। ਉਹਦੇ ਵਿੱਚੋਂ ਵੀ ਜ਼ਿਲ੍ਹੇਦਾਰ ਤੇ ਨਹਿਰੀ ਪਟਵਾਰੀ ਵੀ ਰੱਖਣੇ ਆ। ਸੋ 2000 ਤਾਂ ਫੇਰ ਵੀ ਖਾਲੀ ਰਹਿ ਜਾਣੀ ਆ। ਜਦੋਂ ਤੱਕ ਉਹਨਾਂ ਨੇ ਆਣਾ ਇੰਨੇ ਹੀ ਰਿਟਾਇਰ ਹੋ ਜਾਣੇ ਆ। 5 ਸਾਲ ਦਾ ਸਾਡਾ ਪ੍ਰੋਬੇਸ਼ਨ ਪੀਰੀਅਡ ਹੈ। ਸੋ ਆਂਦੇ ਹੀ ਬੜਾ ਟਾਈਮ ਲੱਗ ਜਾਣਾ। ਤੇ 1227 ਸਾਡੇ ਜਿਹੜਾ ਪਹਿਲਾਂ ਪਟਵਾਰੀ ਭਰਤੀ ਹੋਇਆ 2016 ਦੇ ਵਿੱਚ, ਉਹਨਾਂ ਚੋਂ ਤਕਰੀਬਨ 350 ਬੰਦਾ ਨੌਕਰੀ ਛੱਡ ਕੇ ਜਾ ਚੁੱਕਾ ਹੈ। ਵਿਦੇਸ਼ਾਂ ਨੂੰ ਜਾਈ ਜਾਂਦੇ ਆ, ਅਗਲਾ ਕਹਿੰਦਾ ਯਾਰ ਬੈਟਰ ਫਿਊਚਰ ਲਈ ਜਾਓ, ਜਾਂ ਕਈਆਂ ਦੀ ਪੋਸਟਿੰਗ ਕਿਸੇ ਹੋਰ ਡਿਪਾਰਟਮੈਂਟ 'ਚ ਹੋ ਜਾਂਦੀ ਹੈ। ਹਾਂਜੀ, ਹੁਣ ਅੱਛਾ, ਮਤਲਬ ਪਟਵਾਰੀ ਇਹ ਮੈਂ ਜਿਵੇਂ ਬੋਲੀ ਵੀ ਪਾਈ ਸੀ ਕਿ 2 ਵੀਰ ਦਹੀਂ ਵੀਰ ਅੱਬਾ, ਇੱਕ ਡੀਸੀ ਤੇ ਇੱਕ ਪਟਵਾਰੀ, ਮਤਲਬ ਡੀਸੀ ਦੇ ਬਰਾਬਰ ਦੀ ਨੌਕਰੀ ਹੈ, ਲੋਕੀ ਛੱਡ ਵੀ ਰਹੇ ਆ। ਬਿਲਕੁਲ ਛੱਡ ਰਹੇ ਜੀ। ਉਹ ਸਮਾਂ ਵਿਦੇਸ਼ ਜਾਣ ਵਾਲੇ ਜਾਂ ਲੋਕਲ ਵੀ? ਨਹੀਂ, ਲੋਕਲ ਵੀ ਹੋ ਗਏ ਜੀ। ਹੁਣ 5 ਸਾਲ ਤੁਸੀਂ ਆਪ ਦੱਸੋ, ਕੋਈ 10,000 ਤੋਂ ਵੀ ਘੱਟ ਤਨਖਾਹ ਤੇ 5 ਸਾਲ ਕਿਵੇਂ ਕੋਈ ਕੱਟ ਲਏਗਾ ਜੀ? ਅੱਛਾ, ਬਾਕੀ ਟੀਚਰਾਂ ਦੀ 3 ਸਾਲ ਹੈ ਪ੍ਰੋਬੇਸ਼ਨ ਪੀਰੀਅਡ, ਮੇਰੇ ਖਿਆਲ ਤੁਹਾਡੀ 10 ਹੈ ਨਾ 5 ਸਾਲ ਹੈ? 5 ਸਾਲ ਹੈ ਜੀ ਸਾਡਾ। 1.5 ਸਾਲ ਦੀ ਸਾਡੀ ਟ੍ਰੇਨਿੰਗ ਹੈ, ਜੋ ਕਿ ਕਿਸੇ ਵੀ ਗਿਣਤੀ 'ਚ ਨਹੀਂ ਆਉਂਦੀ, ਨਾ ਪ੍ਰੋਬੇਸ਼ਨ ਦੇ ਅਧੀਨ ਹੈ ਉਹ। ਅੱਛਾ। ਸਾਡੇ ਆਰਡਰ ਜ਼ਰੂਰ ਕਰ ਦਿੱਤੇ ਜਾਂਦੇ ਆ ਕਿ ਤੁਸੀਂ ਅੱਜ ਤੋਂ ਪਟਵਾਰੀ ਕੈਂਡੀਡੇਟ ਬਣ ਗਏ ਹੋ, ਪਟਵਾਰੀ ਉਮੀਦਵਾਰ, 1.5 ਸਾਲ ਤੁਸੀਂ ਟ੍ਰੇਨਿੰਗ ਕਰੋਗੇ ਸਰਕਾਰੀ। ਕਿੰਨੀ ਤਨਖਾਹ ਮਿਲਦੀ ਹੈ ਪਟਵਾਰੀ ਸਾਹਿਬ 5 ਸਾਲ? ਸਾਨੂੰ 1.5 ਸਾਲ ਮਿਲੇਗੀ ਪਹਿਲਾਂ 5000 ਜੀ। ਓਹੋ, ਫਿਰ ਤਾਂ ਸਾਡੇ ਪੱਤਰਕਾਰਾਂ ਨਾਲ ਵੀ ਘੱਟ ਹੈ। ਅਸੀਂ ਤਾਂ ਪੱਤਰਕਾਰ ਹੀ ਲਾਉਂਦੇ ਆ ਕਿ ਪੱਤਰਕਾਰ 5-5000 ਤੇ ਕੰਮ ਕਰਦੇ ਨੇ, 6-6। ਉਸ ਤੋਂ ਬਾਅਦ 3 ਸਾਲ ਮਿਲਣੀ ਆ ਸਾਨੂੰ 10,000 ਸਮਥਿੰਗ। ਹਾਂਜੀ, ਸੋ ਇਹ ਤਾਂ ਤਰਾਸਦੀ ਹੈ ਜੀ ਹੁਣ ਪਟਵਾਰੀਆਂ ਦੀ। ਅੱਛਾ, 5 ਸਾਲ ਬਾਅਦ ਪਟਵਾਰੀ ਸਾਹਿਬ ਕਿੰਨੀ ਤਨਖਾਹ ਹੋ ਜਾਂਦੀ ਹੈ ਫਿਰ, ਜਦੋਂ ਪ੍ਰੋਬੇਸ਼ਨ ਪੂਰੀ ਹੁੰਦੀ ਹੈ? 5 ਸਾਲ ਬਾਅਦ ਜੀ 20 ਜਾਂ 22,000 ਹੋਊਗੀ ਜੀ। ਹਾਂਜੀ, 33,000 ਹੁੰਦੀ ਹੈ। 33,000 ਸਟਾਰਟ ਹੁੰਦੀ ਹੈ। ਯਾਨੀ 5 ਸਾਲ ਦਾ ਫਿਰ ਤੇਲ ਵੀ ਪੱਲੇ ਪਾਉਣਾ ਪੈਂਦਾ, ਜਾਂ ਫਿਰ ਕਿਸਾਨਾਂ ਤੋਂ ਲੈਣੇ ਪੈਂਦੇ ਆ ਨਾ। ਬਸ ਜੀ, ਤੁਸੀਂ ਜੋ ਮਰਜ਼ੀ ਸਮਝ ਲਓ। ਪਰ ਹੁਣ ਉਹ ਕਹਾਣੀ ਵੀ ਗਈ। ਹੁਣ ਉਹ ਕਹਾਣੀ, ਸੈਂਟਰ ਦੇ ਜਿਹੜੇ ਸਕੇਲ ਆ ਗਏ, ਸਰਕਾਰ ਨੇ ਇਹ ਕਹਿਤਾ ਵੀ ਕੋਈ ਵੀ ਭਰਤੀ ਹੈ ਜਿਹੜੀ ਹੁਣ ਪਟਵਾਰੀ ਭਰਤੀ ਹੋ ਰਹੀ ਹੈ, ਇਹਨਾਂ ਦੀ 33 ਵੀ ਨਹੀਂ ਰਹਿਣੀ, ਇਹਨਾਂ ਦੀ 19 ਰਹਿ ਜਾਣੀ ਹੈ। ਅੱਛਾ, 33 ਦੀ ਬਜਾਏ 19,000 ਤਨਖਾਹ 5 ਸਾਲ ਬਾਅਦ ਵੀ? ਹਾਂ, 19 ਵੱਧ ਤੋਂ ਵੱਧ 20। ਹਾਂਜੀ, ਜਦੋਂ ਇਹਨਾਂ ਦਾ ਸਾਰਾ ਕੁਝ ਖਤਮ ਹੋਣਾ। ਇਹ ਤਾਂ ਜਿਹੜੇ ਫਿਰ ਮਿਨੀਮਮ ਡੇਲੀ ਵੇਜਸ ਨੇ 300 ਰੁਪਈਆ ਤਾਂ ਬਾਈ ਜੀ ਪੈਂਦਾ ਦਿਹਾੜੀਦਾਰ ਦਾ, ਜਿਹੜੇ ਲੇਬਰ ਵੇਜਸ ਨੇ, ਤਾਂ ਵੀ 9,000 ਰੁਪਈਆ ਬਣਦਾ। ਬਿਲਕੁਲ, ਤੁਹਾਨੂੰ ਦਿੰਦੇ ਆ 6,000 ਸਟਾਰਟਿੰਗ। ਉਲੰਘਣਾ ਹੈ, ਸ਼ਰੇਆਮ ਉਲੰਘਣਾ ਹੈ ਆਪਣੀ ਇਹ। ਜਾਂ ਫਿਰ ਤੁਸੀਂ ਰਿਸ਼ਵਤ ਲਓ,
ਲੋਕਾਂ ਤੋਂ ਵਡਾਵਾ ਤਾਂ ਉਸੇ ਨੂੰ ਦਿੰਦੇ ਆ ਨਾ, ਇਹ ਵਡਾਵਾ ਉਸੇ ਨੂੰ ਦਿੰਦੇ ਆ। ਅੱਛਾ, ਇੱਕ ਗੱਲ ਦੱਸੋ, ਚਲੋ ਆਫੀਸ਼ੀਅਲੀ ਡਿਪਾਰਟਮੈਂਟ ਦੀਆਂ ਕਈ ਗੱਲਾਂ ਹੁੰਦੀਆਂ ਨੇ, ਪ੍ਰੈਸ਼ਰ ਬਹੁਤ ਹੁੰਦਾ, ਆਪਾਂ ਕਹਿੰਦੇ ਥਾਣੇਦਾਰ ਰਿਸ਼ਵਤ ਲੈਂਦੇ ਨੇ, ਪਰ ਥਾਣੇਦਾਰਾਂ ਨੂੰ ਵੀ ਵਗਾਰਾਂ ਬਹੁਤ ਨੇ। ਹੁਣ ਜਿਹੜਾ ਤੁਹਾਡੇ ਅੰਡਰ ਕੰਮ ਕਰਦੇ ਮੁਲਾਜ਼ਮ ਨੇ, ਪਟਵਾਰੀਆਂ ਨੇ, ਕਈ ਅਸਿਸਟੈਂਟ ਪਟਵਾਰੀ ਵੀ ਰੱਖੇ ਹੋਏ ਨੇ ਟੈਂਪਰੇਰੀ, ਉਹਨਾਂ ਨੂੰ ਵੀ ਖਰਚਾ ਦਿੰਦੇ ਨੇ, ਜਾਂ ਜਿਹੜਾ ਤੁਸੀਂ ਆਉਣ ਜਾਣ ਦਾ ਖਰਚਾ ਜਾਂ ਕੋਈ ਹੋਰ ਖਰਚਾ ਉਹ ਵੀ ਆਪਣੇ ਕੋਲੋਂ ਕਰਦੇ ਹੋ? ਬਿਲਕੁਲ ਜੀ, ਮੈਂ ਤੁਹਾਨੂੰ ਉਹੀ ਦੱਸਣਾ ਚਾਹੁੰਦਾ ਕਿ ਜਦੋਂ ਹੁਣ ਇੱਕ ਪਟਵਾਰ ਸਰਕਲ ਤੇ ਆਪਾਂ ਪਟਵਾਰੀ ਆ, ਫਿਰ ਆਪਾਂ ਆਪਣੀ ਤਨਖਾਹ ਵੀ 35,000 ਹੈ, ਫਿਰ ਆਪਾਂ ਚਾਹੇ ਦਿੱਲੀ ਜਾਈਏ ਚਾਹੇ ਦੱਖਣ ਜਾਈਏ, ਜਿੱਥੇ ਮਰਜ਼ੀ ਜਾਈਏ ਅਸੀਂ ਕਰ ਸਕਦੇ ਹਾਂ। ਪਰ ਜਦੋਂ ਤੁਹਾਨੂੰ 10,000 ਤਨਖਾਹ 5 ਸਾਲ ਦੇਣੀ ਹੈ, ਉਹੀ ਟਾਈਮ ਹੁੰਦਾ ਬੰਦੇ ਨੂੰ ਰਿਸ਼ਵਤ ਤੋਂ ਦੂਰ ਹੋਣ ਦਾ। ਪਰ ਜਦੋਂ ਉਹਦੀ ਸਟਾਰਟਿੰਗ ਤੁਸੀਂ ਮੁੱਢੇ ਉਹ ਬੰਨਤਾ ਵੀ ਤੈਨੂੰ ਇੰਨੇ ਕੁ ਪੈਸੇ ਦੇਣੇ ਆ, ਤੂੰ ਆਪ ਮੈਨੇਜ ਕਰ, ਬਾਕੀ ਕੋਈ ਇਲੈਕਸ਼ਨ ਆ ਜਾਂਦੀ ਹੈ, ਪਟਵਾਰੀ ਨੂੰ ਕਹਿ ਦੋ ਖਰਚਾ ਕਰ ਦੇਵੇ, ਫਿਰ ਤੁਸੀਂ ਦੱਸੋ ਕਿੱਥੋਂ ਮੈਨੇਜ ਕਰਨਾ। ਠੀਕ ਹੈ, ਤਹਿਸੀਲਦਾਰ ਨੂੰ ਇਹ ਗੱਲ ਨਹੀਂ ਹੈ, ਫੰਡ ਆਉਂਦੇ ਨੇ ਇਲੈਕਸ਼ਨ ਦੇ, ਪਰ ਉਹ ਲੱਗਦੇ ਨਹੀਂ, ਉਹ ਲੱਗਦੇ ਸਾਡੀ ਜੇਬਾਂ 'ਚ ਹੈ ਕਿ ਤੁਸੀਂ ਲਾਓ ਕਿੱਥੇ ਲਾਣੇ ਆ ਇਹਨੂੰ। ਰਹੀ ਗੱਲ ਪ੍ਰਾਈਵੇਟ ਬੰਦਿਆਂ ਦੀ, ਪ੍ਰਾਈਵੇਟ ਦੀ ਮੈਂ ਤੁਹਾਨੂੰ ਦੱਸ ਕੇ ਹਟਿਆ ਜੀ, ਜਦੋਂ ਤੱਕ 4716 ਪੋਸਟਾਂ ਫਿਲਅਪ ਨਹੀਂ ਹੋ ਸਕਦੀਆਂ ਉਦੋਂ ਤੱਕ ਇਹ ਕਲਚਰ ਖਤਮ ਹੋ ਹੀ ਨਹੀਂ ਸਕਦਾ। ਜਿਵੇਂ ਪਟਵਾਰੀ ਸਾਹਿਬ ਕਈ ਵਾਰੀ ਅਸਿਸਟੈਂਟ ਬੰਦਾ ਰੱਖ ਲੈਂਦੇ ਆ ਲੋਕੀ, ਉਹ ਕਈ ਵਾਰੀ ਗਲਤ ਕੰਮ ਕਰ ਜਾਂਦੇ ਆ, ਇਹਦਾ ਇੰਤਕਾਲ ਉਹਦਾ, ਉਹਦਾ ਇੰਤਕਾਲ ਉਹਦਾ, ਉਹ ਜ਼ਿੰਮੇਵਾਰੀ ਵੀ ਪਟਵਾਰੀ ਦੀ ਫਿਕਸ ਹੁੰਦੀ ਆ, ਪੇਸ਼ੀਆਂ ਭੁਗਤਦਾ ਫਿਰੀ ਜਾਂਦਾ। ਦੇਖੋ, ਕੋਈ ਜੇ ਸਹੀ ਕੰਮ ਹੈ ਉਹਦੀ ਕੋਈ ਸ਼ਾਬਾਸ਼ੀ ਨਹੀਂ ਦਿੰਦਾ। ਮੈਂ ਉਹਦੀ ਐਗਜ਼ਾਮਪਲ ਤੁਹਾਨੂੰ ਦਿੰਦਾ। ਸਾਡੇ ਕਰਤਾਰ ਸਿੰਘ ਲਹਿਰੀ ਆ ਪਟਵਾਰੀ ਅੰਮ੍ਰਿਤਸਰ ਸਾਹਿਬ ਤੋਂ, ਉਹਨਾਂ ਨੇ 31 ਸੰਸਕਾਰ ਕੀਤੇ ਸੀ ਕਰੋਨਾ ਦੇ ਸਮੇਂ ਆਪਣੇ ਪੈਸਿਆਂ ਚੋਂ। ਜਦੋਂ ਕੋਈ ਘਰ ਦੇ ਬੰਦੇ ਵੀ ਉਹਨਾਂ ਨੂੰ ਨਹੀਂ ਸੀ ਨੇੜੇ ਲੱਗਦੇ ਲਾਸ਼ਾਂ ਦੇ, ਉਦੋਂ ਉਹਨਾਂ ਨੇ 31 ਸੰਸਕਾਰ ਕੀਤੇ। ਤੇ ਪ੍ਰਸ਼ਾਸਨ ਦਾ ਤੁਸੀਂ ਇਹ ਦੇਖ ਲਓ, ਉਹਨਾਂ ਨੂੰ ਡਿਸਟ੍ਰਿਕਟ ਲੈਵਲ ਤੇ ਵੀ ਸਨਮਾਨਿਤ ਨਹੀਂ ਕਰਿਆ 31 ਸੰਸਕਾਰ ਕਰਨ ਦੇ ਬਾਵਜੂਦ। ਕਈ ਮਹਿਕਮੇ ਵੈਸੇ ਤਾਂ ਕਹਿੰਦੇ ਆ, ਬਾਕੀ ਮਹਿਕਮੇ ਨੇ, ਪਰ ਸਾਡਾ ਪੱਤਰਕਾਰਾਂ ਦਾ ਮਹਿਕਮਾ ਵੀ ਬੜਾ ਬਦਨਾਮ ਹੈ। ਇਹਨਾਂ ਨੂੰ ਵੀ ਵੇਖ ਕੇ ਲੋਕ ਦੁਕਾਨਾਂ ਬੰਦ ਕਰਕੇ ਭੱਜ ਜਾਂਦੇ ਨੇ। ਪਟਵਾਰੀ ਜਿਹੜਾ ਮਹਿਕਮਾ ਨਾ, ਬਦਨਾਮ ਜਿਹੜਾ ਹੈਗਾ ਬਹੁਤ ਉਹ ਹੈ। ਹਾਲਾਂਕਿ ਗੁਰੂ ਗ੍ਰੰਥ ਸਾਹਿਬ 'ਚ ਵੀ ਆਉਂਦਾ, ਕਬੀਰ ਸਾਹਿਬ ਦਾ ਵਾਕ ਹੈ, 12ਵੀਂ 13ਵੀਂ ਸਦੀ ਦੀਆਂ ਗੱਲਾਂ ਨੇ, ਕਿ ਹਰ ਕੇ ਲੋਕਾਂ ਕੋ ਨਿਤ ਦੱਸੈ ਪਟਵਾਰੀ, ਕਿ ਰੱਬ ਦੇ ਬੰਦਿਆਂ ਨੂੰ ਦੱਸਦਾ ਪਟਵਾਰੀ। ਹਾਲਾਂਕਿ ਗੁਰੂ ਨਾਨਕ ਸਾਹਿਬ ਦੇ ਆਪ ਪੁਰਖੇ ਪਟਵਾਰ ਨਾਲ ਸੰਬੰਧਿਤ ਸੀਗੇ, ਪਟਵਾਰ ਸੀਗੇ, ਉਹ ਵਾਰਸ ਚੋਂ ਆ ਸੀ। ਦੇਖੋ ਫਿਰ ਮਤਲਬ ਬਦਨਾਮੀ ਬਹੁਤ ਹੈ ਨਾ, ਬਦਨਾਮੀ ਬਹੁਤ ਹੈ। ਪਰ ਜੇ ਤੁਹਾਨੂੰ ਤਰਾਸਦੀ ਦੱਸੀਏ ਪੰਜਾਬ ਦੀ, ਤਾਂ ਇਹੀ ਹੈ ਕਿ ਅਸੀਂ 1/3 ਹਿੱਸੇ 'ਚ ਪਟਵਾਰੀ ਆ। ਸਾਨੂੰ ਪਤਾ ਸਾਡੇ ਤੇ ਕਿੰਨਾ ਪ੍ਰੈਸ਼ਰ ਹੈ। ਸਾਡੇ ਤੇ ਹਰੇਕ ਡਿਊਟੀ ਲੱਗਦੀ ਹੈ ਸਾਡੀ, ਹਰੇਕ, ਕੋਈ ਕਿਸੇ ਤੇ ਇੱਕ ਟਾਈਮ ਤਾਂ ਹੋਵੇ ਵੀ ਆਹ ਪਟਵਾਰੀਆਂ ਨੂੰ ਹਫ਼ਤੇ ਦੀਆਂ ਛੁੱਟੀਆਂ ਨੇ, ਕੋਈ ਛੁੱਟੀਆਂ ਨਹੀਂ ਹੁੰਦੀਆਂ ਹੈਗੀ, ਕੋਈ ਕੁਛ ਨਹੀਂ ਹੈ। ਕਰੋਨਾ ਕੀ ਸਾਰਾ ਅਸੀਂ ਸਿਰ ਤੇ ਉੱਤੋਂ ਹੰਢਾਇਆ, ਬਿਲਕੁਲ ਹੰਢਾਇਆ। ਤੁਹਾਡੀ ਫਿਰ ਸੁਖਵਿੰਦਰ ਜੀ ਭਰਤੀ ਵਾਧਾ ਨਾ ਜੀ? ਹਾਂਜੀ ਹਾਂ, ਭਰਤੀ ਵਾਲੀ ਆ, ਲੋਕ ਮੰਗ ਹੈ ਜੀ ਉਹ ਸਾਡੀ, ਬਿਲਕੁਲ ਲੋਕਾਂ ਨਾਲ ਜੁੜੀ ਹੋਈ ਮੰਗ ਹੈ। ਉਹ ਵੀ ਜਿਹੜੇ ਟੈਂਪਰੇਰੀ ਨੇ ਉਹਨਾਂ ਨੂੰ ਪੱਕੇ ਲੀਗਲਾਈਜ਼ ਕਰੋ, ਤਾਂ ਜੋ ਉਹਨਾਂ ਦੀ ਜ਼ਿੰਮੇਵਾਰੀ ਹੋਵੇ। ਤੁਸੀਂ ਕਿਉਂ ਚੁੱਕੋ ਉਹਨਾਂ ਦੀ ਜ਼ਿੰਮੇਵਾਰੀ? ਅਸੀਂ ਕਹਿੰਦੇ ਆ ਵੀ ਅਸੀਂ ਤਾਂ ਪਟਵਾਰੀ ਲੱਗ ਗਏ, ਤੁਸੀਂ 1000 ਬੰਦੇ ਦਾ ਪੇਪਰ ਲਿਆ, ਇਸੇ ਨੂੰ ਤੁਸੀਂ 3000 ਦਾ ਕਰ ਦਿਓ। ਕਲੌਜ਼ ਹੈਗਾ ਭਰਤੀ ਦੇ ਇਸ਼ਤਿਹਾਰ ਦੇ ਵਿੱਚ ਕਿ ਤੁਸੀਂ ਆਪਣਾ 3000 ਕਰ ਸਕਦੇ ਹੋ, ਵੱਧ ਘਟਾ ਸਕਦੇ ਹੋ। ਹਾਂਜੀ ਜੀ, ਸਾਨੂੰ ਇਹ ਕਿ 3000 ਤਾਂ ਘੱਟੋ ਘੱਟ ਪਟਵਾਰੀ ਭਰਤੀ ਹੋਵੇ। ਜੀ ਬਿਲਕੁਲ। ਅਵਤਾਰ ਸਿੰਘ USA ਦੀ ਕਾਲ ਆ ਰਹੀ ਹੈ। ਮੇਰੀ ਬੇਨਤੀ ਹੈ ਨਾ ਕਿ ਇਸ ਲਾਈਨ ਤੇ ਨਾ ਮੇਰੇ ਪਰਸਨਲ ਫੋਨ ਤੇ ਸੁਖਵਿੰਦਰ ਜੀ ਨਾਲ ਗੱਲਬਾਤ ਹੋ ਰਹੀ ਹੈ। ਜੇ ਤੁਸੀਂ ਸਿੰਪਲ ਕਾਲ ਕਰ ਲਓ 9876309655 ਨੰਬਰ ਤੇ, ਉਹ ਮੈਂ ਔਨਰ ਪਾ ਲਾਂਗਾ। ਹੁਣ ਮੈਂ ਚਲੋ ਇਹਨਾਂ ਨੂੰ ਦੂਸਰੀ ਲਾਈਨ ਤੇ ਨਹੀਂ ਪਾਵਾਂਗਾ। ਤੇ ਇਸ ਤੋਂ ਇਲਾਵਾ ਕਦੇ ਤੁਹਾਡੀ ਪਿਛਲੇ ਸਮੇਂ ਤੇ ਸਰਕਾਰ ਨਾਲ ਵੀ ਗੱਲਬਾਤ ਕੁਛ ਗੇੜਾਂ ਦੀ ਹੋਈ ਹੈ? ਤਣ ਪੱਤਣ ਗੱਲ ਮਸਲਾ ਕਿਤੇ ਲੱਗਿਆ? ਹਾਂਜੀ, ਦੇਖੋ ਸਾਡੇ ਟਵਾਣਾ ਸਾਹਿਬ ਗੱਲ ਇਸ ਤਰ੍ਹਾਂ, ਸਾਡੇ IAS ਆਫੀਸਰ ਹੈਗੇ ਆ ਜਿਹੜੇ, ਉਹਨਾਂ ਨਾਲ ਵੀ ਸਾਡੀਆਂ ਰਿਟਨ ਦੇ ਵਿੱਚ ਮੀਟਿੰਗਾਂ ਹੋਈਆਂ ਨੇ ਵਿਦ ਪ੍ਰੋਸੀਡਿੰਗ। ਮੰਤਰੀ ਸਾਹਿਬ ਨਾਲ ਸਾਡੀਆਂ 3 ਤੋਂ 4 ਮੀਟਿੰਗਾਂ ਹੋਈਆਂ ਨੇ। ਪਰੰਤੂ ਗੱਲ ਕੀ ਆ, ਉਹ ਮੀਟਿੰਗ ਦੇ ਵਿੱਚ ਸਾਨੂੰ ਕਹਿ ਦਿੰਦੇ ਆ ਤੁਹਾਡੀ ਮੰਗ ਮੰਨ ਲਈ ਗਈ ਆ, ਪਰ ਮੰਗ ਲਿਖ ਦਿੰਦੇ ਆ ਵੀ ਇਹ ਮੰਗ ਕੰਪਲੀਟ ਹੈ, ਹੋਊਗੀ, ਓਕੇ, ਪਾਸ ਹੈ। ਨੋਟੀਫਿਕੇਸ਼ਨ ਲਾਗੂ ਹੋਣ 'ਚ 8-8 ਮਹੀਨੇ ਲਾਤੇ। ਦਸੰਬਰ ਮਹੀਨੇ ਦੀਆਂ ਮੰਗਾਂ ਮੰਨੀਆਂ ਹੋਈਆਂ, ਹਾਲੇ ਤੱਕ ਲਾਗੂ ਨਹੀਂ ਹੋਈਆਂ, ਤਾਂ ਕਰਕੇ ਸਾਨੂੰ ਦਰੀਆਂ ਤੇ ਬਹਿਣਾ ਪਿਆ। ਨਹੀਂ ਦੇਖੋ, ਜਿਵੇਂ ਗਵਰਨਮੈਂਟ ਦੀ ਬੱਲੇ ਬੱਲੇ, ਚਲੋ ਅਗਲੀ ਸਰਕਾਰ ਜਿਹਦੀ ਆਊ ਉਹਨੇ ਭਰਨਾ। ਇਹਨਾਂ ਨੂੰ ਭਰਤੀਆਂ ਵਧਾਉਣ 'ਚ ਕੀ ਦਿੱਕਤ ਹੈ? ਕਪਤਾਨ ਸਾਹਿਬ ਦਾ, ਟੂ ਬੀ ਵੈਰੀ ਫਰੈਂਕ, ਅਸੀਂ ਤਾਂ ਜਾਣਦੇ ਹਾਂ ਕਿ ਦੇਖੋ ਲੈਕਚਰਾਰ ਨੇ, ਡਾਕਟਰ ਨੇ, ਰਜਿੰਦਰਾ ਹਸਪੀਟਲ, ਇਹਨਾਂ ਦੇ ਪੁਰਖਿਆਂ ਦਾ ਉੱਥੇ ਸਟਾਫ ਨਹੀਂ ਹੈ। ਮਹਿੰਦਰਾ ਕਾਲਜ ਜਾਂ ਹੋਰ ਕਾਲਜ ਸਾਰੇ ਭਾਂ ਕਰਦੇ ਆ। ਤੇ
ਭਰਤੀਆਂ ਨਹੀਂ ਕਰਦੇ। ਕਾਰਨ ਕੀ ਹੈ ਕਿ ਭਰਤੀਆਂ ਜੇ ਇਹ ਜਿਵੇਂ ਜਿੰਨੀ ਲੋੜ ਹੈ ਉਨੀ ਕਰ ਜਾਂਦੇ ਆ ਤੇ ਇਹਨਾਂ ਨੂੰ ਚਿੜ ਕਿਸੇ ਗੱਲ ਦੀ ਹੈ। ਤਨਖਾਹ ਤੇ 5 ਸਾਲ ਵੈਸੇ ਹੀ ਘੱਟ ਹੈ, ਘੱਟੋ ਘੱਟ ਭਰਤੀਆਂ ਦਾ ਕਰ ਦੋ, ਟਾਈਮ ਨਾਲ ਮੁੰਡੇ ਦਾ ਵਿਆਹ ਹੋ ਜਾਂਦਾ। ਕੁੜੀਆਂ ਵੀ ਹੁਣ ਤਾਂ ਚਲੋ ਪਟਵਾਰ 'ਚ ਆ ਗਈਆਂ, ਉਹਦੇ ਪੇਪਰ ਦੇਣ ਆਈਆਂ, ਕਿੰਨੀਆਂ ਕੁੜੀਆਂ ਜ਼ਖਮੀ ਹੋਈਆਂ ਨੇ। ਸੋ ਇਸ ਕਰਕੇ ਭਰਤੀਆਂ ਕਿਉਂ ਨਹੀਂ ਵਧਾਉਣਾ ਚਾਹੁੰਦੀ ਸਰਕਾਰ? ਕੰਮ ਕਿਵੇਂ ਚੱਲੇਗਾ ਫਿਰ? ਜੀ ਆਪਣਾ ਸੁਖਵਿੰਦਰ ਜੀ, ਮੇਰਾ ਸਵਾਲ ਸੀ ਕਿ ਕਪਤਾਨ ਸਾਹਿਬ ਤਾਂ ਸਗੋਂ ਭਰਤੀਆਂ ਖੋਲ ਕੇ ਲੋਕਾਂ ਨੂੰ ਖੁਸ਼ ਕਰਨ ਕੇ ਇੰਨੀ ਅਪੁਆਇੰਟਮੈਂਟ ਦੇ ਦਿੱਤੀਆਂ, ਇਹ ਭਰਤੀ ਕਿਉਂ ਨਹੀਂ ਖੋਲਦੇ? ਕਾਰਨ ਕੀ ਹੈ, ਮਜਬੂਰੀ ਕੀ ਹੈ ਸਰਕਾਰ ਦੀ ਤੁਹਾਡੀ ਨਜ਼ਰ 'ਚ? ਇਹਨਾਂ ਦਾ ਤੁਸੀਂ ਸੁਣਿਆ ਹੋਣਾ, ਸਰਕਾਰ ਦਾ ਇੱਕ ਨਾਰਾ ਹੈ ਘਰ ਘਰ ਰੁਜ਼ਗਾਰ। ਉਹਦੇ ਤਹਿਤ ਇਹਨਾਂ ਨੇ ਆਪਣੇ ਮੰਤਰੀ ਜਾਂ ਉਹਨਾਂ ਦੇ ਬੱਚਿਆਂ ਨੂੰ, ਕਿਸੇ ਨੂੰ ਨਾਇਬ ਤਹਿਸੀਲਦਾਰ ਲਾ ਦੇਣਾ, ਕਿਸੇ ਨੂੰ ਇੰਸਪੈਕਟਰ ਬਾਰੇ ਸੋਚ ਲੈਣਾ। ਉਹ ਚੀਜ਼ਾਂ ਤਾਂ ਇਹ ਕਰਦੇ ਆ ਉਹਨਾਂ ਤੱਕ ਨੌਕਰੀ ਪਹੁੰਚਾਉਣ ਦੀ। ਪਰ ਜਿਹੜੇ ਹੁਣ ਕਿਸਾਨ ਅੰਦੋਲਨ 'ਚ ਸ਼ਹੀਦ ਹੋਏ ਆ ਕਿਸਾਨ, ਅਸੀਂ ਉਹਨਾਂ ਦੇ ਬਾਰੇ ਵੀ ਲਿਖਿਆ ਸਰਕਾਰ ਨੂੰ ਕਿ 400 ਦੇ ਕਰੀਬ ਕਿਸਾਨ ਪੰਜਾਬ ਦਾ ਸ਼ਹੀਦ ਹੋਇਆ, ਉਹਨਾਂ ਦੇ ਵਾਰਸ ਨੇ। ਉਹਨਾਂ ਨੂੰ ਤਾਂ 3rd 4th ਗ੍ਰੇਡ ਨੌਕਰੀ ਦਿੱਤੀ ਹੈ, 3 4 ਦਰਜਾ। ਪਟਵਾਰੀ ਭਰਤੀ ਕਰ ਦੋ, ਅਸੀਂ ਲਿਖਿਆ ਵੀ ਪਟਵਾਰੀ ਭਰਤੀ ਕਰੋ ਉਹਨਾਂ ਨੂੰ, ਸਾਡੇ ਨਾਲ ਲਿਆਓ ਉਹਨਾਂ ਨੂੰ। ਕਿਸਾਨੀ ਪਰਿਵਾਰਾਂ ਨਾਲ ਜੁੜੇ ਹੋਏ ਨੇ, ਸਭ ਕਾਸੇ ਦੀ ਨੌਲੇਜ ਉਹਨਾਂ ਨੂੰ, ਤੁਸੀਂ ਇੱਧਰ ਜੋੜੋ ਉਹਨਾਂ ਨੂੰ। ਹਾਂ, ਹੇਠਲੇ ਪੱਧਰ ਤੇ ਘੱਟੋ ਘੱਟ ਕਰਪਸ਼ਨ ਵੀ ਰੁਕੇਗੀ। ਇੱਕ ਕਾਲ ਲੈ ਲਈਏ ਸੁਖਵਿੰਦਰ, ਕਾਫੀ ਹਾਂਜੀ ਜੀ ਕਈ ਵਾਰੀ ਲੋਕਾਂ ਦੇ ਜ਼ਿਹਨ 'ਚ ਕੋਈ ਸਵਾਲ ਹੁੰਦਾ। ਹਾਂਜੀ 11 ਨੰਬਰ, ਵੈਲਕਮ ਸਰ, ਕੌਣ ਬੋਲ ਰਹੇ ਹੋ? ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ, ਮੈਂ ਅਵਤਾਰ ਬੋਲਦਾ ਜੀ। ਹਾਂ ਸੌਰੀ, ਪਲੀਜ਼ ਇਸ ਲਾਈਨ ਤੇ ਆ ਜਾਓ ਅਵਤਾਰ ਜੀ, ਸੁਹਾਣੇ ਵਾਲਿਓ, ਸਵਾਗਤ ਹੈ ਤੁਹਾਡਾ। ਕੀ ਕਹਿਣਾ ਚਾਹੁੰਦੇ ਹੋ? ਹਾਂਜੀ, ਮੇਰਾ ਕੁਐਸਚਨ ਹੈ ਬਾਈ ਜੀ ਨੂੰ। ਮੇਰੇ ਨਾ ਉਹ ਕਰਾਇਆ ਸੀਗਾ, ਮੇਰਾ ਤਬਾਦਲਾ ਕਰਾਇਆ ਸੀ ਮੇਰੇ ਬ੍ਰਦਰ ਨਾਲ ਜ਼ਮੀਨ ਦਾ। ਸਾਡੀ ਦੋ ਪਿੰਡਾਂ ਜ਼ਮੀਨ ਹੈ। ਅੱਛਾ ਜੀ। ਉਹਦਾ ਉੱਥੇ ਪਟਵਾਰੀ ਨੇ ਸਾਡੇ ਨੰਬਰ ਮੇਰੇ ਉਹ ਪੂਰੇ ਚੜਾਏ। ਮੈਂ 3-4 ਗੇੜੇ ਮਾਰ ਲਏ। ਇਹਦੇ ਚ ਕਸੂਰਵਾਰ ਕੌਣ ਹੈ? ਮੈਂ ਕਸੂਰਵਾਰ ਹਾਂ, ਤਹਿਸੀਲਦਾਰ ਕਸੂਰਵਾਰ ਹੈ, ਪਟਵਾਰੀ ਕਸੂਰਵਾਰ ਹੈ ਜੀ? ਮਸਲਨ ਤੁਹਾਡੇ ਨੰਬਰ ਤਬਾਦਲੇ ਦੇ ਚੜਾਏ ਸਾਰਾ ਕੁਝ ਦੇਖ ਕੇ ਆਈ ਮੈਂ। ਅੱਛਾ, ਓਕੇ। ਹਾਂਜੀ, ਇਹਦੇ ਚ ਕਸੂਰਵਾਰ ਕੌਣ ਹੈ? ਮੈਂ ਗੇੜੇ ਮਾਰ ਥੱਕ ਗਿਆ ਪਟਵਾਰੀ ਕੋਲ। ਓਕੇ, ਮੇਰੇ ਕੋਲ ਰਜਿਸਟਰੀਆਂ ਸਾਰਾ ਕੁਝ ਹੈਗਾ। ਓਕੇ, ਥੈਂਕ ਯੂ। ਪੁੱਛ ਲੈਂਦੇ ਟੈਕਨੀਕਲ ਪੁਆਇੰਟ। ਪੁੱਛੋ ਵੀ। ਹਾਂਜੀ, ਥੈਂਕ ਯੂ ਅਵਤਾਰ ਸਿੰਘ ਜੀ US ਤੋਂ ਜੁੜੇ ਸੀਗੇ। ਚਲੋ ਵੈਸੇ ਤਾਂ ਕਿਸੇ ਦਿਨ ਪਟਵਾਰ ਨਾਲ ਸੰਬੰਧਿਤ ਐਕਸਪਰਟ ਬੰਦੇ ਦੀ ਤੁਹਾਡੇ ਨਾਲ ਗੱਲਬਾਤ ਕਰਾਵਾਂਗੇ। ਸੁਖਵਿੰਦਰ ਜੀ, ਅਵਤਾਰ ਸਿੰਘ ਸੀਗੇ ਬਾਈ ਜੀ ਆਪਣਾ ਸੁਹਾਣਾ USA ਤੋਂ। ਇਹਨਾਂ ਨੇ ਕਹਿੰਦੇ ਤਬਾਦਲਾ ਕਰਾਇਆ ਸੀ ਆਪਣੇ ਭਰਾ ਨਾਲ ਜ਼ਮੀਨ ਦਾ ਤੇ ਉਹ ਪੂਰੇ ਨੰਬਰ ਨਹੀਂ ਚੜਾਏ ਪਟਵਾਰੀ ਨੇ। ਏਦਾਂ ਕੀ ਉਹ ਰੋਜ਼ਨਾਮਾ 'ਚ ਚੜਦੇ ਆ ਜਾਂ 4 ਸਾਲਾਂ 'ਚ, ਜਾਂ ਕਾਰਨ ਕੀ ਹੈ? ਨਹੀਂ, ਦੇਖੋ ਉਹਨਾਂ ਦਾ ਪ੍ਰੋਸੀਜਰ ਕੀ ਹੁੰਦਾ, ਤਬਾਦਲੇ 2 ਤਰੀਕੇ ਨਾਲ ਹੁੰਦੇ ਆ ਜੀ। ਇੱਕ ਆਪਣਾ ਰਜਿਸਟਰਡ ਹੁੰਦਾ, ਇੱਕ ਨਾਨ ਰਜਿਸਟਰਡ ਕਹਿ ਦਿੰਦੇ ਆ। ਜਿਹੜਾ ਰਜਿਸਟਰਡ ਹੁੰਦਾ ਜੀ, ਉਹਦੀ ਆਪਣਾ ਜਿੰਨੀ ਤੁਸੀਂ ਰਕਬੇ ਦਾ ਤਬਾਦਲਾ ਕਰ ਰਹੇ ਹੋ, ਉਹਦੀ ਕੁਛ ਕੁ ਪਰਸੈਂਟੇਜ ਜਿਹੜੀ ਅਸੈਸ ਹੈ ਉਹ ਸਰਕਾਰ ਨੂੰ ਜਾਣੀ ਹੈ ਫੀਸ। ਠੀਕ ਹੈ ਜੀ। ਜੇ ਮੰਨ ਲਓ ਤੁਸੀਂ ਏਕੜ ਦੀ ਕਰ ਰਹੇ ਹੋ ਤਾਂ ਮੰਨ ਕੇ 40,000 ਰੁਪਏ ਉਹਦੀ ਸਰਕਾਰ ਨੂੰ ਫੀਸ ਜਾਣੀ ਹੋਵੇ। ਤੇ ਜੇ ਤੁਸੀਂ ਨਾਨ ਰਜਿਸਟਰਡ ਕਰ ਰਹੇ ਹੋ, ਉਹਦਾ ਐਵੇਂ ਆ, ਤੁਸੀਂ ਇੱਕ ਆਪਣਾ ਸਟਾਮ ਤੇ 500 ਵਾਲੇ ਤੇ ਜਾਂ 1000 ਵਾਲੇ ਤੇ ਲਿਖ ਕੇ ਪਟਵਾਰੀ ਕੋਲ ਲੈ ਜਾਂਦਾ ਬੰਦਾ। ਉੱਥੇ ਰੋਜ਼ਨਾਮੇ 'ਚ ਰਫਟ ਵਗੈਰਾ ਪੈ ਕੇ ਦੋਏ ਧਿਰਾਂ ਨੂੰ ਪੇਸ਼ ਕਰ ਦਿੰਦੇ ਤਹਿਸੀਲਦਾਰ ਸਾਹਿਬ ਅੱਗੇ ਕਿ ਕਬਜ਼ਾ ਵਗੈਰਾ ਲੈ ਲਿਆ ਗਿਆ ਜਾਂ ਨਹੀਂ ਲਿਆ ਗਿਆ। ਤਾਂ ਉਸ ਤੋਂ ਬਾਅਦ ਇੰਤਕਾਲ ਆਪਣਾ ਚੜ ਜਾਂਦਾ। ਹੁਣ ਇਹਨਾਂ ਦਾ ਇਹ ਨਹੀਂ ਪਤਾ ਹੈਗਾ ਕਿ ਕਿਸ ਕਾਰਨ ਕਰਕੇ ਆ। ਇਸ ਕਰਕੇ ਮੈਂ ਇਹਨਾਂ ਨੂੰ ਬੇਨਤੀ ਕਰਦਾ ਕਿ ਟਵਾਣਾ ਸਾਹਿਬ ਤੁਹਾਡਾ ਨੰਬਰ ਦੇ ਦਾਂਗੇ, ਨੰਬਰ ਲੈ ਕੇ। ਹਾਂਜੀ, ਕੋਈ ਮੈਟਰ ਹੋਇਆ ਤੁਸੀਂ ਜ਼ਰੂਰ ਜਿੱਥੋਂ ਦਾ ਵੀ ਹੈਗਾ ਕੇਸ, ਕੋਈ ਗੱਲ ਨਹੀਂ। ਜੇ ਸਾਡੇ ਪਟਵਾਰੀ 'ਚ ਕੋਈ ਹੋਈ, ਅਸੀਂ ਜ਼ਰੂਰ ਉਹਨੂੰ ਟੇਕਅਪ ਕਰਾਂਗੇ। ਅਸੀਂ ਦੱਸਾਂਗੇ ਵੀ ਕੀ ਗੱਲਬਾਤ ਹੈ, ਕਿਉਂ ਉਹਨਾਂ ਨੇ ਪਰੇਸ਼ਾਨ ਕੀਤਾ ਸਾਡੇ ਬਾਹਰ ਪੜ੍ਹੇ ਲਿਖੇ ਯੂਥ, ਭਾਵੇਂ ਪੁਲਿਸ 'ਚ ਜਾਂ ਉਹਦੇ 'ਚ, ਬੜੀਆਂ ਉਮੀਦਾਂ ਨੇ ਇਹਨਾਂ ਤੋਂ ਸੁਖਵਿੰਦਰ। ਹਾਂਜੀ ਹਾਂ, ਨਹੀਂ ਬਿਲਕੁਲ। ਤੁਹਾਡੀ ਸਰਕਾਰ ਦੇ ਮੁਤਲਕ ਚਲੋ ਟੈਕਨੀਕਲ ਸਵਾਲਾਂ ਤੇ ਫਿਰ ਗੱਲਬਾਤ ਆਪਾਂ ਕਰਾਂਗੇ, ਕਿਉਂਕਿ ਹੁਣ ਤਾਂ ਰਿਕਾਰਡ ਸਾਰਾ ਆਨਲਾਈਨ ਹੋ ਗਿਆ, ਉੱਥੋਂ ਚੈੱਕ ਕੀਤਾ ਜਾ ਸਕਦਾ। ਉਹ ਆਪਾਂ ਇੱਕ ਦਿਨ ਪ੍ਰੋਗਰਾਮ ਰੱਖ ਸਕਦੇ ਹਾਂ ਉਹਦੇ ਤੇ। ਇਹਦੇ 'ਚ ਇਹ ਦੱਸੋ ਕਿ ਹੁਣ ਤੁਹਾਡੀ ਸਰਕਾਰ ਨਾਲ ਫਿਰ ਕੀ ਗੱਲਬਾਤ ਹੈ ਤੇ ਹੋਰ ਆਪਣੇ ਇਸ ਮੰਗ ਦੇ ਮੁਤਲਕ ਕੀ ਕਹਿਣਾ ਚਾਹੁੰਦੇ ਹੋ, ਜਾਂ ਕਿੱਦਾਂ ਫਿਰ ਤੁਹਾਡੀ ਐਜੀਟੇਸ਼ਨ ਰਹੇਗੀ? ਫਿਰ ਤਾਂ ਸਰਕਾਰ ਦੇ ਖਿਲਾਫ ਹੀ ਭੁਗਤੋਗੇ ਸਾਰੇ ਪਰਿਵਾਰ ਤੁਹਾਡੇ? ਹਾਂਜੀ, ਮੈਂ ਤੁਹਾਨੂੰ ਦੱਸ ਰਿਹਾ ਜੀ, ਸਾਡੇ ਹੁਣ ਜਿਹੜਾ ਸਟ੍ਰਾਈਕ 2 ਮਹੀਨੇ ਤੋਂ ਉੱਤੇ ਹੋ ਗਈ ਹੈ ਚੱਲਦੇ, ਤੇ ਸਾਡੀ ਮੰਤਰੀਆਂ ਨਾਲ ਵੀ, ਸਾਡੇ ਕਾਂਗੜ ਜੀ ਨੇ ਮੰਤਰੀ, ਉਹਨਾਂ ਨਾਲ ਵੀ ਸਾਡੀ ਮੀਟਿੰਗ ਟੁੱਟ ਚੁੱਕੀ ਹੈ ਕਿ ਕੁਛ ਨਹੀਂ ਮਿਲਣਾ ਹੈਗਾ ਜਾਂ ਸਾਡੀਆਂ ਮੰਗਾਂ ਨਹੀਂ ਕਿਸੇ ਪਾਸੇ ਲੱਗਣੀਆਂ। ਹੁਣ ਸਰਕਾਰ ਨੇ ਦੇਖੋ ਇੱਕ ਸਾਡੇ ਸੰਘਰਸ਼ ਨੂੰ ਖਰਾਬ ਕਰਨ ਲਈ ਇੱਕ ਲਾਸਟ ਚਾਲ ਖੇਡੀ ਹੈ। ਉਹਨਾਂ ਨੇ ਅੱਜ ਇੱਕ ਚਿੱਠੀ ਜਾਰੀ ਕੀਤੀ ਹੈ। ਦੇਖੋ, ਇੱਕ ਪਾਸੇ ਬੰਦੇ ਨੂੰ 10,000 ਤਨਖਾਹ ਦੇ ਰਹੇ ਆ, ਅਸੀਂ ਕਹਿੰਦੇ ਉਹਨਾਂ ਨੂੰ 35 ਕਰ ਦਿਓ, ਅਸੀਂ ਬੈਠਦੇ ਹੀ ਨਹੀਂ ਦਰੀਆਂ। ਸਾਡੇ ਸਾਰੇ ਬੰਦੇ ਦੀ ਤਨਖਾਹ ਪੂਰੀ ਕਰੋ, ਪ੍ਰੋਵੇਸ਼ਨ ਘਟਾਓ। ਉਹਨਾਂ ਨੇ ਕੀ ਕੱਢਿਆ ਅੱਜ ਕਿ ਜਿੰਨੇ ਰਿਟਾਇਰਡ ਪਟਵਾਰੀ ਆ ਪੰਜਾਬ ਦੇ ਵਿੱਚ, ਉਹਨਾਂ ਨੂੰ ਰੱਖ ਲਓ, ਭਰਤੀ ਨਹੀਂ ਕਰਨੀ, ਉਹਨਾਂ ਨੂੰ ਰੱਖ ਲਓ 25,000 ਰੁਪਏ ਮਹੀਨੇ ਦੇ। ਜੇਠ ਨੂੰ ਲੱਸੀ ਨਹੀਂ ਦੇਣੀ, ਬਾੜ 'ਚ ਡੋਲਣੀ ਆ।
ਉਹ ਰਿਟਾਇਰ ਹੋਏ ਬੰਦੇ ਨੇ, ਇੰਨੀ ਉਹਨਾਂ ਦੀ ਪੈਨਸ਼ਨ ਆ, ਰੱਜਿਆਂ ਨੂੰ ਰਜਾਉਂਦੇ ਹੋ ਤੁਸੀਂ, ਉਹ ਬੇਰੁਜ਼ਗਾਰ ਨੂੰ 25 ਦੇ ਦਿਓ, ਉਹ ਖੁਸ਼ ਹੋ ਕੇ ਕੰਮ ਕਰੇਗਾ। ਹੁਣ ਪਟਵਾਰੀ ਰੱਖਣਾ ਸੀ 1000 ਭਰਿਆ, 2,33,000 ਨੇ, ਰੱਖਣਾ 3000 ਹੈ, ਤੁਸੀਂ 1500 ਬੰਦਾ ਰਿਟਾਇਰੀ ਰੱਖੀ ਜਾਂਦੇ ਹੋ, 25000 ਉਹਨਾਂ ਨੂੰ ਦੇ ਰਹੇ ਹੋ ਤੁਸੀਂ। ਅੱਛਾ, 1500 ਬੰਦਾ ਰਿਟਾਇਰਡ ਰੱਖ ਰਹੇ ਆ ਤੇ ਉਹਨਾਂ ਬੁੱਢੇ ਠੇਰਿਆਂ ਨੂੰ, ਰਿਟਾਇਰ ਹੋਇਆਂ ਨੂੰ ਵਿਚਾਰਿਆਂ ਨੂੰ 25000 ਦਾ ਐਕਸਟਰਾ ਗੱਫਾ ਦੇ ਰਹੇ ਆ ਪੈਨਸ਼ਨ ਤੋਂ ਇਲਾਵਾ। ਪੈਨਸ਼ਨ ਤੋਂ ਇਲਾਵਾ ਉਹ ਤੇ ਆਲਰੇਡੀ 20-50,000 ਪੈਨਸ਼ਨ ਵੀ ਲੈਂਦੇ ਨੇ, ਹੈ ਨਾ। 30+ ਹੀ ਹੈ ਜੀ, ਕੋਈ ਇਹ ਹੋਊਗਾ 30 ਪਲੱਸ ਪੈਨਸ਼ਨ ਵਾਲੀ ਹੈ। ਮਤਲਬ ਨਵੇਂ ਜਿਹੜੇ ਬੱਚੇ ਨੇ ਉਹਨਾਂ ਨੂੰ ਰੁਜ਼ਗਾਰ ਨਹੀਂ ਦੇਣਾ, ਨਵੇਂ ਬੱਚੇ ਰੱਖ ਕੇ, ਉਹ ਤਾਂ 10 ਤੇ ਰੱਖਣੇ, ਉਹ ਤਾਂ 10 ਤੇ ਹੀ ਰੱਖ ਲਓ, ਹੈ ਨਾ। 10 ਤੇ 2 ਸਾਲ 10 ਤੇ ਰੱਖ ਲਓ, ਚਲੋ ਅਸੀਂ 2 ਸਾਲ ਪ੍ਰੋਬੇਸ਼ਨ ਕਹਿ ਦਿੰਦੇ ਆ ਵੀ 2 ਸਾਲ 10 ਤੇ ਰੱਖ ਲੈਂਦਾ ਕਿ ਨੌਕਰੀ ਲੱਗ ਗਈ, ਚਲੋ ਵਿਆਹ ਹੋ ਗਿਆ, ਚਲੋ ਠੀਕ ਹੈ, ਹਨਾ। ਹਾਂਜੀ, ਇਹ ਹੁਣ ਇਹ ਚੀਜ਼ਾਂ ਨਾਲ ਤੁਸੀਂ ਦੱਸੋ, ਅੱਜ ਦਾ ਫਰਮਾਨ ਹੈ, ਵੈਸੇ ਮੈਂ ਪੜਿਆ ਨਹੀਂ, ਇਹ ਅੱਜ ਦਾ ਫਰਮਾਨ ਹੈ, ਮੈਂ ਤੁਹਾਨੂੰ ਭੇਜ ਦੂੰਗਾ। ਇਹ ਕਾਂਗੜ ਸਾਹਿਬ ਨੇ ਜਾਰੀ ਕੀਤਾ। ਹਾਂਜੀ, ਉਹਨਾਂ ਦੀ ਰਹਿਨੁਮਾਈ ਹੇਠਾਂ ਹੀ ਜਾਰੀ ਹੋਇਆ। ਮਤਲਬ ਕੁੱਲ ਮਿਲਾ ਕੇ ਫਿਰ ਤਾਂ ਪਟਵਾਰੀ ਸਾਹਿਬ ਕੈਪਟਨ ਜਿੱਤਣਾ ਨਹੀਂ ਚਾਹੁੰਦੇ, ਇਹੀ ਗੱਲ ਹੈ। ਇਹੀ ਸਰਕਾਰ ਹਰਾ ਕੇ ਜਾਣੀ ਹੈ, ਅਕਾਲੀਆਂ ਨੂੰ ਸੌਂਪ ਕੇ ਜਾਣੀ ਹੈ, ਹਨਾ। ਪਹਿਲਾਂ ਕੀ ਬਣਿਆ ਹੁੰਦਾ ਸੀਗਾ ਵੀ ਪਟਵਾਰੀਆਂ ਨਾਲ ਕਿਸਾਨ ਨਹੀਂ ਖੜ ਸਕਦੇ, ਹੁਣ ਅਸੀਂ ਉਹਨਾਂ ਨੂੰ ਨਾਲ ਲਾਇਆ ਹੋਇਆ। ਕਿਸਾਨ ਜਥੇਬੰਦੀਆਂ ਸਾਡੇ ਨਾਲ ਨੇ, ਨੰਬਰਦਾਰ ਯੂਨੀਅਨ ਸਾਡੇ ਨਾਲ ਹੈ, ਸਾਡੇ ਚੌਕੀਦਾਰ ਭਰਾ ਸਾਡੇ ਨਾਲ ਹੈ, ਸਾਰੇ ਸਾਡੇ ਕਾਨੂੰਗੋ ਸਾਥੀ, ਸਾਡੇ ਤਹਿਸੀਲਦਾਰ ਸਾਹਿਬ ਵੀ ਸਾਡੇ ਨਾਲ ਨੇ ਇਸ ਐਜੀਟੇਸ਼ਨ ਦੇ ਵਿੱਚ। ਕਾਨੂੰਗੋ ਦਾ ਮਸਲਾ ਕਈ ਵਾਰ ਸਾਡੇ ਉੱਠਿਆ ਸੀ, ਮੇਰੇ ਖਿਆਲ 800 ਰੁਪਈਆ ਸੀਗਾ, ਬਾਦਲ ਸਾਹਿਬ ਦੇ ਵੇਲੇ ਵੀ ਉਹਨਾਂ ਨੇ ਸਟ੍ਰਾਈਕ ਕੀਤੀ ਸੀਗੀ, ਮੈਨੂੰ ਯਾਦ ਆ। ਇੱਕ ਬਜ਼ੁਰਗ ਚੌਕੀਦਾਰ ਸੀਗਾ, ਉਹ ਬਾਦਲ ਸਾਹਿਬ ਉਹਨਾਂ ਕੋਲ ਚਲੇ ਗਏ, ਉਹ ਕਹਿੰਦੇ ਜੀ ਤੁਸੀਂ ਕੌਣ ਹੋ? ਕਹਿੰਦਾ ਜੀ ਅਸੀਂ ਚੌਕੀਦਾਰ ਹੁੰਦੇ ਆ। ਸੁਖਵੀਰ ਉਹਨੂੰ ਟਿੱਚਰ ਕਰਕੇ ਕਹਿੰਦਾ ਨਾ, ਬਲਦ ਪਿੰਡ ਦਾ ਸੀ ਸ਼ਾਇਦ ਉਹ, ਕਹਿੰਦਾ ਜੀ ਉਹ ਕੌਣ ਹੁੰਦੇ ਆ? ਕਹਿੰਦਾ ਬਾਦਲ ਸਾਹਿਬ ਜਦੋਂ ਤੁਸੀਂ ਜੰਮੇ ਸੀ ਤੁਹਾਡਾ ਨਾਂ ਅਸੀਂ ਉਹ ਲਿਖਿਆ ਸੀ, ਅਸੀਂ ਉਹ ਹੁੰਨੇ ਆ। ਹੁਣ ਕਿੰਨੀ ਤਨਖਾਹ ਚੌਕੀਦਾਰ ਦੀ ਪਟਵਾਰੀ ਸਾਹਿਬ? ਚੌਕੀਦਾਰ ਦੀ ਮੈਨੂੰ ਲੱਗਦਾ ਕਿ ਬਸ 1200 ਮਾਣ ਭੱਤਾ, 1200 ਵੀ ਸ਼ਾਇਦ ਹੀ ਹੋਵੇ, 1100 ਜਾਂ 800 ਤੋਂ 1200 ਕੀਤਾ। ਹਾਲਾਂਕਿ ਹਰਿਆਣੇ ਚ, ਹਿਮਾਚਲ ਚ 3500 3000 ਤੋਂ ਉੱਪਰ ਹੈ, ਬਹੁਤ ਜ਼ਿਆਦਾ ਜੀ। ਅਸੀਂ ਨੰਬਰਦਾਰਾਂ ਦੇ ਵੀ ਖੁਦ ਦੇਖੋ, ਨੰਬਰਦਾਰ ਦੀ ਬਹੁਤ ਜ਼ਿੰਮੇਵਾਰੀ ਵਾਲੀ ਪੋਸਟ ਹੈ ਜੀ। ਕੋਈ ਕੁਰਸੀਨਾਮਾ ਤਸਦੀਕ ਕਰਨਾ, ਉਹਨਾਂ ਦੀ ਕੋਈ ਗਵਾਹੀ ਪਾਣੀ ਹੈ ਰਜਿਸਟਰੀਆਂ ਦੇ ਵਿੱਚ, ਉਹਨਾਂ ਦਾ ਮਾਣ ਭੱਤਾ ਮੈਨੂੰ ਲੱਗਦਾ 2000 ਤੋਂ ਉੱਤੇ ਨਹੀਂ ਹੈਗਾ। ਉਹ ਵੀ ਸਟ੍ਰਾਈਕ ਤੇ ਨੇ, ਉਹਨਾਂ ਨੂੰ ਬਹਿਣ ਦੀ ਜਗ੍ਹਾ ਪਿਛਲੇ ਦਿਨ ਸਟ੍ਰਾਈਕ ਤੇ ਸੀਗੇ। ਉਹ ਸਾਡੇ ਨਾਲ ਹੀ ਹੈ, ਸਾਡੇ ਨਾਲ ਹੀ ਆਉਂਦੇ ਆ ਧਰਨਿਆਂ 'ਚ। ਕਿਸਾਨ ਯੂਨੀਅਨ ਵੀ ਸਾਡੇ ਨਾਲ ਹੀ ਹੈ, ਕਿਸਾਨ ਯੂਨੀਅਨ ਅਗਰਾਹਾਂ, ਕਿਸਾਨ ਯੂਨੀਅਨ ਲੱਖੋਵਾਲ, ਉਹ ਸਾਡੀ ਕੱਲ ਨੂੰ ਰੈਲੀ ਹੈ ਪਟਿਆਲੇ ਪੁੱਡਾ ਗਰਾਊਂਡ 'ਚ, ਉਹਦੇ ਵਿੱਚ ਆ ਰਹੇ ਆ ਉਹ ਸ਼ਮੂਲੀਅਤ ਕਰਨ ਦੇ। ਉੱਥੋਂ ਅਸੀਂ ਅਗਲੇ ਐਕਸ਼ਨ ਪਲਾਨ ਦਾ ਐਲਾਨ, ਕਿਸਾਨ ਡਾਂਗ ਲੈ ਕੇ ਪਟਵਾਰੀਆਂ ਦੇ ਨਾਲ ਆ ਗਏ, ਵੀ ਆ ਜਾਓ ਨਾਲ ਆ ਗਏ ਜੀ, ਬਿਲਕੁਲ ਆ ਗਏ। ਇਹਦਾ ਮਤਲਬ ਤਾਂ ਗੱਲ ਕਲੀਅਰ ਹੈ ਕਿ ਕਪਤਾਨ ਸਾਹਿਬ ਜਿੱਤਣਾ ਨਹੀਂ ਚਾਹੁੰਦੇ, ਸਰਕਾਰ ਸਿੱਧੂ ਦੀ ਬਣ ਨਹੀਂ ਦੇਣਾ ਚਾਹੁੰਦੇ। ਅੱਛਾ, ਸਿੱਧੂ ਸਾਹਿਬ ਨੇ ਕੋਈ ਹਾਦਾ ਨਾਰਾ ਮਾਰਿਆ ਤੁਹਾਡੇ ਨਾਲ, ਉਹਨਾਂ ਕੋਲ ਮਸਲਾ ਉਠਾਇਆ? ਨਹੀਂ, ਉਹਨਾਂ ਕੋਲ ਦੇਖੋ ਅਸੀਂ ਗਏ ਵੀ ਨਹੀਂ ਹੈਗੇ, ਪਰ ਉਹਨਾਂ ਦੀ ਨੌਲੇਜ ਤਾਂ ਹੈ ਹੀ ਗਿਆ ਕਿ ਪਟਵਾਰੀ ਦਰੀਆਂ ਤੇ ਬੈਠੇ ਆ। ਪਟਵਾਰੀ ਦਰੀ ਤੇ ਬੈਠਾ ਹੋਵੇ ਤਾਂ ਕਿਸੇ ਨੂੰ ਪਤਾ ਨਾ ਹੋਵੇ, ਇਹ ਤਾਂ ਫਿਰ ਹਾਸੋ ਹੀ ਨਹੀਂ ਗੱਲ ਹੈ। ਅੱਛਾ, ਕੱਲ ਪਟਿਆਲਾ ਪੁੱਡਾ ਗਰਾਊਂਡ ਰੈਲੀ ਹੋ ਰਹੀ ਤੁਹਾਡੀ? ਹਾਂਜੀ, ਉਹ ਸਾਡੀ ਕਈ ਯੂਨੀਅਨਾਂ ਦੀ ਰਲ ਕੇ ਆ। ਵੈਸੇ ਉਹ ਹੈਗੀ ਆ ਪੈਨਸ਼ਨ ਦੇ ਮਾਮਲੇ 'ਚ ਹੀ ਹੈ ਕਿ ਸਾਨੂੰ ਪੈਨਸ਼ਨ ਵੀ ਨਹੀਂ ਹੈਗੀ ਨਵੇਂ ਮੁੰਡਿਆਂ ਨੂੰ, ਉਹਦੇ ਰਿਗਾਰਡਿੰਗ ਸਾਡੀ। ਹੁਣ ਪਟਵਾਰੀ ਸਾਹਿਬ ਕਈ ਲੜਕੀਆਂ ਵੀ ਕਿੰਨੀਆਂ ਕੁ ਆ ਗਈਆਂ ਨੇ ਤੁਹਾਡੇ ਡਿਪਾਰਟਮੈਂਟ 'ਚ? ਕਿੰਨੇ ਕੁ % ਪਟਵਾਰਨਾ ਨੇ? ਸਾਡੇ ਹੈਗੀਆਂ ਨੇ ਜੀ ਲਗਭਗ ਸਾਡੇ 20% ਹੁਣ ਹੈਗੀਆਂ ਨੇ ਕੁੜੀਆਂ। ਅੱਛਾ, ਵੈਰੀ ਗੁੱਡ। ਉਹਨਾਂ ਦੇ ਵਿੱਚੋਂ ਦੇਖੋ, ਉਹਨਾਂ ਲਈ ਜਿੱਥੇ ਬੈਠਣ ਲਈ ਕੋਈ ਪ੍ਰਬੰਧ ਨਹੀਂ, ਨਾ ਉਹਨਾਂ ਲਈ ਕੋਈ ਵਾਸ਼ਰੂਮ ਹੈ ਲੇਡੀਜ਼ ਲਈ। ਜਿੱਥੇ ਇਹਨਾਂ ਨੇ ਵਰਕ ਸਟੇਸ਼ਨ ਸਾਨੂੰ ਬਣਾ ਕੇ ਦਿੱਤੇ ਆ, ਉੱਥੇ ਕਹਿੰਦੇ ਬਿਜਲੀ ਵੀ ਤੁਸੀਂ ਆਪ ਲਵਾ ਲਓ। ਉਹ ਤਾਂ ਜ਼ਿਆਦਾਤਰ ਅਕੋਮੋਡੇਸ਼ਨ ਵੀ ਕਈ ਥਾਂ ਤਾਂ ਆਪਣੀ ਅਰੇਂਜ ਕਰਦੇ ਆ ਪਟਵਾਰੀ, ਹੈ ਨਾ, ਜਿੱਥੋਂ ਮਰਜ਼ੀ ਪੈਸਾ ਇਕੱਠਾ ਕਰਨ। ਉਹਦਾ ਸਾਨੂੰ ਇਹ ਮਹੀਨੇ ਦਾ ਦਿੰਦੇ ਆ ਜੀ 140 ਰੁਪਏ ਕਿਰਾਇਆ। ਅੱਛਾ, 140 ਚ ਜਿੱਥੇ ਮਰਜ਼ੀ ਕਮਰਾ ਲੈ ਲਓ। ਹਾਂ, ਦੱਸੋ ਹੁਣ ਤੁਸੀਂ ਦੱਸੋ ਵੀ ਅਸੀਂ ਕਿੱਥੇ ਲਈਏ ਕਿਰਾਇਆ? 140 ਦਾ ਰਿਕਸ਼ਾ ਨਹੀਂ ਮਿਲਦਾ। ਤੇ 100 ਰੁਪਇਆ ਸਾਨੂੰ ਇਹ ਦਿੰਦੇ ਆ ਆਪਣਾ ਆਉਣ ਜਾਣ ਦਾ ਕਿਰਾਇਆ ਭੱਤਾ। ਅੱਛਾ, ਮਹੀਨੇ ਦਾ 100 ਰੁਪਇਆ ਸਾਨੂੰ ਇਹ ਬਸਤੇ ਵਗੈਰੇ ਦਾ ਦਿੰਦੇ ਵੀ ਤੁਸੀਂ ਆਪਣਾ ਸਟੇਸ਼ਨਰੀ ਵਗੈਰਾ ਦਾ ਮਹੀਨੇ ਦਾ ਜਿਹੜਾ ਲੱਠਾ ਇਹ ਸਾਨੂੰ ਪੱਤੇ ਮਿਲਦੇ ਆ। ਹਾਂਜੀ, ਹਾਂ, ਕੋਈ ਕਾਗਜ਼ ਪੱਤਰੀ ਇਹ ਸਾਨੂੰ ਜਿਵੇਂ ਆਨਲਾਈਨ ਰਿਕਾਰਡ ਹੈ ਸਾਰਾ, ਫਿਰ ਉਹ ਤੁਸੀਂ ਆਪਣੇ ਲੈਪਟਾਪ ਸੈਲਫੋਨ ਆਪਣਾ ਯੂਜ਼ ਕਰਦੇ ਹੋ ਸਾਰਾ ਕੁਝ? ਨਹੀਂ, ਉਹਦੇ ਪਿੱਛੇ ਵੀ ਸਾਡੀ ਉਹ ਵੀ ਮੰਗ ਹੈ ਇੱਕ। ਅਸੀਂ ਜਿੰਨੇ ਵੀ ਪਟਵਾਰੀ ਭਰਤੀ ਹੁੰਦਾ ਹੁਣ ਉਹਦੇ 'ਚ 120 ਘੰਟਿਆਂ ਦਾ ਕੋਰਸ ਮੰਗਿਆ ਜਾਂਦਾ ਪਟਵਾਰੀਆਂ ਤੋਂ ਕਿ ਤੁਸੀਂ ਕੀਤਾ ਹੋਇਆ ਹੋਵੇ। ਤੇ ਜਲੰਧਰ ਨਾਲ ਕੰਪਿਊਟਰ ਸੌਫਟਵੇਅਰ ਦੀ ਟ੍ਰੇਨਿੰਗ ਵੀ ਚੱਲਦੀ ਰਹਿੰਦੀ ਆ। ਉਹ ਸਾਰਾ ਕੁਝ ਹੋ ਜਾਂਦਾ ਕਾਗਜ਼ਾਂ ਦੇ ਵਿੱਚ। ਜਦੋਂ ਅਸੀਂ ਪ੍ਰੈਕਟੀਕਲੀ ਆਉਂਦੇ ਹਾਂ, ਉਹ ਕੰਪਨੀ ਨੂੰ ਦਿੱਤਾ ਹੋਇਆ ਇੱਥੇ ਠੇਕਾ। ਅਸੀਂ ਕਹਿੰਦੇ ਸਾਡੇ ਕੋਲ ਲੈਪਟਾਪ ਹੈਗੇ, ਸੌਫਟਵੇਅਰ ਦਿਓ, ਅਸੀਂ ਆਪਣੇ ਆਪ ਕੰਮ ਕਰਾਂਗੇ। ਉਹ ਸਾਨੂੰ ਪੈਸਾ ਬਣਾ ਰਹੇ ਨੇ ਵਧੀਆ ਆਨਲਾਈਨ। ਬਸ ਹੀ ਬਸ। ਹੁਣ ਤਾਂ ਫਰਦਾਂ ਵੀ ਸੁਵਿਧਾ ਕੇਂਦਰ 'ਚ ਭੇਜਣ ਲੱਗੇ ਸੀਗੇ, ਫਰਦਾਂ ਵੀ ਉੱਥੋਂ ਮਿਲਿਆ ਕਰਨਗੀਆਂ।
ਆਪਦੀ ਮਰਜ਼ੀ ਨਾਲ 20 ਤੋਂ 25 ਰੁਪਇਆ ਕਰ ਲਿਆ ਇਹਨਾਂ ਨੇ ਫਰਦਾਂ ਦਾ, ਕੰਪਨੀ ਨੇ ਜੀ। ਸੋ ਇਹ ਚੀਜ਼ਾਂ ਨੇ ਦੇਖਣ ਨੂੰ ਕੁਛ ਲੱਗਦਾ। ਇਹ ਗੱਲ ਨਹੀਂ ਮੈਂ ਕਹਿੰਦਾ ਕਿ ਸਾਰੇ ਪਟਵਾਰੀ ਚੰਗੇ ਆ ਜਾਂ ਸਾਰੇ ਮਾੜੇ ਆ, ਸਮਝ ਹੋਣਾ ਨਹੀਂ, ਸਾਡੀਆਂ ਦਿੱਕਤਾਂ ਸਮਝੋ। ਹਾਂਜੀ, ਕੋਈ ਵੀ ਸੁਖਵਿੰਦਰ ਜੀ ਤੁਸੀਂ ਆਪਣੀ ਜਥੇਬੰਦੀ ਦਾ ਕੋਈ ਨੰਬਰ ਜਾਂ ਕੋਈ ਲਿੰਕ ਅਨਾਉਂਸ ਕਰਨਾ ਚਾਹੋ ਤਾਂ ਕਰ ਸਕਦੇ ਹੋ, ਫਿਰ ਥੋੜੀ ਦੇਰ ਸਾਡੇ ਰੈਗੂਲਰ ਲਿਸਨਰ ਨੇ ਹਰਪ੍ਰੀਤ ਜੀ ਉਹਨਾਂ ਨਾਲ ਵੀ ਗੱਲ ਕਰਨੀ ਹੈ ਜੀ। ਹਾਂਜੀ ਹਾਂ, ਮੇਰਾ ਆਪਣਾ ਸੁਖਵਿੰਦਰ ਸਿੰਘ ਨਾਮ ਹੈ ਜੀ, ਮੈਂ ਸਟੇਟ ਜਨਰਲ ਸਕੱਤਰ ਪਟਵਾਰ ਯੂਨੀਅਨ ਪੰਜਾਬ ਦਾ, ਤੇ ਤਾਲਮੇਲ ਕਮੇਟੀ ਹੈ ਸਾਡੀ ਕਾਨੂੰਗੋ ਤੇ ਪਟਵਾਰ ਯੂਨੀਅਨ ਦੀ, ਉਹਨਾਂ ਦਾ ਵੀ ਮੈਂ ਮੈਂਬਰ ਹਾਂ। ਜੇ ਕਿਸੇ ਵੀ ਪਟਵਾਰ ਆਪਣੇ ਸਾਥੀ ਨੂੰ, ਸਰੋਤੇ ਨੂੰ ਕੋਈ ਦਿੱਕਤ ਆਉਂਦੀ ਹੈ ਪੂਰੇ ਪੰਜਾਬ ਦੇ ਵਿੱਚ, ਤਾਂ ਮੇਰਾ ਨੰਬਰ ਨੋਟ ਕਰ ਸਕਦੇ ਹੋ ਤੁਸੀਂ, 9779812119। ਮੈਂ ਕਿਹੜੀ ਜਗ੍ਹਾ ਤੋਂ ਬਿਲੋਂਗ ਕਰਦੇ ਹੋ ਵੈਸੇ ਤੁਸੀਂ? ਮੇਰਾ ਜੀ ਡਿਸਟ੍ਰਿਕਟ ਪਟਿਆਲਾ ਹੀ ਹੈ, ਕੈਪਟਨ ਸਾਹਿਬ ਵਾਲਾ, ਤੇ ਤਹਿਸੀਲ ਮੇਰੀ ਪਾਤੜ ਹੈ। ਹਾਂਜੀ, ਹਰਿਆਣੇ ਦੇ ਬਾਰਡਰ ਤੇ ਹੀ ਹੈ ਤਹਿਸੀਲ। ਤਾਂ ਹੀ ਪਟਿਆਲੇ ਵਾਲੇ ਨਾਲ ਪੰਗਾ ਲੈਂਦੇ ਆ, ਮਹਿਲ ਵਾਲਿਆਂ ਨਾਲ। ਮੈਨੂੰ ਪਤਾ ਹੁੰਦਾ ਨਾ ਫਿਰ ਉਹਨਾਂ ਦੀ ਕਮਜ਼ੋਰੀਆਂ। ਸਹੀ ਗੱਲ ਹੈ, ਸਹੀ ਗੱਲ ਹੈ। ਸੋ ਮੈਂ ਨੰਬਰ ਦੁਬਾਰਾ ਰਿਪੀਟ ਕਰ ਦਿੰਦਾ ਜੀ। ਰਿਪੀਟ ਕਰ ਦਿਓ। ਹਾਂਜੀ, ਨੰਬਰ ਇੱਕ ਵਾਰ 9779812119। ਇਸੇ ਤੇ ਮੇਰਾ WhatsApp ਚੱਲਦਾ ਜੀ। ਪੰਜਾਬੀ ਚ ਵੀ ਬੋਲਦੇ ਇੱਕ ਵਾਰੀ ਸੁਖਵਿੰਦਰ ਜੀ। ਹਾਂਜੀ ਹਾਂਜੀ, 97797 81219 81219 9779781219 ਨੰਬਰ ਵੀ ਤੁਸੀਂ ਬੜਾ ਉਹ ਰੱਖਿਆ, ਨਹੀਂ ਤੇ ਅੱਜ ਕੱਲ ਬੰਦੇ VVIP ਨੰਬਰ ਰੱਖਦੇ ਆ 45550 ਵਾਲਾ, ਸਿੰਪਲ ਨੰਬਰ ਰੱਖਿਆ। ਸੋ ਬਹੁਤ ਅੱਛਾ ਲੱਗਾ ਗੱਲ ਕਰਕੇ ਸੁਖਵਿੰਦਰ ਜੀ। ਉਮੀਦ ਕਰੀਏ ਬੇਰੁਜ਼ਗਾਰਾਂ ਦੇ ਹੱਕ ਦੇ ਵਿੱਚ ਜਿਹੜਾ ਤੁਸੀਂ ਆਇਓਗੇ, ਬੇਰੁਜ਼ਗਾਰਾਂ ਨੂੰ ਭਾਈ ਜੌਬ ਦਿਓ, ਰਿਸ਼ਵਤ ਬੰਦ ਹੋਵੇ, ਸੋ ਬਿਹਤਰ ਤਰੀਕਾ ਹੈ। ਥੈਂਕ ਯੂ ਸੁਖਵਿੰਦਰ ਜੀ, ਗੁੱਡ ਨਾਈਟ। ਥੈਂਕ ਯੂ ਜੀ, ਥੈਂਕ ਯੂ। ਮਿਹਰਬਾਨੀ ਮਿਹਰਬਾਨੀ। ਸੋ ਅਸਲ ਦੇ ਵਿੱਚ ਨਾ ਕਿਸੇ ਮਹਿਕਮੇ ਦੇ ਅੰਦਰ ਝਾਕ ਕੇ ਪਤਾ ਲੱਗਦਾ ਹੈ ਕਿ ਅੰਦਰ ਸਥਿਤੀ ਕੀ ਹੈ। ਹੁਣ ਤੁਸੀਂ ਦੇਖੋ ਕਿ ਇੰਨੇ ਘੱਟ ਵੇਜਸ ਤੇ ਫਿਰ ਆਪਣੇ ਵਹੀਕਲ ਦੇ ਖਰਚੇ, ਗੱਡੀਆਂ ਦੇ ਖਰਚੇ, ਮੋਟਰਸਾਈਕਲਾਂ ਦੇ ਖਰਚੇ 20-20, 50-50 ਕਿਲੋਮੀਟਰ ਤੋਂ ਲੋਕੀ ਆਉਂਦੇ ਆ, ਕਿਉਂਕਿ ਜੌਬ ਵੀ ਕਈ ਤਰਨਤਾਰਨ ਦੇ ਪਟਿਆਲੇ ਵਾਲੇ ਜਲੰਧਰ ਕਰਦੇ ਆ। ਉਹ ਸਾਰਾ ਖਰਚਾ ਵੀ ਜਿਹੜਾ ਆਉਣ ਜਾਣ ਟਰਾਂਸਪੋਰਟ ਪੈਂਦਾ ਹੈ। ਫਿਰ ਅਕੋਮੋਡੇਸ਼ਨ ਤੁਸੀਂ ਆਪਣੀ ਲਓ, ਪਟਵਾਰਖਾਨਾ ਆਪਣਾ ਖੋਲੋ, ਤੇ 120 ਰੁਪਏ ਮੰਥਲੀ ਕਿਰਾਇਆ। ਬੰਦਾ ਰਿਸ਼ਵਤ ਨਹੀਂ ਲਊ ਤੇ ਹੋਰ ਕੀ ਕਰੂ? ਤੇ ਆਪ ਇਹਨਾਂ ਦੇ ਸਲਾਹਕਾਰ, ਕਿੰਨੀ ਤਨਖਾਹ ਆ, ਤੇ ਤਨਖਾਹ ਦੇ ਉੱਤੇ ਜਿਹੜਾ ਇਨਕਮ ਟੈਕਸ ਹੈ ਉਹ ਵੀ ਸਰਕਾਰ ਭਰਦੀ ਹੈ, ਜਿਵੇਂ ਪੰਡਤ ਜੀ ਦੰਦ ਘਸਾਈ ਲੈਂਦੇ ਆ ਨਾ। ਸੋ ਇਸ ਕਰਕੇ ਕਈ ਮਹਿਕਮੇ ਠੀਕ ਹੈ ਬਦਨਾਮ ਹੁੰਦੇ ਆ, ਪਰ ਉਹਦੀਆਂ ਵਿਚਲੀਆਂ ਹਕੀਕਤਾਂ ਇਹ ਨੇ ਕਿ ਇਮਾਨਦਾਰੀ ਨਾਲ ਜੇ ਕੋਈ ਕੰਮ ਕਰਨਾ ਵੀ ਚਾਹੁੰਦਾ ਨਾ, ਉਹਨੂੰ ਕਰਨ ਨਹੀਂ ਦਿੱਤਾ ਜਾਂਦਾ। ਸਮੇਂ ਦਾ ਸੱਚ ਇਹ ਵੀ ਹੈ। ਸੋ ਇਸ ਕਰਕੇ ਕਿੰਨੀਆਂ ਪੋਸਟਾਂ ਖਾਲੀ ਨੇ, ਉਹਨਾਂ ਤੇ ਜੌਬ ਦਿੱਤੀ ਜਾਵੇ, ਪਰ ਕਪਤਾਨ ਸਾਹਿਬ ਨੇ ਪਤਾ ਨਹੀਂ ਕੀ ਘਰੋਂ ਦੇਣੀ ਹੈ। 17 ਸਲਾਹਕਾਰ ਆਪਣੇ ਤਾਂ ਲਾ ਲੈਂਦੇ ਆ, ਸਿੱਧੂ ਸਾਹਿਬ ਆਇਆ 10 ਇਹਨਾਂ ਨੇ ਭਰਤੀ ਕਰ ਲਏ ਨੇ, ਪਰ ਜਿਹੜੀ ਲੋਕਾਂ ਦੇ ਵਾਸਤੇ ਲੋੜ ਹੈ ਤੇ ਉਹ ਭਰਤੀ ਨਹੀਂ ਕੀਤੇ ਜਾ ਰਹੇ। ਸਾਡੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਯੂਨੀਅਨ ਵਿਲੇਜ ਟਰੱਕ ਸਟਾਪ ਨੇ, ਤੇ ਨਾਲ ਇੰਡੀਅਨ ਰੈਸਟੋਰੈਂਟ ਬਣਿਆ ਹੋਇਆ, ਜਿੱਥੇ ਤੁਸੀਂ ਦੇਸੀ ਘਿਓ ਦੇ ਪਰੌਂਠਿਆਂ ਦਾ ਲੁਤਫ ਲੈ ਸਕਦੇ ਹੋ ਦਹੀਂ ਦੇ ਨਾਲ। ਇਹ ਇਹਨਾਂ ਦੀ ਵਿਸ਼ੇਸ਼ਤਾ ਹੈ। ਇਸ ਤੋਂ ਇਲਾਵਾ ਉੱਥੇ ਤੁਸੀਂ ਟਰੱਕ ਵੀ ਧਵਾ ਸਕਦੇ ਹੋ, ਡੀਜ਼ਲ ਪਵਾ ਸਕਦੇ ਹੋ। ਇਹ ਉਸੇ ਜਗ੍ਹਾ ਤੇ ਹੈ ਜਿੱਥੇ ਪਹਿਲਾਂ ਟਰੱਕ ਯੂਨੀਅਨ ਸਕੂਲ ਹੁੰਦਾ ਸੀ, 2201 ਸਾਊਥ ਯੂਨੀਅਨ ਐਵਨਿਊ, ਬੇਕਰਸਫੀਲਡ, ਕੈਲੀਫੋਰਨੀਆ, ਜਿਪ ਕੋਡ 93307। ਰੋਡਵੇਜ਼ ਟਰਾਂਸਪੋਰਟ ਵਾਲੇ ਸੁਖੀ ਘੁੰਮਣ ਹੋਰਾਂ ਦਾ ਅਦਾਰਾ, ਜਿਨ੍ਹਾਂ ਦਾ ਨੰਬਰ ਹੈ 661-304-7500, 661-304-7500। ਅੱਜ ਥੋੜਾ ਜਿਹਾ ਆਪਾਂ ਲੇਟ ਲੱਗੇ ਸੀ, ਚਲੋ ਕੋਟਾ ਤੁਹਾਡਾ ਪੂਰਾ ਕਰਕੇ ਜਾਵਾਂਗੇ ਵੀਰ, ਦੇਰੀ ਲਈ ਮਾਫੀ। ਸਵਾਗਤ ਹੈ ਜੀ, 39 ਨੰਬਰ ਤੁਹਾਡਾ, ਵੈਲਕਮ। ਹਾਂਜੀ ਟਵਾਣਾ ਸਾਹਿਬ, ਨੰਬਰਦਾਰਾਂ ਦੀ 1500 ਹੀ ਹੈ ਜੀ। ਅੱਛਾ, ਨੰਬਰਦਾਰਾਂ ਦਾ 1500 ਰੁਪਏ ਮਹੀਨਾ। ਹਾਂਜੀ ਹਾਂਜੀ। ਓਕੇ, ਕੌਣ ਬੋਲ ਰਹੇ? ਨੰਬਰਦਾਰ ਵੀ ਸਟ੍ਰਾਈਕ ਤੇ ਚੱਲ ਰਹੇ ਨੇ ਨਾ, ਮਿਲੇ ਸੀ। ਸੌਰੀ, ਕੱਟ ਗਿਆ ਬਾਈ ਜੀ, ਸ਼ਾਇਦ ਨੰਬਰਦਾਰ ਹੀ ਹੋਣੇ। ਸੋ ਇਹਦੇ ਚ ਇਹ ਹੈ ਨਾ ਕਿ ਦੇਖੋ, ਇੰਨੇ ਪੂਅਰ ਵੇਜਸ, 300 ਰੁਪਏ ਤਾਂ ਦਿਹਾੜੀ ਤੇ ਨਹੀਂ ਕੋਈ ਆਉਂਦਾ, ਤਾਂ ਵੀ ਮਹੀਨੇ ਦੇ 9100-9300 ਬਣਦਾ। ਸੋ ਇਸ ਕਰਕੇ ਸਰਕਾਰਾਂ ਵੀ ਕਈ ਵਾਰੀ ਖੁਦ ਇਦਾਂ ਦੇ ਹਾਲਾਤ ਪੈਦਾ ਕਰਦੀਆਂ ਨੇ ਕਿ ਬੰਦਾ ਰਿਸ਼ਵਤ ਵਾਸਤੇ ਮਜਬੂਰ ਹੋ ਜਾਂਦਾ ਹੈ। ਇਸੇ ਤਰ੍ਹਾਂ ਪੁਲਿਸ ਦੇ ਵਿੱਚ ਬਹੁਤ ਘੱਟ ਵੇਜਸ ਤੇ ਕੰਮ ਕਰਦੇ ਨੇ, ਬੱਚੇ ਜੌਬਾਂ ਛੱਡ ਕੇ ਬਾਹਰ ਜਾ ਰਹੇ ਨੇ। ਇਹ ਵੀ ਕਾਰਨ ਜਿਹੜਾ ਕਿਤੇ ਨਾ ਕਿਤੇ ਇਹ ਸਾਰੇ ਵਰਤਾਰੇ ਦਾ ਬਣ ਰਿਹਾ। ਸੋ ਸਾਡੇ ਇਹਨਾਂ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ। ਓਨਟਾਰੀਓ ਪ੍ਰੋਵਿੰਸ ਦੇ ਵਿੱਚ ਹੋਮ ਅਤੇ ਆਟੋ ਇੰਸ਼ੋਰੈਂਸ ਚਾਹੀਦੀ ਹੈ। ਤੁਸੀਂ ਕੈਨੇਡਾ ਨਵੇਂ ਆਏ ਹੋ, ਡਰਾਈਵਿੰਗ ਦੇ ਵਿੱਚੋਂ ਜਾਂ ਰਿਨਿਊਵਲ ਹੋਣ ਵਾਲੀ ਹੈ, ਤਾਂ ਤੁਸੀਂ ਸੰਪਰਕ ਕਰੋ ਭੈਣਾਣੀ ਮਨਦੀਪ ਕੌਰ ਨੂੰ। ਹੋਮ ਅਤੇ ਆਟੋ ਇੰਸ਼ੋਰੈਂਸ ਦੇ ਵਾਸਤੇ
ਤੇ ਨੰਬਰ ਹੈ ਇਹਨਾਂ ਦਾ 647 615 5000 647 615 5000 647 615 5000 ਹੋਮ ਅਤੇ ਆਟੋ ਇੰਸ਼ੋਰੈਂਸ ਲਈ ਹਮੇਸ਼ ਯਾਦ ਰੱਖੋ। ਸਿਆਟਲ ਇਲਾਕੇ ਦੇ ਅਮਰੀਕਾ ਦੇ ਵਿੱਚ ਅਗਰ ਤੁਹਾਨੂੰ ਸਿਆਟਲ ਇਲਾਕੇ ਦੇ ਲੋਕਲ ਲੋਡ ਚਾਹੀਦੇ ਨੇ, ਲੰਮੇ ਰੂਟਾਂ ਤੋਂ ਉਕਤਾਇਓ, ਦਿਨੇ ਦਿਨੇ ਟਰੱਕ ਚਲਾਓ, ਸ਼ਾਮਾਂ ਨੂੰ ਘਰ ਆਓ, ਤੇ ਇਸ ਸਾਰੇ ਦਾ ਜਿਹੜਾ ਹੱਲ ਇੱਕੋ ਹੀ ਹੈ, ਵਾਸ਼ਿੰਗਟਨ ਫreight ਸਰਵਿਸ। ਸਿਆਟਲ ਇਲਾਕੇ ਦੇ ਲੋਕਲ ਲੋਡ ਤੁਹਾਨੂੰ ਮਿਲਣਗੇ ਵਾਸ਼ਿੰਗਟਨ ਫreight ਸਰਵਿਸ ਵਾਲਿਆਂ ਕੋਲ, ਜੋ ਕਿ ਤੁਹਾਡੀ ਸਹੂਲਤ ਦੇ ਵਾਸਤੇ ਡਿਸਪੈਚ ਵੀ ਅੰਗਰੇਜ਼ੀ ਪੰਜਾਬੀ ਭਾਸ਼ਾ ਦੇ ਵਿੱਚ ਦਿੰਦੇ ਨੇ। ਤੇ ਤੁਸੀਂ ਓਨਰ ਆਪਰੇਟਰ ਹੋ, ਡਰਾਈਵਰ ਹੋ, ਲੋਕਲ ਲੋਡ ਦੇ ਵਾਸਤੇ ਸੰਪਰਕ ਕਰੋ। ਜਗਦੇਵ ਸਿੰਘ ਸੰਧੂ ਦਾ ਨੰਬਰ ਹੈ 253 266 6924 2532666924। ਗੈਰੀ ਧਾਲੀਵਾਲ ਹੋਰਾਂ ਦਾ ਨੰਬਰ ਹੈ 206 354 4060 2063544060। ਸੋਮਵਾਰ ਤੋਂ ਸ਼ਨੀਵਾਰ ਭਾਰਤੀ ਸਮਾਂ ਸਵੇਰੇ 6 ਵਜੇ ਤੋਂ ਲੈ ਕੇ 8 ਵਜੇ ਤੱਕ ਤੇ ਸ਼ਾਮ ਨੂੰ 6:30 ਵਜੇ ਤੋਂ ਲੈ ਕੇ 8:30 ਵਜੇ ਤੱਕ ਪਟਿਆਲਾ ਸਟੂਡੀਓ ਤੋਂ ਮੈਂ ਤੇ ਐਡਵੋਕੇਟ ਸੁਰਿੰਦਰ ਸਿੰਘ ਲਾਈਵ ਹੁੰਦੇ ਹਾਂ। ਤੁਸੀਂ ਇਸ ਪ੍ਰੋਗਰਾਮ ਦੇ ਵਿੱਚ 9776309655 ਨੰਬਰ ਤੇ ਗੱਲ ਕਰ ਸਕਦੇ ਹੋ। ਸਾਡੇ ਇਹਨਾਂ ਪ੍ਰੋਗਰਾਮਾਂ ਨੂੰ ਤੁਸੀਂ ਸਾਡੀ ਵੈਬਸਾਈਟ tiwanaradio.com ਜਾਂ ਸਾਡੀ ਆਈਫੋਨ ਤੇ ਐਂਡਰਾਇਡ ਐਪਸ ਤੇ ਸੁਣ ਸਕਦੇ ਹੋ, YouTube ਤੇ ਸੁਣ ਸਕਦੇ ਹੋ। ਮੋਗਾ ਇਲਾਕੇ ਦੇ ਪਿੰਡ ਚੜਿੱਕ ਨਾਲ ਸੰਬੰਧਿਤ ਨੇ ਬਾਈ ਜੀ ਹਰਪ੍ਰੀਤ ਸਿੰਘ, ਤੇ ਜਿਨ੍ਹਾਂ ਨੇ ਲਾਇਬ੍ਰੇਰੀ ਖੋਲੀ ਹੋਈ ਹੈ ਪਟਵਾਰਖਾਨਾ 'ਚ, ਕਾਫੀ ਪੁਰਾਣੇ ਆਪਣੇ ਸਰੋਤੇ ਨੇ। ਹਰਪ੍ਰੀਤ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਟਵਾਣਾ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਉਹਦੇ ਤੁਸੀਂ ਥੋੜਾ ਖੁਲਾਸਾ ਕਰਕੇ ਗਏ ਸੀ, ਅੱਜ ਤਾਂ ਸੁਖਵਿੰਦਰ ਜੀ ਨੇ ਕਾਫੀ ਖੁਲਾਸਾ ਕੀਤਾ ਕਿ ਮਹਿਕਮੇ ਦੇ ਇਸ ਦੇ ਅੰਦਰੋਂ ਹਾਲਾਤ ਕੀ ਨੇ, ਤੇ ਤੁਸੀਂ ਸਾਹਿਤਕਾਰੀ ਨਾਲ ਵੀ ਜੁੜੇ ਹੋ, ਇਸ ਸਾਰੇ ਸਿਲਸਿਲੇ ਨਾਲ ਵੀ ਜੁੜੇ ਹੋ। ਕੀ ਸਮੱਸਿਆਵਾਂ ਨੇ ਜਿਨ੍ਹਾਂ ਨੂੰ ਲੈ ਕੇ ਇਹ ਸਾਰਾ ਵਰਤਾਰਾ ਚੱਲ ਰਿਹਾ ਹੈ, ਤੁਹਾਡੀ ਐਜੀਟੇਸ਼ਨ ਚੱਲ ਰਹੀ ਹੈ? ਕੀ ਮੁੱਖ ਮੰਗਾਂ ਨੇ? ਤੇ ਸਰਕਾਰ ਨੇ ਅੱਜ ਕਹਿੰਦੇ ਹੁਕਮ ਜਾਰੀ ਕਰ ਦਿੱਤਾ ਕਿ ਰਿਟਾਇਰਡ ਪਟਵਾਰੀ ਰੱਖੋ, 25,000 ਰੁਪਏ ਉਹਨਾਂ ਨੂੰ ਤਾਂ ਦੇ ਦਿਓ, ਪਰ ਇਹਨਾਂ ਨੂੰ ਨਹੀਂ ਦੇਣਾ, ਬੇਰੁਜ਼ਗਾਰਾਂ ਨੂੰ ਨਹੀਂ ਦੇਣਾ ਜੀ। ਹਾਂਜੀ, ਇਹਦੇ ਜਿਹੜੀ ਇਹ ਚਿੱਠੀ ਦਾ ਜ਼ਿਕਰ ਤੁਹਾਡੇ ਕੋਲ ਸੁਖਵਿੰਦਰ ਜੀ ਨੇ ਕਰਿਆ ਹੋਊਗਾ ਜਿਹੜੀ ਦਾ, ਉਹਦੇ ਤੋਂ ਸਰਕਾਰ ਦੀ ਜਿਹੜੀ ਆ ਮਤਲਬ ਕੂਟਨੀਤੀ ਆਪਾਂ ਨੂੰ ਸਾਫ਼ ਦਿਖਾਈ ਦਿੰਦੀ ਆ ਕਿ ਇਹ 10,000 ਰੁਪਏ ਦੇ ਉੱਪਰ ਜਿਹੜੇ ਆ ਅੱਗੇ ਕੰਮ ਕਰ ਰਹੇ ਨੇ ਪਟਵਾਰੀ, ਉਹ ਪੂਰੀ ਤਨਖਾਹ ਦੀ ਮੰਗ ਕਰ ਰਹੇ ਆ। ਪੂਰੀ ਤਨਖਾਹ ਜਿਹੜੀ ਆ ਉਹ ਹੁਣ ਅੱਜ ਜੇ ਉਹਨਾਂ ਨੂੰ ਪੂਰੀ ਤਨਖਾਹ ਦਿੰਦੇ ਤਾਂ 36,488 ਰੁਪਏ ਦੇਣੀ ਹੈ ਜੀ ਸਰਕਾਰ ਨੇ, ਤੇ 25,000 ਉਹਨਾਂ ਨੂੰ ਜੇ ਉਹ ਦੇ ਦਿੰਦੇ ਆ ਤਾਂ ਉਹਨਾਂ ਦਾ ਕੰਮ ਆ ਜਿਹੜਾ ਉਹ ਤਨਖਾਹ ਪੂਰੀ ਹੋ ਕੇ, ਤੇ ਜਿਹੜਾ ਕੰਮ ਹੁਣ ਛੱਡਿਆ ਹੋਇਆ ਵਾਧੂ ਸਰਕਲਾਂ ਦਾ ਉਹ ਅਸੀਂ ਕਰਨ ਨੂੰ ਤਿਆਰ ਬੈਠੇ ਆ ਸਾਰੇ। ਅੱਜ ਸਰਕਾਰ ਇਹ ਐਲਾਨ ਕਰ ਦੇਵੇ ਕੱਲ ਤੋਂ ਵਾਧੂ ਸਰਕਲਾਂ ਦਾ ਕੰਮ ਜੁਆਇਨ ਕਰਵਾ ਲਿਆ ਜਾਊਗਾ ਜੀ। ਇਹ ਤਾਂ ਅੱਗੇ ਤਾਂ ਕਹਿੰਦੇ ਹੁੰਦੇ ਸੀ ਕਿ ਜੇਠ ਨੂੰ ਲੱਸੀ ਨਹੀਂ ਦੇਣੀ, ਦਿਓਰ ਭਾਵੇਂ ਮੱਝ ਚੁੰਗ ਜੇ। ਇਹ ਤਾਂ ਹੁਣ ਜੇਠ ਨੂੰ ਲੱਸੀ ਨਹੀਂ ਮੱਖਣ ਖਵਾਈ ਜਾਂਦੇ ਆ। ਉਹ ਵਿਚਾਰੇ ਬਜ਼ੁਰਗ ਪਟਵਾਰੀ ਨੇ, ਰਿਟਾਇਰ ਹੋਏ ਨੇ, ਤੇ ਉਹ ਸਿਹਤ ਨਸਾਜ ਹੈ, ਉਹਨਾਂ ਨੂੰ 25,000 ਦੇ ਰਹੇ ਨੇ, 30,000 ਉਹਨਾਂ ਦੀ ਆਲਰੇਡੀ ਪੈਨਸ਼ਨ ਹੈ, ਫਿਰ ਕਮਾਈ ਵੀ ਕੀਤੀ ਹੋਣੀ ਹੈ, ਕੰਮ ਵੀ ਨਹੀਂ ਹੁੰਦਾ, ਉਹਨਾਂ ਨੂੰ 25,000 ਦੇ ਦੇਣਗੇ ਛੜਿਆਂ ਜੇਠਾਂ ਨੂੰ, ਰਿਟਾਇਰਡ ਜੇਠਾਂ ਨੂੰ। ਪਰ ਜਿਹੜੇ ਨਵੀਂ ਉਮਰ ਦੇ ਮੁੰਡੇ ਨੇ, ਦਿਓਰ ਨੇ, ਉਹਨਾਂ ਨੂੰ ਉਹਦੇ ਵਿੱਚ ਨਾ ਇੱਕ ਹੋਰ ਸਾਨੂੰ ਜਿਹੜੀ ਆ ਕੂਟਨੀਤੀ ਦਿਖ ਰਹੀ ਆ ਸਰਕਾਰ ਦੀ, ਉਹ ਇਹ ਆ ਕਿ ਅਸੀਂ ਮੰਗ ਕਰ ਰਹੇ ਆ। ਅਸਲ ਦੇ ਵਿੱਚ ਤੁਹਾਨੂੰ ਥੋੜਾ ਜਿਹਾ ਇਹਦੇ ਪਿਛੋਕੜ ਦੇ ਬਾਰੇ ਮੈਂ ਜਾਣੂ ਕਰਾਉਣਾ ਚਾਹੂੰਗਾ ਕਿ ਕੀ ਹੋਇਆ ਸੀਗਾ ਵੀ ਜਦੋਂ ਸਰਕਾਰ ਕੰਪਿਊਟਰੀਕਰਨ ਕਰ ਰਹੀ ਸੀਗੀ ਸਾਰੀਆਂ ਡਿਪਾਰਟਮੈਂਟਸ ਦੇ ਵਿੱਚ, ਤਾਂ ਥੋੜਾ ਜਿਹਾ ਸਾਡੇ ਉਦੋਂ ਚਲੋ ਪੁਰਾਣੇ ਜਿਹੜੇ ਸੀਗੇ ਸਾਡੇ ਸੀਨੀਅਰ, ਬਹੁਤ ਸੀਨੀਅਰ ਸੀਗੇ, ਉਹਨਾਂ ਨੇ ਇਹ ਚੀਜ਼ ਦਾ ਵਿਰੋਧ ਕੀਤਾ ਕਿ ਅਸੀਂ 10 ਪੜ੍ਹੇ ਹੈਗੇ ਆ, ਵੀ ਸਾਡੇ ਤੋਂ ਇਹ ਕੰਪਿਊਟਰਾਂ ਦਾ ਕੰਮ ਜਿਹੜਾ ਇਹ ਨਹੀਂ ਹੋਣਾ। ਤਾਂ ਸਰਕਾਰ ਨੇ ਜਿਹੜੀ ਪੰਜਾਬ ਲੈਂਡ ਰਿਕਾਰਡ ਸੁਸਾਇਟੀ ਬਣਾ ਕੇ ਇੱਕ ਉਹਨੂੰ ਗੌਰਮੈਂਟ ਏਡਿਡ ਬਣਾ ਕੇ, ਉਹ ਨਾਂ ਦੀ ਗੌਰਮੈਂਟ ਏਡਿਡ ਆ, ਵੀ ਪਿੱਛੇ ਜੋ ਉਹਦੀ ਬੈਕਗਰਾਊਂਡ ਆ ਕਾਫੀ ਜ਼ਿਆਦਾ 2008 ਦੇ ਵਿੱਚ ਬਣਾ ਕੇ ਜਿਹੜਾ ਫਰਦ ਕੇਂਦਰਾਂ ਦਾ ਕੰਮ ਚੱਲ ਰਿਹਾ ਪੂਰੇ ਪੰਜਾਬ ਦੇ ਵਿੱਚ ਜੀ, ਉਹ CMS ਤੇ CMC ਕੰਪਨੀ ਆ, ਜਦਕਿ ਇਹ ਦੋਨਾਂ ਦਾ ਮਾਲਕ ਇੱਕੋ ਹੀ ਆ ਜੀ। ਅੱਛਾ, ਕਿਹਨਾਂ ਦੀ ਹੈ? ਤਾਂ ਬਾਦਲ ਸਾਹਿਬ ਠੇਕਾ ਦੇ ਗਏ ਉਹਨਾਂ ਨੂੰ ਪੱਕਾ ਹੀ। ਹਾਂਜੀ। ਤੇ ਉਹਦੇ ਵਿੱਚ ਕੀ ਹੋਇਆ ਜੀ, ਜਦੋਂ ਇਹਨਾਂ ਨੂੰ ਦੇਤਾ, ਹੁਣ ਅਸੀਂ ਮੰਗ ਕਰ ਰਹੇ ਹਾਂ ਕਿ ਸਾਨੂੰ ਕੰਪਿਊਟਰ ਦਿੱਤੇ ਜਾਣ। ਕੰਪਿਊਟਰ ਤੋਂ ਵੀ ਅੱਗੇ ਦੀ ਮੰਗ ਕੀ ਹੋਈ ਜੀ, ਮੈਂ ਤੁਹਾਨੂੰ ਵੈਸੇ ਸੁਖਵਿੰਦਰ ਜੀ ਨੇ ਦੱਸਿਆ ਹੋਊਗਾ, ਉਹ LLB ਕਰੀ ਹੋਈ ਆ ਉਹਨਾਂ ਨੇ ਪੰਜਾਬੀ ਯੂਨੀਵਰਸਿਟੀ ਤੋਂ, ਤੇ ਮੈਂ BTech IT ਦੇ ਵਿੱਚ ਕਰੀ ਹੋਈ ਹੈ। ਸਾਡੀ ਪਹਿਲਾਂ ਮੰਗ ਸੀ ਕਿ ਸਾਨੂੰ ਲੈਪਟਾਪ ਦਿੱਤੇ ਜਾਣ, ਤੇ ਉਹਦੇ ਤੋਂ ਸਰਕਾਰ ਹਟਦੀ ਆਪਾਂ ਨੂੰ ਪਤਾ ਕਿ ਖਜ਼ਾਨਾ ਖਾਲੀ ਵਾਲੀ ਗੱਲ ਆਪਣੇ ਸਾਹਮਣੇ ਆ ਜਾਂਦੀ ਆ। ਤਾਂ ਸਾਡੀ ਮੰਗ ਇਹ ਸੀ ਕਿ ਮੇਰੇ ਕੋਲੇ ਖੁਦ ਦਾ ਲੈਪਟਾਪ ਆ, ਖੁਦ ਦਾ ਇੰਟਰਨੈਟ ਕਨੈਕਸ਼ਨ ਆ, ਸਿਰਫ ਸਾਨੂੰ ਸੌਫਟਵੇਅਰ ਹੀ ਦੇ ਦਿਓ ਤੁਸੀਂ,
ਕਿ ਅਸੀਂ ਆਪਣਾ ਕੰਮ ਆਪ ਕਰ ਸਕਦੇ ਹਾਂ, ਦਫ਼ਤਰ ਬੈਠ ਕੇ ਕੰਮ ਕਰ ਲਈਏ, ਘਰੇ ਬੈਠ ਕੇ ਕੰਮ ਕਰ ਲਈਏ, ਸਾਨੂੰ ਸੌਫਟਵੇਅਰ ਹੀ ਇਕੱਲਾ ਦੇ ਦਿਓ, ਤਾਂ ਸਰਕਾਰ ਉਹ ਤੇ ਇਹ ਬਹਾਨਾ ਬਣਾ ਦਿੰਦੀ ਆ ਕਿ ਇਹਦੇ ਸਿਕਿਉਰਿਟੀ ਇਸ਼ੂਜ਼ ਨੇ, ਕਿ ਜਿਵੇਂ ਬਹੁਤ ਸਾਨੂੰ ਪ੍ਰਾਈਵੇਟ ਵਾਲੇ ਨੇ। ਤੁਸੀਂ ਤਾਂ ਸਰਕਾਰੀ ਮੁਲਾਜ਼ਮ ਹੋ, ਜਵਾਬ ਦਿਓ, ਪ੍ਰਾਈਵੇਟ ਦਾ ਕੌਣ ਹੈ? ਗੱਲ ਇਹ ਹੈ ਕਿ ਉਹਨਾਂ ਨੂੰ ਗੱਫਾ ਮੋਟਾ ਦਿੱਤਾ, ਪੈਸੇ ਬਣਦੇ ਆ ਉਹਨਾਂ ਨੂੰ। ਸਹੀ ਹੈ ਜੀ। ਇਹਦੇ ਵਿੱਚ ਹੁਣ ਇਹ ਆ ਨਾ ਜੀ, ਜਦੋਂ ਅਸੀਂ ਹੁਣ ਜਿੰਨੇ ਸਾਰਾ ਯੰਗ ਬਲੱਡ ਕੰਮ ਕਰ ਰਿਹਾ ਜੀ, ਸਾਰੇ ਨਵੇਂ ਬੰਦੇ ਕੰਮ ਕਰ ਰਹੇ ਆ, ਕਿਸੇ ਦੀ ਬੀਟੈਕ ਕਰੀ, ਕਿਸੇ ਦੀ BBA ਕਰੀ ਆ, BCA ਕਰੀ ਆ, ਈਵਨ ਕਈ ਮਤਲਬ PhD ਕਰੀ ਹੋਈ ਆ, ਕਈਆਂ ਦੀ ਪਰਸੂਇੰਗ PhD ਸੀਗੀ ਜਦੋਂ ਜੁਆਇਨ ਕਰਿਆ। ਅੱਛਾ ਸੁਖਵਿੰਦਰ ਜੀ, ਸੌਰੀ ਤੁਹਾਡੀ ਗੱਲ ਵਿਚਾਲੇ ਹਰਪ੍ਰੀਤ, ਜਿਹੜੇ ਇਹਨਾਂ ਨੇ ਫਰਦ ਕੇਂਦਰਾਂ 'ਚ ਮੁਲਾਜ਼ਮ ਲਾਏ ਨੇ ਉਹਨਾਂ ਨੂੰ ਵੀ ਬਹੁਤ ਪੂਰ ਵੇਜ਼ਸ ਦਿੰਦੇ ਨੇ। ਫਰਦ ਕੇਂਦਰਾਂ ਵਾਲੇ ਮੁਲਾਜ਼ਮ ਸਾਰੇ ਸਟ੍ਰਾਈਕਾਂ ਤੇ ਗਏ ਸੀ ਪਿੱਛੇ ਜੇ, ਸੁਵਿਧਾ ਸੈਂਟਰਾਂ ਵਾਲੇ, ਉਹਨਾਂ ਤੋਂ ਕੰਮ ਤਾਂ ਪੂਰਾ ਲੈਂਦੀ ਹੈ ਕੰਪਨੀ, ਪਰ ਵੇਜ਼ਸ ਉਹ ਵੀ ਨੇ, ਉਹ ਵੀ ਸਟ੍ਰਾਈਕਾਂ ਤੇ ਗਏ ਨੇ। ਸ਼ੋਸ਼ਣ ਉਹਨਾਂ ਦਾ ਵੀ ਹੋ ਰਿਹਾ ਮੁਲਾਜ਼ਮਾਂ ਦਾ। ਉਹਨਾਂ ਨੂੰ ਜੀ 6200 ਰੁਪਇਆ ਦਿੱਤਾ ਜਾਂਦਾ ਜੀ ਇੱਕ ਮਹੀਨੇ ਦੀ ਵੇਜਿਸ ਆ ਜਿਹੜੀ, ਤੇ ਉਹ ਸਟ੍ਰਾਈਕ ਤੇ, ਤੁਹਾਡੀ ਗੱਲ ਸਹੀ ਆ, ਉਹ ਸਟ੍ਰਾਈਕ ਤੇ ਗਏ ਸੀ, ਪਰ ਉਹਨਾਂ ਨੂੰ ਕੰਪਨੀ ਨੇ ਇਹ ਗੱਲ ਕਹਿਤੀ ਸੀ ਕਿ ਜਿਹੜੇ ਤਾਂ ਪਟਵਾਰੀ ਆ ਉਹ ਤਾਂ ਸਰਕਾਰੀ ਆ, ਉਹਨਾਂ ਦੀਆਂ ਗੱਲਾਂ ਤਾਂ ਮੰਨੀਆਂ ਜਾਣੀਆਂ, ਜੇ ਤੁਹਾਨੂੰ ਪ੍ਰੋਬਲਮ ਆ ਤਾਂ ਤੁਸੀਂ ਛੱਡ ਕੇ ਜਾ ਸਕਦੇ ਆ, ਜਾਂ ਜੇ ਤੁਸੀਂ ਸਟ੍ਰਾਈਕ ਕਰੋਗੇ ਹਾਂਜੀ ਤਾਂ ਤੁਹਾਨੂੰ ਅਸੀਂ ਕਿਕ ਆਫ ਕਰ ਦਾਂਗੇ, ਫਾਇਰ ਕਰ ਦਾਂਗੇ। ਸ਼ੋਸ਼ਣ ਹੀ ਹੈ ਨਾ ਫਿਰ ਤਾਂ। 6000 6500 ਇਹ ਤਾਂ ਮਤਲਬ ਇੱਕ ਮਜ਼ਦੂਰ ਦਾ ਵੀ ਮਤਲਬ 9000 ਰੁਪਇਆ ਬਣਦਾ, 300 ਰੁਪਏ ਦਿਹਾੜੀ ਨੂੰ, ਹੈ ਨਾ, ਮਿਨੀਮਮ ਵੇਜ ਜੋ ਗਵਰਨਮੈਂਟ ਅਪਰੂਵ ਕਰਦੀ ਹੈ। ਸਹੀ ਹੈ ਜੀ, ਸਹੀ ਹੈ। ਫਿਰ ਇਸ ਤੋਂ ਜਿਹੜੀ ਪ੍ਰੋਬੇਸ਼ਨ ਪੀਰੀਅਡ, ਉਹਦੇ ਬਾਰੇ ਤੁਹਾਨੂੰ ਸੁਖੀ ਜੀ ਨੇ ਦੱਸਿਆ ਕਿ ਨਹੀਂ? ਪ੍ਰੋਬੇਸ਼ਨ ਪੀਰੀਅਡ ਬਾਰੇ ਦੱਸਿਆ ਕਿ 5 ਸਾਲ ਦਾ ਪ੍ਰੋਬੇਸ਼ਨ ਪੀਰੀਅਡ ਹੈ, ਤੇ ਉਹਦੇ 'ਚ ਹੁਣ ਇਹ ਵੀ ਦੱਸ ਕੇ ਗਏ ਨੇ ਕਿ ਉਹ ਜਿਹੜੇ ਨੇ ਰਿਟਾਇਰਡ ਪਟਵਾਰੀਆਂ ਨੂੰ 25,000 ਰੁਪਏ ਮੰਥਲੀ ਦੇ। ਇਹ ਤੁਹਾਡੇ ਨਾਲ ਹੀ ਨਹੀਂ ਹੋਇਆ, ਕੋਵਿਡ ਦੇ ਦੌਰਾਨ ਹਰਪ੍ਰੀਤ ਜੀ, ਜਿਹੜਾ ਪਟਿਆਲੇ ਦੁੱਖ ਨਿਵਾਰਨ ਸਾਹਿਬ 1000 ਮੁੰਡਾ ਕੁੜੀ ਬੈਠੇ ਆ ਜਿਨ੍ਹਾਂ ਨੇ ਕੋਵਿਡ ਦੇ ਦੌਰਾਨ 5-5 6-6 ਰੁਪਏ ਮਹੀਨਾ ਤੇ ਰਿਸਕ ਲੈ ਕੇ ਲੋਕਾਂ ਦੀ ਜਾਨ ਬਚਾਈ ਹੈ, ਉਹਨਾਂ ਬੰਦਿਆਂ ਨੂੰ ਤੀਜੇ ਚੌਥੇ ਮਹੀਨੇ ਕੱਢ ਦਿੱਤਾ। ਤੇ ਫਿਰ ਜਦੋਂ ਉਹ ਪ੍ਰਾਈਵੇਟ ਨਰਸਿੰਗ, ਕਿਉਂਕਿ ਅਪਰੂਵਡ ਉਹਨਾਂ ਦੇ ਕੋਰਸ ਕੀਤੇ ਹੋਏ ਨੇ, ਤੇ ਉਹ ਨਰਸਿੰਗ ਦੇ ਕੋਰਸ ਤੋਂ ਬਾਅਦ ਜਦੋਂ ਉਹ ਪ੍ਰਾਈਵੇਟ ਸੇਵਾਵਾਂ ਮੁਹੱਈਆ ਕਰਾਉਣ ਲੱਗੇ ਤਾਂ ਸਿਹਤ ਮੰਤਰੀ ਕਹਿੰਦਾ ਤੁਹਾਡੇ ਤੇ ਪਰਚੇ ਕਰ ਦਾਂਗੇ ਜੇ ਤੁਸੀਂ ਪ੍ਰਾਈਵੇਟ ਪ੍ਰੈਕਟਿਸ ਕੀਤੀ। ਹੁਣ ਇਹਨਾਂ ਨੂੰ ਪੁੱਛੋ, ਇਹ ਸਲਾਹਕਾਰ ਲਾਉਂਦੇ ਨੇ ਕਿ ਉਹ ਗਵਰਨਮੈਂਟ ਤੋਂ ਕੋਈ ਟੈਸਟ ਪਾਸ ਸਲਾਹਕਾਰ ਨੇ, ਜਿਨ੍ਹਾਂ ਨੂੰ ਕੈਬਨਿਟ ਰੈਂਕ ਮਿਲੇ ਨੇ ਉਹ ਵੀ ਤਾਂ ਪ੍ਰਾਈਵੇਟ ਨੇ। ਸੋ ਇਸ ਕਰਕੇ ਉਹੀ ਜੋ ਸਿਹਤ ਮੰਤਰਾਲੇ ਨੇ ਉਹਨਾਂ ਕੋਵਿਡ ਵਾਰੀਅਰ ਨਾਲ ਕੀਤਾ, ਉਹੀ ਪਟਵਾਰੀਆਂ ਨਾਲ ਹੋ ਰਿਹਾ। ਅਸੀਂ ਜਿਹੜਾ ਕੋਵਿਡ ਦੇ ਦੌਰਾਨ ਜੀ ਸਾਡੇ ਮਹਿਕਮੇ ਨੇ ਮਤਲਬ ਸਾਨੂੰ ਚਲੋ ਕਈ ਜ਼ਿਲ੍ਹਿਆਂ ਦੇ ਵਿੱਚ ਪਟਵਾਰੀਆਂ ਦੀ ਮਤਲਬ ਸਨਮਾਨਿਤ ਵੀ ਕੀਤਾ ਗਿਆ। ਕੋਵਿਡ ਦੇ ਵਿੱਚ ਕੰਮ ਕਰਦਿਆਂ ਕਈਆਂ ਦੀ ਡੈਥ ਹੋਈ ਜੀ। ਅਸੀਂ ਸਾਡੀ ਮਤਲਬ ਇੰਨੀ ਜ਼ਿਆਦਾ ਕਹਿ ਦਿੰਦੇ ਆ ਕਿ ਆਪਾਂ ਜੌਬ ਵਾਲੀ ਗੱਲ, ਕਿ ਪਟਵਾਰੀ ਤਾਂ ਮੌਜਾਂ ਕਰਦੇ ਵਾਲੀ ਗੱਲ, ਬਟ ਕੀ ਸੀ ਸਾਡੀ ਕੋਵਿਡ ਦੇ ਵਿੱਚ ਡਿਊਟੀ ਇਹ ਹੁੰਦੀ ਸੀ ਕਿ ਜੇ ਕਿਸੇ ਦੀ ਕੋਵਿਡ ਦੇ ਨਾਲ ਡੈਥ ਹੋ ਜਾਂਦੀ ਸੀ ਕਿਸੇ ਵੀ, ਜਿਵੇਂ ਸਾਡਾ ਫਰਜ਼ ਕਰ ਲਓ ਮੋਗੇ ਤੋਂ ਆ, ਤਾਂ ਕਿਸੇ ਦੀ ਜੇ ਫਰੀਦਕੋਟ ਹੋਈ ਆ, ਜਲੰਧਰ ਹੋਈ ਆ, ਲੁਧਿਆਣੇ ਹੋਈ ਆ, ਤਾਂ ਪਟਵਾਰੀ ਨੇ ਪਰਿਵਾਰ ਦੇ ਨਾਲ ਜਾ ਕੇ ਉਹਨਾਂ ਨੂੰ ਡੈੱਡ ਬੋਡੀ ਰਿਸੀਵ ਕਰਵਾਉਣੀ ਤੇ ਕੋਲ ਖੜ ਕੇ ਸੰਸਕਾਰ ਕਰਵਾਉਣਾ। ਹੋਰ ਜਿਵੇਂ ਕੋਵਿਡ ਹੁੰਦੀ ਸੀ ਪਟਵਾਰੀਆਂ ਦੀ ਹੇਠਲੇ ਪੱਧਰ ਤੇ ਹੋਈ ਆ, ਉਹਨਾਂ ਨੂੰ ਅਪਾਇੰਟਮੈਂਟਾਂ ਹੋਈਆਂ ਨਾਲ। ਹਾਂਜੀ, ਜਿੱਦਾਂ ਕੋਈ ਫਲੱਡ ਆ ਜਾਂਦਾ ਉਹਦੇ ਵਿੱਚ ਕਿਸ਼ਤੀਆਂ ਦੇ ਵਿੱਚ ਬੈਠ ਕੇ ਮਤਲਬ ਡਿਜ਼ਾਸਟਰ ਮੈਨੇਜਮੈਂਟ ਦੇ ਵੀ ਇੰਨੇ ਕੰਮ ਨਾਲ ਦੀ ਨਾਲ ਕਰਦੇ ਰਹਿੰਦੇ ਆ ਟਾਈਮ ਟੂ ਟਾਈਮ, ਤੇ ਉਹਨਾਂ ਚੀਜ਼ਾਂ ਨੂੰ ਵੀ ਅਣਦੇਖਿਆ ਸਰਕਾਰ ਵੱਲੋਂ ਕੀਤਾ ਜਾ ਰਿਹਾ। ਕਮੈਂਟ ਆਇਆ PBX 3 ਬਠਿੰਡਾ ਵਾਲਿਆਂ ਦਾ, ਕਹਿੰਦੇ ਜਿੰਨਾ ਭੱਤਾ ਪਟਵਾਰੀਆਂ ਨੂੰ 1 ਸਾਲ 'ਚ ਸਰਕਾਰ ਦਿੰਦੀ ਹੈ, ਸਰਕਾਰ ਉਹਨਾਂ ਖਰਚਾ ਤਾਂ ਇੱਕ ਦਿਨ 'ਚ ਇੱਕ ਲੀਡਰ ਖਰਚ ਕੇ ਦਿੰਦਾ, ਕੁੱਲ ਮਿਲਾ ਕੇ ਸ਼ਰਮ ਦਾ ਘਾਟਾ। ਕੈਪਟਨ ਤੇ ਬਾਦਲ ਨੂੰ ਇਹ ਗੁੰਡੇ ਲੀਡਰ ਆਪਣੀਆਂ ਸਬਸਿਡੀਆਂ ਨਹੀਂ ਛੱਡਦੇ, ਆਪਣੀ ਆਮਦਨ ਤੇ ਇਨਕਮ ਟੈਕਸ ਵੀ ਸਰਕਾਰ ਵੱਲੋਂ ਪੇ ਕਰਾਉਂਦੇ ਨੇ, 5-5 7-7 ਪੈਨਸ਼ਨਾਂ ਲੈਂਦੇ ਨੇ। ਉਲਟਾ ਬਾਂਸ ਬਰੇਲੀ ਨੂੰ ਜਾਈ ਜਾਂਦਾ ਹੈ। ਦਵਿੰਦਰ ਸਿੰਘ ਕਹਿੰਦੇ ਜੀ ਟਵਾਣਾ ਸਾਹਿਬ ਉਲਟਾ ਕੰਮ ਹੋ ਗਿਆ, ਜੇਠ ਦੇ ਘਰ ਤਾਂ ਕਹਿੰਦੇ ਮੱਝ ਬੰਨ ਦੇਣੀ ਆ ਪਰ ਵਿਆਹੇ ਵਰੇ ਦਿਓਰ ਨੂੰ ਲੱਸੀ ਵੀ ਨਹੀਂ ਦੇਣੀ। ਗੱਲ ਉਹੀ ਹੈ ਜੀ, ਹੁਣ ਕੱਲ ਨੂੰ ਜਿਹੜੀ ਰੈਲੀ ਹੋਣ ਜਾ ਰਹੀ ਹੈ ਨਾ ਕਿ ਭਾਈ ਅਸੀਂ ਪੁਰਾਣੇ ਰੱਖ ਲੈਣੇ ਆ, ਜੇ ਸਿੱਧੇ ਹੋ ਕੇ ਕੰਮ ਕਰੋ ਤੁਸੀਂ, ਹੈ ਨਾ, ਥ੍ਰੈਟ ਹੀ ਆ ਕਿ ਨਵੀਂ ਅਪਾਇੰਟਮੈਂਟ ਨਹੀਂ। ਅੱਛਾ ਇੱਕ ਗੱਲ ਹੋਰ ਦੱਸੋ ਹਰਪ੍ਰੀਤ, ਕੀ ਕਾਰਨ ਹੈ ਕਿ ਇੰਨੀ ਬੇਰੁਜ਼ਗਾਰੀ ਹੈ? ਜੇ ਇਹ ਨਵੇਂ ਮੁੰਡੇ 1000 ਦੀ ਜਗ੍ਹਾ 4000 ਪੋਸਟ ਅਨਾਉਂਸ ਕਰ ਦਿੰਦੇ, ਇਹਨਾਂ ਨੂੰ ਦਿੱਕਤ ਕੀ ਹੈ? ਕੋਈ ਕਾਨੂੰਨ ਅੜਚਨ ਹੈ ਜਾਂ ਕਾਰਨ ਕੀ ਹੈ? ਕਾਰਨ ਆਪਾਂ ਨੂੰ ਵੀ ਪਤਾ ਜੀ ਕਿ ਜਿਹੜਾ ਅਸਲ ਦੇ ਵਿੱਚ ਕਾਰਨ ਮਤਲਬ ਮੁੱਖ ਕਾਰਨ ਇਹ ਆ ਜਾਂਦਾ ਵੀ ਕੁਛ ਕੁ ਤਾਂ ਆਪਣੇ ਲੋਕਾਂ ਦੇ ਵਿੱਚ ਅਵੇਅਰਨੈਸ ਨਹੀਂ ਹੈਗੀ ਜੀ, ਜਿਹੜੀ ਲੈਕ ਆਫ ਨੌਲੇਜ ਕਹਿ ਲਓ, ਲੈਕ ਆਫ ਐਜੂਕੇਸ਼ਨ ਕਹਿ ਲਓ। ਕਿ ਅੱਜ ਦੀ ਤਰੀਕ 'ਚ ਮੇਰੇ ਚਲੋ ਰਿਸ਼ਤੇਦਾਰੀ ਆ ਰਖੜੀ ਦਾ ਕਰਕੇ ਸੀਗਾ, ਹਜੇ ਸਿਰਫ ਉਹ ਬੱਚਾ 2ਜੀ ਕਲਾਸ ਦੇ ਵਿੱਚ ਆ ਜੀ, 2nd ਦੇ ਵਿੱਚ ਉਹ ਪੜ੍ਹ ਰਿਹਾ, ਕਨਵੈਂਟ ਸਕੂਲ 'ਚ ਪੜ੍ਹ ਰਿਹਾ। ਤੇ ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਵੀ ਕੀ ਅੱਗੇ ਕੀ ਕਰਨਾ? ਮੈਂ ਮਜ਼ਾਕੀਆ ਤੌਰ ਤੇ ਪੁੱਛਿਆ, ਕਹਿੰਦਾ 10 ਸਾਲ ਰਹਿ ਗਏ ਮੇਰੇ, ਉਸ ਤੋਂ ਬਾਅਦ ਮੈਂ ਆਈਲੈਟਸ ਕਰਨੀ ਆ ਤੇ ਮੈਂ ਬਾਹਰ ਚਲੇ ਜਾਣਾ।
ਮੁਲਕ ਛੱਡ ਦੇਣਾ। ਸੈਕਰਡ ਹਾਰਟ ਸਕੂਲ ਦੇ ਵਿੱਚ ਪੜ੍ਹ ਰਿਹਾ ਜੀ, ਸੈਕਿੰਡ ਦੇ ਵਿੱਚ ਆ ਹਜੇ ਬੱਚਾ। ਮੇਨ ਗੱਲ ਇਹ ਆ ਵੀ ਆਪਣੇ ਵਿੱਚ ਹਾਂਜੀ ਅਵੇਅਰਨੈਸ ਜਿਹੜੀ ਆ ਲੈਕ ਆਫ ਨੌਲੇਜ ਉਹ ਨਹੀਂ ਹੈਗੀ ਕਿ ਆਪਾਂ ਲੀਡਰਾਂ ਪਿੱਛੇ ਬਹੁਤ ਜਲਦੀ ਲੱਗ ਜਾਂਦੇ ਹਾਂ। ਕੋਈ ਵੀ ਪੋਲੀਟੀਕਲ ਪਾਰਟੀ ਆ, ਆਪਾਂ ਨਾਮ ਨਹੀਂ ਲਵਾਂਗੇ। ਤੇ ਦੂਸਰੀ ਗੱਲ ਇਹ ਆ ਕਿ ਜਿਹੜਾ ਖਜ਼ਾਨਾ ਜਿਹੜੇ ਸਰੋਤਾਂ ਦੇ ਨਾਲ ਭਰਿਆ ਜਾਣਾ ਸੀ, ਉਹ ਵਾਲੇ ਸਾਰੇ ਸਰੋਤ, ਚਾਹੇ ਉਹ ਸਰਕਾਰੀ ਬੱਸਾਂ ਹੋਣ, ਰੇਤਾ ਬੱਜਰੀ ਦਾ ਕੰਮ ਹੋਵੇ, ਸ਼ਰਾਬ ਦੇ ਠੇਕਿਆਂ ਦਾ ਕੰਮ ਹੋਵੇ, ਜਾਂ ਜਿੰਨੀਆਂ ਚੀਜ਼ਾਂ ਵੀ ਪ੍ਰਾਈਵੇਟਾਈਜੇਸ਼ਨ ਕੀਤੀ ਹੈ ਇਹਨਾਂ ਨੇ, ਉਹਦੇ ਕਰਕੇ ਖਜ਼ਾਨਾ ਖਾਲੀ ਹੋਇਆ ਪਿਆ। ਆਪਾਂ ਨੂੰ ਵੀ ਕਿੰਨੇ ਟਾਈਮ ਤੋਂ ਆਪਾਂ ਇਹੀ ਗੱਲਾਂ ਸੁਣਦੇ ਆ ਰਹੇ ਹਾਂ ਕਿ ਖਜ਼ਾਨਾ ਖਾਲੀ, ਖਜ਼ਾਨਾ ਖਾਲੀ। ਉਹ ਚੀਜ਼ ਦਾ ਕਰਕੇ ਸਰਕਾਰ ਨੂੰ ਇਹ ਆ ਕਿ ਜੇ ਅਸੀਂ ਨਵੇਂ ਬੰਦਿਆਂ ਨੂੰ ਰੱਖਾਂਗੇ, ਕੰਟਰੈਕਟ ਬੇਸ ਵਾਲਾ ਜਦੋਂ 97 ਦੇ ਵਿੱਚ ਬਾਦਲ ਸਾਹਿਬ ਦੀ ਸਰਕਾਰ ਬਣੀ ਸੀਗੀ, ਉਦੋਂ ਸ਼ੁਰੂ ਹੋਇਆ ਸੀਗਾ ਜੀ। ਤੇ ਉਦੋਂ ਤੋਂ ਇਹਨਾਂ ਨੇ ਇਹੀ ਚੀਜ਼ ਨੂੰ ਚਲਾਈ ਆ ਰਹੇ ਆ, ਕੰਟਰੈਕਟ ਬੇਸ ਚਲਾ ਲਿਆ। ਕਦੇ ਜਿਵੇਂ ਆਹ ਰੋਡਵੇਜ਼ ਦੇ ਵਿੱਚ ਕਿਲੋਮੀਟਰ ਸਕੀਮ ਦੇ ਉੱਪਰ ਰੱਖ ਲਈਆਂ। ਤਾਂ ਇਹਨਾਂ ਨੂੰ ਇਹ ਆ ਕਿ ਵਾਧੂ ਸਰਕਲ ਦੇ ਕੇ ਮਤਲਬ ਨਿੱਜੀ ਕਰਨਾ, ਕੁੱਲ ਮਿਲਾ ਕੇ ਸਾਰਾ ਕੁਝ ਨਿੱਜੀ ਕਰਨਾ। ਜੇ ਹੁਣ ਖੇਤੀ ਸੈਕਟਰ ਦਾ ਜਾਂ ਉਹਦਾ ਸਾਰਾ ਨਿੱਜੀਕਰਨ ਹੋ ਰਿਹਾ, ਵੀ ਨਿੱਜੀਕਰਨ ਕਿ ਕੰਪਨੀ ਨੂੰ ਦਿਓ, ਉਹਨਾਂ ਤੋਂ ਮੋਟੇ ਟੈਂਡਰ ਲਓ ਤੇ ਉਹ 6-6 ਹਜ਼ਾਰ ਤੇ ਸ਼ੋਸ਼ਣ ਕਰਦੇ ਆ ਬੱਚਿਆਂ ਦਾ, ਤੇ ਉਹਨਾਂ 'ਚ ਹਿੱਸੇ ਪੱਤੀਆਂ ਨੇ। ਉਹੀ ਚੀਜ਼ ਹੈ ਜੀ, ਉਹੀ ਚੀਜ਼ ਇੱਥੇ ਜੇ ਅਸੀਂ ਨਹੀਂ ਆਵਾਜ਼ ਚੱਕਦੇ ਤਾਂ ਇਹੀ ਕੰਮ ਸਰਕਾਰ ਨੇ ਕਰ ਦੇਣਾ ਸੀਗਾ ਕਿ ਆਨਲਾਈਨ ਸਭ ਕੁਝ ਕਰਕੇ ਕੰਪਨੀਆਂ ਨੂੰ ਸਾਰਾ ਦੇ ਕੇ। ਇਹ ਤਾਂ ਸ਼ੁਕਰ ਕਰੋ ਕਿ ਜਿਹੜਾ ਆਮ ਕੋਈ ਵੀ ਇਹਦੇ ਲਈ ਸਪੈਸ਼ਲ ਟ੍ਰੇਨਿੰਗ ਦੀ ਲੋੜ ਹੁੰਦੀ ਹੈ। ਅੱਛਾ, ਇੱਕ ਕਹਿੰਦੇ ਨੇ ਕਿ ਆਨਲਾਈਨ ਕੰਮ ਕਰ ਦਿੱਤਾ, ਕੰਮ ਤੁਹਾਡਾ ਘਟ ਗਿਆ। ਕੀ ਤੁਹਾਡੇ ਕੋਲ ਵਰਕਲੋਡ, ਜਿਵੇਂ 3-3 ਬੰਦਿਆਂ ਦਾ ਕੰਮ ਕਰਦੇ ਹੋ, ਵਰਕਲੋਡ ਹੈਗਾ ਇਹਨਾਂ ਪੋਸਟਾਂ, ਜਾਂ ਅਬੋਲਿਸ਼ ਕਰ ਰਹੇ ਨੇ, ਖਤਮ ਕਰ ਰਹੇ ਨੇ? ਕਿਉਂਕਿ ਲੈਂਡ ਰਿਕਾਰਡ ਦਾ ਕੰਮ ਵੀ ਬਹੁਤ ਵੱਧ ਗਿਆ। ਕੀ ਤੁਹਾਡੀ ਮਤਲਬ ਵਰਕ ਤੁਹਾਡੇ ਕੋਲ ਘੱਟ ਹੈ? ਇਹ ਵੀ ਇੱਕ ਕਾਰਨ ਆ ਸਰਕਾਰ ਦਾ ਐਕਸਕਿਊਜ਼ ਹੈ ਕਿ ਇੰਨਾ ਕੰਮ ਹੀ ਨਹੀਂ, ਹੁਣ ਤਾਂ ਆਨਲਾਈਨ ਹੋ ਗਿਆ ਸਾਰਾ ਕੁਝ? ਨਹੀਂ ਜੀ, ਇਹ ਸਰਕਾਰ ਦੀ ਕਹਿਣ ਦੀ ਗੱਲ ਆ ਕਿ ਕੰਮ ਆਨਲਾਈਨ ਹੋ ਗਿਆ। ਆਨਲਾਈਨ ਆਪਾਂ ਉਦੋਂ ਮੰਨਾਂਗੇ, ਹੁਣ ਅਸੀਂ ਕੋਈ ਕੰਮ ਕਰਵਾਉਣ ਜਾਂਦੇ ਆ ਜੀ, ਉੱਥੇ ਮੰਨ ਲਓ ਕੋਈ ਵੀ ਇੰਤਕਾਲ ਆ, ਅੱਗੇ ਪਟਵਾਰੀ ਨੇ ਰਿਕਾਰਡ ਦੇਖ ਕੇ ਇੰਤਕਾਲ ਦਰਜ ਕਰ ਦਿੰਦਾ ਸੀ। ਹੁਣ ਕੀ ਹੈ, ਇੱਕ ਤਾਂ ਸੌਫਟਵੇਅਰ ਜਿਹੜੇ ਬਣਾਏ ਆ ਜੀ, ਉਹਦੇ ਵਿੱਚ ਪਟਵਾਰੀਆਂ ਦੀ ਰਾਏ ਮਸ਼ਵਰਾ ਤਾਂ ਹੁਣ ਲਿਆ ਜਾਣ ਲੱਗਾ। ਉਹ ਵੀ ਅਸੀਂ ਕਿਹਾ ਵੀ ਇਹਦੇ ਵਿੱਚ ਸੌਫਟਵੇਅਰ ਜਿਹੜੇ ਤੁਸੀਂ ਬਣਾਏ ਆ ਉਹਨਾਂ 'ਚ ਪ੍ਰੋਬਲਮਸ ਬਹੁਤ ਜ਼ਿਆਦਾ ਆ। ਉਹਦੇ ਕਰਕੇ ਸੌਫਟਵੇਅਰ ਪ੍ਰੋਬਲਮਸ ਨੂੰ ਅੱਜ ਤੱਕ ਕਿਸੇ ਨੇ ਚੱਕਿਆ ਹੀ ਨਹੀਂ ਸੀਗਾ। ਉਹ ਕਿਤੇ ਸੌਫਟਵੇਅਰ 'ਚ ਕੋਈ ਪ੍ਰੋਬਲਮ ਆ ਜਾਂਦੀ ਸੀਗੀ, ਕਿਤੇ ਕੋਈ ਆ ਜਾਂਦੀ ਸੀਗੀ। ਕੋਈ ਵੀ ਅਸੀਂ ਜਦੋਂ ਇੰਤਕਾਲ ਦਰਜ ਕਰਦੇ ਆ ਨਾ, ਕੋਈ ਵੀ ਮੁਟੇਸ਼ਨ ਦਰਜ ਕਰਦੇ ਆ, ਉਹਦਾ ਪ੍ਰਿੰਟ ਆਊਟ ਲੈ ਕੇ ਉਹਨੂੰ ਫਿਰ ਦੁਬਾਰਾ ਮੈਨੂਅਲੀ ਚੈੱਕ ਕਰਦੇ ਆ। ਉਹਦੇ ਵਿੱਚ ਜੇ ਕੋਈ ਗਲਤੀ ਹੁੰਦੀ ਆ, 2-2 3-3 ਦਿਨ ਉਹਨੂੰ ਡਿਲੀਟ ਕਰਵਾਉਣ ਦੇ ਵਿੱਚ ਲੱਗ ਜਾਂਦੇ। ਸਾਨੂੰ ਤਾਂ ਸਗੋਂ ਮਤਲਬ ਮੈਨੂਅਲ ਨਾਲੋਂ ਜਿਹੜਾ ਆਨਲਾਈਨ ਕਹਿ ਲਓ ਜਾਂ ਕੰਪਿਊਟਰਾਈਜ਼ ਕਹਿ ਲਓ, ਉਹ ਜਿੰਨਾ ਟਾਈਮ ਸਾਡੇ ਆਪਦੇ ਹੱਥਾਂ ਦੇ ਵਿੱਚ ਨਹੀਂ ਦਿੰਦੇ, ਉਹਨਾਂ ਟਾਈਮ ਉਹ ਸਾਨੂੰ ਤਾਂ ਮੈਨੂਅਲ ਨਾਲੋਂ ਵੀ ਬਹੁਤ ਜ਼ਿਆਦਾ ਔਖਾ ਲੱਗ ਰਿਹਾ ਜੀ। ਇਹ ਸੌਖਾ ਨਹੀਂ ਹੋਇਆ ਇਹਦੇ ਨਾਲ। ਅੱਛਾ, ਇਹ ਇੱਕ ਸਵਾਲ ਆਇਆ ਸੁਖਦੇਵ ਸਿੰਘ ਖਹਿਰਾ ਦਾ, ਕਹਿੰਦੇ ਅੱਜ ਕੱਲ ਇੰਤਕਾਲ ਦਾ ਕੀ ਰੇਟ ਚੱਲਦਾ? ਪਹਿਲਾਂ ਤਾਂ ਇਹ 3000 ਰੁਪਏ ਪਰ ਏਕੜ ਸੀ। ਕੀ ਇਹ ਕੋਈ ਸਰਕਾਰੀ ਫੀਸ ਆ, ਜਾਂ ਫਿਰ ਇਹ ਜਿਹੜੇ ਖਰਚੇ ਤੁਸੀਂ ਕਰਦੇ ਹੋ ਉਹ ਇੱਥੋਂ ਹੀ ਕੱਢਦੇ ਹੋ? ਕਿਉਂਕਿ 120 ਰੁਪਏ ਕਮਰੇ ਦਾ ਕਿਰਾਇਆ ਮਿਲਦਾ, ਤੁਸੀਂ ਵੀ ਇੱਥੋਂ ਹੀ ਪੂਰੇ ਕਰਨੇ। ਨਹੀਂ, ਜਿਹੜੀ ਚਲੋ ਸੁਖਦੇਵ ਸਿੰਘ ਜੀ ਨੇ ਗੱਲ ਕੀਤੀ ਆ ਵੀ 300 ਰੁਪਏ ਪਰ ਏਕੜ ਵਾਲੀ ਜਿਹੜੀ ਗੱਲ ਕਹੀ ਆ ਜੀ, ਉਹ ਨਹੀਂ। 300 ਰੁਪਏ ਪਰ ਇੰਤਕਾਲ ਦੀ ਫੀਸ ਹੁੰਦੀ ਸੀ ਜੀ ਪਹਿਲਾਂ। ਤਾਂ ਸਰਕਾਰ ਨੇ ਆ ਪਿਛਲੇ ਸਮੇਂ ਦੇ ਵਿੱਚ ਵਧਾ ਕੇ, ਪਿਛਲੇ ਸਾਲ ਵਧਾਈ ਆ, 2020 ਦੇ ਵਿੱਚ ਵਧਾਈ ਆ ਜੀ, ਉਹ 600 ਰੁਪਇਆ ਪਰ ਇੰਤਕਾਲ ਕਰ ਦਿੱਤੀ ਆ। ਓਕੇ, ਇਹ ਕਹਿੰਦੇ ਰੇਟ 3000 ਰੁਪਏ ਪਰ ਏਕੜ ਚੱਲਦਾ, ਫਿਰ ਬਾਕੀ ਫਿਰ ਪਟਵਾਰੀ ਦੇ ਜਾਂ ਹੋਰ ਖਰਚੇ ਇਧਰਲੇ ਉਧਰਲੇ, ਹਨਾ? ਨਹੀਂ, ਉਹੀ ਆ ਜਾਂਦੀ ਹੈ ਜੀ ਗੱਲ ਕਿ ਜਿਹੜੀ ਛਵੀ ਪਹਿਲਾਂ ਬਣੀ ਹੋਈ ਆ, ਅਸੀਂ ਮੂਹਰੇ ਆਏ ਆ। ਚਲੋ ਆਪਣੀ ਪਹਿਲਾਂ ਵੀ ਗੱਲ ਹੁੰਦੀ ਰਹਿੰਦੀ ਆ, ਜਾਂ ਸੁਖਵਿੰਦਰ ਜੀ ਨੇ ਵੀ ਤੁਹਾਡੇ ਨਾਲ ਗੱਲ ਕੀਤੀ ਆ। ਅਸੀਂ ਉਸੇ ਜਿਹੜੀ ਖਰਾਬ ਹੋਈ ਛਵੀ ਆ, ਅਸੀਂ ਉਸੇ ਨੂੰ ਸੁਧਾਰਨ ਦੇ ਲਈ ਇਹ ਲੋਕਾਂ ਨੂੰ ਜਾਗਰੂਕ ਕਰ ਰਹੇ ਆ ਕਿ ਇਹਦਾ ਆਹ ਕਾਰਨ ਆ ਇਸ ਚੀਜ਼ ਦਾ। ਹੁਣ ਉਸ ਦਿਨ ਵੀ ਮੈਂ ਤੁਹਾਡੇ ਨਾਲ ਗੱਲ ਕੀਤੀ ਸੀ ਕਿ ਜੇ ਸਾਨੂੰ ਜੇ ਅਸੀਂ ਇਹ ਮੰਗ ਕਰ ਰਹੇ ਆ ਕਿ ਨਵੀਂ ਭਰਤੀ ਕੀਤੀ ਜਾਵੇ, ਅਸੀਂ ਤਾਂ ਪਟਵਾਰੀ ਲੱਗੇ ਹੋਏ ਆ, ਸਾਨੂੰ ਤਾਂ ਸਰਕਾਰ ਨੇ ਦੁਬਾਰਾ ਲਾ ਨਹੀਂ ਦੇਣਾ ਜੀ। ਲੱਗਣੇ ਤਾਂ ਜੇ ਸਾਨੂੰ ਕੋਈ ਏਡਾ ਲਾਲਚ ਹੋਵੇ ਕਿ ਸਾਨੂੰ ਕੰਮ ਜ਼ਿਆਦਾ ਆਊਗਾ ਤੇ ਅਸੀਂ ਅਗਲਾ ਕਹਿੰਦਾ ਆਪਾਂ ਕਾਹਨੂੰ ਸ਼ਰੀਕ ਰੱਖੀਏ, ਅਸਿਸਟੈਂਟ ਲੈ ਕੇ ਕੰਮ ਕਰਾਈ ਜੇ, ਜੇ ਤੋਂ ਤੁਹਾਨੂੰ ਫਾਇਦਾ ਹੋਵੇ, ਤੁਸੀਂ ਸ਼ਰੀਕ ਕਿਉਂ ਲਿਆਓ ਨਾਲ ਨਵਾਂ ਸਰਕਾਰੀ? ਹਾਂਜੀ। ਫਿਰ ਉਹੀ ਆ, ਸਾਨੂੰ ਜੇ ਏਦਾਂ ਦਾ ਕੋਈ ਲਾਲਚ ਹੋਵੇ ਤਾਂ ਅਸੀਂ ਕਿਉਂ ਏਦਾਂ ਦਾ ਕੰਮ ਕਰੀਏ ਜੀ। ਹਾਂਜੀ। ਬਾਕੀ ਜਿਹੜੀ ਫੀਸ ਵਾਲੀ ਗੱਲ ਕਹੀ ਆ ਇਹਨਾਂ ਨੇ, ਸੁਖਦੇਵ ਜੀ ਨੇ ਕਹੀ ਆ, ਆਪਣਾ ਜਿਹੜੇ ਭੱਤਿਆਂ ਵਾਲੀ ਗੱਲ ਕਹੀ, ਹਾਂਜੀ, ਜਿਹੜੀ ਭੱਤਿਆਂ ਵਾਲੀ ਗੱਲ ਕਹੀ ਆ, ਉਹਦੇ ਬਾਰੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਕਿ ਲੋਕ, ਜੇ ਤੁਸੀਂ ਲੋਕਾਂ ਦਾ ਕੋਈ ਵੀ ਪਟਵਾਰੀ ਹੈ ਨਾ ਜੀ, ਲੋਕਾਂ ਦੇ ਕੰਮ ਬਹੁਤ ਵਧੀਆ ਤਰੀਕੇ ਨਾਲ ਕਰ ਰਿਹਾ ਤਾਂ ਲੋਕ ਬਹੁਤ ਸਾਥ ਦਿੰਦੇ। ਮੇਰਾ ਜਿਹੜੇ ਤੁਹਾਡੇ 120 ਰੁਪਏ ਭੱਤਾ ਸੀ, ਜਿਵੇਂ ਇਹਨਾਂ ਨੇ ਇੰਤਕਾਲ ਦੀ ਫੀਸ 300 ਤੋਂ 600 ਕਰਤੀ, ਸਰਕਾਰੀ ਫੀਸ ਡਬਲ ਹੋ ਗਈ। ਜਿਹੜੇ ਤੁਹਾਡੇ ਭੱਤੇ ਸੀਗੇ, ਤੁਹਾਨੂੰ 120 ਰੁਪਏ ਰੂਮ ਰੈਂਟ ਮਿਲਦਾ ਹੈ,
ਇਹ ਵੀ ਵਧਾਇਆ ਜਾਂ ਇਹ ਪਹਿਲਾਂ ਹੀ ਉਹੀ ਬਾਬੇ ਆਦਮ ਵੇਲੇ ਦਾ ਉਹੀ ਚੱਲਿਆ ਹੁੰਦਾ 120 ਰੁਪਏ ਕਿਰਾਇਆ? ਅੱਜ ਕੱਲ ਕੌਣ ਦੇ ਦੂਗਾ ਕਮਰਾ 120 ਚ? ਨਹੀਂ ਜੀ, ਇਹ 70 ਰੁਪਏ ਹੁੰਦਾ ਸੀਗਾ ਜੀ ਮਹੀਨੇ ਦਾ ਕਿਰਾਇਆ। ਤੇ ਜਦੋਂ ਪਿਛਲੀ ਸਰਕਾਰ ਸੀਗੀ ਉਦੋਂ ਸਰਕਾਰ ਨੇ ਕਿਹਾ ਸੀ ਕਿ ਤੁਹਾਡੇ ਅਸੀਂ ਭੱਤੇ ਇਹ ਡਬਲ ਕਰ ਦਿੰਨੇ ਆ। ਡਬਲ ਕਰਕੇ ਕੀ ਹੋਇਆ ਕਿ 70 ਤੋਂ 140 ਕਰਤੇ। ਹੁਣ ਜਿਹੜੀ ਡਿਮਾਂਡ ਸਾਡੀ ਚੱਲ ਰਹੀ ਆ ਕਿ 3000 ਘੱਟ ਤੋਂ ਘੱਟ ਸਾਨੂੰ ਭੱਤਾ ਦਿਓ ਇਹ ਕਮਰੇ ਦਾ ਕਿਰਾਇਆ ਜਿਹੜਾ ਜੋ ਵੀ ਤੁਹਾਡੇ ਬਣਦੇ। ਹਾਂਜੀ, ਜਿਹੜੀ ਮੈਂ ਗੱਲ ਕਰ ਰਿਹਾ ਸੀਗਾ ਕਿ ਲੋਕ ਸਾਥ ਦਿੰਦੇ ਆ, ਤਾਂ ਮੈਂ ਜਿਸ ਤਰ੍ਹਾਂ ਲੋਕਾਂ ਉੱਥੇ ਪਿੰਡ ਦੇ ਵਿੱਚ ਬੈਠਦਾ, ਮੈਨੂੰ 30 ਕਿਲੋਮੀਟਰ ਇੱਕ ਦਿਨ ਦਾ ਵੱਧ ਪੈਂਦਾ ਜੇ ਮੈਂ ਪਿੰਡ ਜਾ ਕੇ ਬਹਿਣਾ ਬਜਾਏ ਕਿ ਮੈਂ ਵਰਕ ਸਟੇਸ਼ਨ ਜਿੱਥੇ ਸਾਨੂੰ ਸਰਕਾਰੀ ਦਫ਼ਤਰ ਮਿਲੇ ਆ। ਤੇ ਉਹ ਪਿੰਡ ਦੇ ਵਿੱਚ ਦਫ਼ਤਰ ਪਿੰਡ ਵਾਲਿਆਂ ਨੇ ਬਣਾ ਕੇ ਦਿੱਤਾ, AC ਲਾ ਕੇ ਦਿੱਤਾ, ਬਿਜਲੀ ਦਾ ਬਿੱਲ ਪਿੰਡ ਵਾਲੇ ਭਰਦੇ ਆ ਜੀ, ਤੇ ਇਨਵਰਟਰ ਉੱਥੇ ਲਵਾ ਕੇ ਦਿੱਤਾ, ਰੋਟੀ ਪਾਣੀ ਚਾਹ ਪਾਣੀ ਲੱਸੀ ਵਾਲਾ ਜਿਵੇਂ ਆਪਾਂ ਕਹਿ ਦਿੰਦੇ ਆ ਵੀ ਕਦੋਂ ਮਰਜੀ ਕੋਈ ਮਤਲਬ ਲੋਕ ਜੇ ਆਪਾਂ ਲੋਕਾਂ ਦਾ ਕੰਮ ਕਰਾਂਗੇ ਤਾਂ ਲੋਕ ਬਹੁਤ ਖੁਸ਼ ਹੋ ਕੇ ਵੀ ਆਪਾਂ ਵੀ ਕਦੇ ਉਹਨਾਂ ਨੂੰ ਜੇ ਨਹੀਂ ਜਵਾਬ ਦਿੰਦੇ ਤਾਂ ਉਹ ਵੀ ਕਦੇ ਕਿਸੇ ਗੱਲ ਦੇ ਲਈ ਜਵਾਬ ਨਹੀਂ ਦਿੰਦੇ। ਮੈਂ ਤਾਂ ਮੇਰਾ ਆਪਣਾ ਦਫ਼ਤਰ ਆ ਜਿਹੜਾ ਉਹ ਪਿੰਡ ਦੇ ਸਰਕਾਰੀ ਥਾਂ ਦੇ ਵਿੱਚ ਆ ਜੀ, ਉਹਦਾ ਬਿਜਲੀ ਦਾ ਬਿੱਲ ਪਿੰਡ ਵੱਲੋਂ ਭਰਿਆ ਜਾਂਦਾ, ਇਨਵਰਟਰ ਉਹਨਾਂ ਨੇ ਲਵਾ ਕੇ ਦਿੱਤਾ ਹੋਇਆ, ਤੇ ਰੋਟੀ ਪਾਣੀ ਹੈ ਜਿਹੜੀ ਉਹ ਬਕਾਇਦਾ ਉੱਥੇ ਗੁਰਦੁਆਰਾ ਸਾਹਿਬ ਇਤਿਹਾਸਕ ਤੇ ਉਹਦੇ ਲੰਗਰ ਦੇ ਵਿੱਚੋਂ ਸਾਡਾ ਪ੍ਰਸ਼ਾਦਾ ਪਾਣੀ ਵੀ ਆਉਂਦਾ। ਚੜਿੱਕ ਪਿੰਡ ਦੇ ਵਿੱਚ ਹੈ ਤੁਹਾਡਾ ਜਾਂ ਦੌਦਰ? ਚੜਿੱਕ ਪਿੰਡ ਦੇ ਵਿੱਚ। ਮੇਰਾ ਖੁਦ ਦਾ ਪਿੰਡ ਦੌਲਤਪੁਰਾ ਜੀ। ਅੱਛਾ, ਦੌਲਤਪੁਰਾ ਚੜਿੱਕ ਪਿੰਡ ਮੇਰੀ ਡਿਊਟੀ ਹੈ ਜੀ। ਹਾਂਜੀ ਜੀ। ਸੋ ਕੀ ਲੱਗਦਾ ਕਿ ਸਰਕਾਰ ਪਊਗੀ ਕਿਸੇ ਵਾਢੇ? ਪਰ ਆ ਕੱਲ ਵਾਲੀ ਖਬਰ ਤਾਂ ਜੀ ਵੀ ਹੈ ਜਿਹੜੀ ਕੱਲ ਨੂੰ ਛਪਣੀ ਹੈ ਕਿ ਭਾਈ 2500 ਤੇ ਪੁਰਾਣੇ ਪਟਵਾਰੀ ਰੱਖ ਲਏ, 25000 ਤੇ ਸੌਰੀ ਹੈ ਨਾ, ਕਿ ਇਹਦੇ ਵਿੱਚ ਇਹ ਹੈ ਜੀ ਸਰਕਾਰ ਨੇ ਹਥਕੰਡਾ ਇੱਕ ਅਪਣਾਇਆ ਜੀ ਇਹ ਕਿ ਸਾਨੂੰ ਉਹ ਨਹੀਂ ਹੁੰਦਾ ਜੀ ਕ੍ਰਾਸ ਸਾਨੂੰ ਕੀਤਾ ਇਹਦੇ ਨਾਲ ਕਿ ਅਸੀਂ ਠੀਕ ਆ ਤੁਸੀਂ ਨਹੀਂ ਕੰਮ ਕਰਦੇ ਨਾ ਕਰੋ, ਤੇ ਜਿਹੜਾ ਅਸੀਂ ਇਹ ਤੁਹਾਡੀ ਜਗ੍ਹਾ ਤੇ ਇਹ ਰੱਖ ਰਹੇ ਹਾਂ। ਤੇ ਅੱਜ ਵੀ ਗੱਲ ਸੁਖਵਿੰਦਰ ਜੀ ਨਾਲ ਵੀ ਮੈਂ ਬਾਈ ਨਾਲ ਕਰ ਰਿਹਾ ਸੀਗਾ ਗੱਲ ਕਿ ਇਹਨੂੰ ਸਾਡੇ ਮਤਲਬ ਲੋਕਾਂ ਵੱਲੋਂ ਵਰਡ ਦਿੱਤਾ ਜਾ ਰਿਹਾ ਕਿ ਸਟ੍ਰਾਈਕ ਤੇ ਆ ਅਸੀਂ, ਬਟ ਇਹ ਆ ਕਿ ਸਟ੍ਰਾਈਕ ਆਪਾਂ ਉਹਨੂੰ ਕਹਿ ਦਿੰਦੇ ਹਾਂ ਜਦੋਂ ਆਪਾਂ ਕੰਮ ਬੰਦ ਕਰਤਾ, ਪੈਨ ਡਾਊਨ ਕਰਤਾ ਜੀ। ਪਰ ਇਹ ਆ ਸਰਕਾਰ ਸਾਨੂੰ ਇੱਕ ਸਰਕਲ ਦੀ ਤਨਖਾਹ ਦਿੰਦੀ ਆ, ਅਸੀਂ ਇੱਕ ਸਰਕਲ ਦਾ ਕੰਮ ਕਰ ਰਹੇ ਹਾਂ ਜੀ, ਹਜੇ ਵੀ ਕਰ ਰਹੇ ਹਾਂ, ਅੱਜ ਦੀ ਤਰੀਕ ਦੇ ਵਿੱਚ ਵੀ ਇੱਕ ਸਰਕਲ ਦਾ ਕੰਮ ਕਰ ਰਹੇ ਹਾਂ। ਉਹ ਤਾਂ ਕਿਸਾਨ ਵੀ ਕਹਿੰਦੇ ਕੰਮ ਰੁਕਿਆ ਪਿਆ ਸਾਰਾ, ਬਾਕੀ ਸਰਕਲਾਂ ਦਾ ਤੁਸੀਂ ਜਿਹੜੀ ਤੁਹਾਡੀ ਆਫੀਸ਼ੀਅਲੀ ਡਿਊਟੀ ਹੈ ਕਾਨੂੰਨਨ ਤੁਹਾਡੇ ਤੇ ਐਕਸ਼ਨ ਹੀ ਨਾ ਲੈ ਸਕਦੇ ਇਹ ਵੀ ਤੁਸੀਂ ਜ਼ਿਆਦਾ ਕੰਮ ਕਿਉਂ ਨਹੀਂ ਕਰਦੇ, ਹਨਾ। ਜਿਹੜਾ ਕੈਪਟਨ ਸਾਹਿਬ ਦਾ ਜੀ ਇਹ ਜੱਦੀ ਪਿੰਡ ਆ ਨਾ, ਉਹ ਵੀ ਉੱਥੇ ਅੱਜ ਦੀ ਤਰੀਕ ਦੇ ਵਿੱਚ ਕੋਈ ਪਟਵਾਰੀ ਨਹੀਂ, ਉਹ ਵੀ ਵਾਧੂ ਸਰਕਲ ਦੇ ਵਿੱਚ ਹੈ। ਹਾਂ, ਉਹ ਤੇ ਸਕੂਲ ਮਾਸਟਰ ਵੀ ਨਹੀਂ ਕੋਈ ਮਹਾਰਾਜ ਪਿੰਡ ਚ, ਨਾਲੇ ਕਾਂਗੜ ਦਾ ਇਲਾਕਾ ਇਹ। ਬਹੁਤ ਸਾਰੇ ਪਿੰਡ ਏਦਾਂ ਦੇ ਹੈਗੇ ਆ ਜਿਹਦੇ ਵਿੱਚ ਜਿਹੜੇ ਮੰਤਰੀਆਂ ਸੰਤਰੀਆਂ ਦੇ ਪਿੰਡ ਨੇ, ਬਟ ਉਹ ਅੱਜ ਦੀ ਤਰੀਕ ਦੇ ਵਿੱਚ ਪਟਵਾਰੀਆਂ ਤੋਂ ਸੱਖਣੇ ਆ ਜੀ, ਉਹਨਾਂ ਦੇ ਵਿੱਚ ਪਟਵਾਰੀ ਨਹੀਂ ਅੱਜ ਦੀ ਤਰੀਕ ਦੇ ਵਿੱਚ ਹੈਗੇ। ਤੇ ਜਿਹੜਾ ਅਸੀਂ ਕੰਮ ਛੱਡਿਆ ਇਹ ਸਿਰਫ ਵਾਧੂ ਸਰਕਲਾਂ ਦਾ ਛੱਡਿਆ। ਜਿਵੇਂ ਅੱਜ ਆਪਾਂ ਕਹਿੰਦੇ ਆ ਕਿ ਬਾਹਰ ਜਾ ਰਹੇ ਆ ਇੱਥੋਂ ਜਵਾਨੀ ਬਾਹਰ ਜਾ ਰਹੀ ਆ, ਉੱਥੇ ਹੁਣ ਮੈਂ ਅੱਗੇ ਵੀ ਦੱਸਿਆ ਸੀਗਾ ਕਿ ਸਾਡੇ ਆਪਣੀ ਫੈਮਿਲੀ ਦੇ ਵਿੱਚੋਂ ਬਹੁਤ ਜਾਣੇ ਬਾਹਰ ਨੇ, ਤਾਂ ਉੱਥੇ ਕੀ ਆ ਜੇ ਤੁਸੀਂ ਓਵਰ ਟਾਈਮ ਕੰਮ ਕਰਦੇ ਹੋ ਜਾਂ ਤੁਸੀਂ ਜ਼ਿਆਦਾ ਕੰਮ ਕਰਦੇ ਹੋ ਤਾਂ ਤੁਹਾਨੂੰ ਡੂਢੀ ਤਨਖਾਹ ਮਿਲਦੀ ਆ। ਜੇ ਤੁਸੀਂ ਘੰਟੇ ਦਾ $20 ਲੈਂਦੇ ਹੋ ਤਾਂ ਓਵਰ ਟਾਈਮ ਦੇ $30 ਦਿੱਤੇ ਜਾਂਦੇ ਆ। ਇੱਥੇ ਤਾਂ ਜੀ 3 ਛੱਡੋ, ਤੁਹਾਨੂੰ ਪਿਛਲੀ ਵਾਰੀ ਵੀ ਜਦੋਂ ਮੈਂ ਕਾਲ ਕਰੀ ਸੀ ਕਿ 34 ਪਟਵਾਰ ਸਰਕਲਾਂ ਦਾ ਕੰਮ ਇੱਕ ਪਟਵਾਰੀ ਸਾਂਭ ਰਿਹਾ, ਜਿਹਦੇ ਵਿੱਚ 82 ਪਿੰਡ ਪੈਂਦੇ ਨੇ ਜੀ, ਤੇ 82 ਪਿੰਡਾਂ ਦਾ ਕੰਮ ਹੁਣ ਜੇ ਇੰਨਿਆਂ ਦਾ ਸਾਂਭ ਰਿਹਾ, ਹੁਣ ਜੇ ਸਰਕਾਰ ਇੰਨੀ ਹੀ ਮਤਲਬ ਲੋਕ ਹਿੱਤ ਹੋਵੇ ਜਾਂ ਮਤਲਬ ਇੰਨੀ ਸੁਹਿਰਦ ਹੋਵੇ ਤਾਂ ਜੇ 10,000 ਉਹ 10,000 ਤੇ ਕੰਮ ਕਰ ਰਿਹਾ ਪਟਵਾਰੀ, ਉਹ ਜੇ 34 ਦਾ ਕਰ ਰਿਹਾ ਤੇ ਉਹਨੂੰ ਉਨੇ ਗੁਣਾ ਵੱਧ ਦੇਵੇ ਤਨਖਾਹ। ਬਿਲਕੁਲ, ਉਹ ਤਾਂ ਵਰਕੋ ਤੋਂ ਜ਼ਿਆਦਾ ਲਿਆ ਜਾ ਰਿਹਾ ਨਾ, ਉਹ ਤੋਂ ਫਿਰ ਦੇਣੇ ਬਣਦੇ ਆ। ਹਾਂਜੀ, ਫਿਰ ਤਾਂ 3,40,000 ਇੱਕ ਜਣੇ ਨੂੰ ਤਨਖਾਹ ਦੇਵੇ ਜੀ। ਬਿਲਕੁਲ। ਸੋ ਕੋਈ ਨਹੀਂ, ਕੱਲ ਅਪਡੇਟ ਕਰਾਂਗੇ ਹਰਪ੍ਰੀਤ ਜੀ, ਕੱਲ ਦੀ ਉਸ ਤੇ ਕੱਲ ਕੀ ਐਵੇਂ ਤੁਹਾਡੀ ਫਿਰ ਪੋਡਾ ਗਰਾਊਂਡ 'ਚ ਪਟਿਆਲੇ ਰੈਲੀ ਹੈ, ਹੁਣ ਤਾਂ ਰੈਲੀਆਂ ਦਾ ਸ਼ਹਿਰ ਹੋ ਗਿਆ ਪਟਿਆਲਾ। ਅੱਜ ਮੈਂ ਬਾਹਰ ਸੀ, ਮੁਲਾਕਾਤ ਨਹੀਂ ਹੋ ਸਕੀ। ਆਈ ਵਿਲ ਟਰਾਈ, ਜੇ ਮੈਂ ਕੱਲ ਮੈਂ ਇੱਕ ਧੂਰੀ ਸਾਈਡ ਗਿਆ ਸੀ ਇੱਕ ਮਸਲੇ ਤੇ, ਸ਼ੇਰਪੁਰ ਧੂਰੀ, ਤੇ ਜੇ ਮੈਂ ਕੱਲ ਹੋਇਆ ਤਾਂ ਮੁਲਾਕਾਤ ਹੋਏਗੀ। ਥੈਂਕ ਯੂ ਹਰਪ੍ਰੀਤ ਜੀ, ਮਿਹਰਬਾਨੀ। ਆਪਣਾ ਜੇ ਤੁਸੀਂ ਨੰਬਰ ਅਨਾਉਂਸ ਕਰਨਾ ਚਾਹੋ ਤਾਂ ਦੇ ਸਕਦੇ ਹੋ, ਤੁਹਾਡੇ ਇਲਾਕੇ ਦੇ NRI ਸਰਜਨ ਬੜੇ ਨੇ, ਕੋਈ ਜੇ ਨੰਬਰ ਦੇਣਾ ਚਾਹੋ ਤਾਂ। ਹਾਂਜੀ, ਮੈਂ ਨੰਬਰ ਵੀ ਅਨਾਉਂਸ ਕਰ ਦਿੰਦਾ। ਤੇ ਇੱਕ ਮੈਂ ਹੋਰ ਅਪਡੇਟ ਦੇਣਾ ਚਾਹੂੰਗਾ ਜੀ ਕਿ ਅੱਗੇ ਜਿਹੜਾ ਸਾਡਾ ਸੰਘਰਸ਼ ਦਾ ਅਸੀਂ ਅਗਲਾ ਸਟੈਪ ਸਾਡਾ ਇਹ ਆ ਕਿ ਵੈਸੇ ਤਾਂ ਸਾਡੀ ਮੀਟਿੰਗ ਹੋਊਗੀ, ਉਹਦੇ ਵਿੱਚ ਜੋ ਫੈਸਲਾ ਹੋਊਗਾ, ਪਰ ਅਸੀਂ 31 ਤਰੀਕ ਤੱਕ ਕੰਪਿਊਟਰਾਈਜ਼ ਕੰਮ ਕਰਾਂਗੇ। ਜੇ ਸਰਕਾਰ ਸਾਨੂੰ ਕੰਪਿਊਟਰ ਦੇਣ ਦੇ ਹੱਕ ਦੇ ਵਿੱਚ ਨਹੀਂ ਆਉਂਦੀ ਤਾਂ ਅਸੀਂ 1 ਸਤੰਬਰ ਤੋਂ ਜਿਹੜਾ ਮੈਨੂਅਲ ਕੰਮ ਅੱਗੇ ਚੱਲਦਾ ਸੀ ਕਿ ਪਟਵਾਰੀ ਕੋਲੋਂ ਹੀ ਫਰਦ ਮਿਲੂਗੀ, ਉਹ ਵਾਲਾ ਕੰਮ ਸ਼ੁਰੂ ਕਰ ਦੇਣਾ ਜੀ।
ਤੇ ਜਿਹੜਾ ਇਹ ਕੰਪਿਊਟਰ ਦਾ ਅਸੀਂ ਬਾਈਕਾਟ ਕਰਕੇ ਇਹ ਬੰਦ ਕਰ ਦਾਂਗੇ। ਤੇ ਜਿਹੜਾ ਮੇਰਾ ਆਪਣਾ ਮੋਬਾਈਲ ਨੰਬਰ ਹੈ ਜੀ, ਉਹ ਮੈਂ ਬੋਲ ਕੇ ਦੱਸ ਦਿੰਦਾ, 80544 44438 ਜੀ। ਦੁਬਾਰਾ ਰਿਪੀਟ ਕਰ ਦਿੰਦਾ ਜੀ, 80544 44438। 80544 44438 ਜੀ। ਹਾਂਜੀ 44438। ਅੱਛਾ 44438 80544 44438। ਹਾਂਜੀ ਜੀ। ਸੋ ਧੰਨਵਾਦ ਹਰਪ੍ਰੀਤ ਸਿੰਘ ਜੀ, ਬਹੁਤ ਬਹੁਤ ਧੰਨਵਾਦ, ਮਿਹਰਬਾਨੀ। ਦੇਖੋ ਧੰਨਵਾਦ ਜੀ, ਬਹੁਤ ਬਹੁਤ ਜੀ। ਤਾਲੀਮ ਯਾਫਤਾ ਨੌਜਵਾਨ ਨੇ ਜਿਹੜੇ, ਹਾਲਾਂਕਿ ਕੁਆਲੀਫਿਕੇਸ਼ਨ ਭਾਵੇਂ ਬਹੁਤ ਘੱਟ ਇਹਦੀ ਹੈ ਜ਼ਰੂਰਤ, ਪਰ ਫਿਰ ਵੀ ਇੰਨੇ ਵੈਲ ਹਾਈ ਕੁਆਲੀਫਾਈਡ ਲੋਕ, ਲਿਟਰੇਚਰ ਨਾਲ ਜੁੜੇ ਲੋਕ ਨੇ। ਪਰ ਇਹਦੇ 'ਚ ਕਾਰਨ ਹੈ ਕਿ ਰਿਸ਼ਵਤ ਉਪਜਦੀ ਕਿਉਂ ਹੈ, ਕਾਰਨ ਕੀ ਹੈ, ਮਜਬੂਰ ਕਿਉਂ ਕੀਤਾ ਜਾਂਦਾ? ਹੁਣ ਜਦੋਂ ਇਹਨਾਂ ਵਰਕਫੋਰਸ ਦੀ ਲੋੜ ਹੈ ਤਾਂ ਫਿਰ ਇੰਨੀਆਂ ਭਰਤੀਆਂ ਕਿਉਂ ਨਹੀਂ ਕੀਤੀਆਂ ਜਾ ਰਹੀਆਂ? ਜਿਹੜੇ ਰਿਟਾਇਰਡ ਹੋ ਚੁੱਕੇ ਨੇ, ਬਿਮਾਰ ਨੇ, ਜਿਹੜੀ ਰਿਟਾਇਰਮੈਂਟ 'ਚ ਬੈਠੇ ਨੇ ਲੋਕੀ, 30-30 ਹਜ਼ਾਰ ਉਹਨਾਂ ਦੀ ਆਲਰੇਡੀ ਪੈਨਸ਼ਨ ਹੈ, ਤੇ ਉਹਨਾਂ ਨੂੰ 25-25 ਹਜ਼ਾਰ ਰੁਪਏ ਹੋਰ ਦੇ ਰਹੇ ਹੋ ਕਿ ਤੁਹਾਨੂੰ ਨਹੀਂ ਦੇਣੀ, ਛੜੇ ਜੇਠ ਨੂੰ ਹੀ ਮੱਝ ਸਮਾਉਣੀ ਹੈ ਨਾ। ਇਹ ਗੱਲ ਗਲਤ ਹੈ। ਵਤੀਰਾ ਸੋਚਣ ਦੀ ਜ਼ਰੂਰਤ ਹੈ ਕਿ ਜਿਹੜੇ ਬੇਰੁਜ਼ਗਾਰ ਨੌਜਵਾਨ ਨੇ, ਕਿਉਂਕਿ ਨੌਕਰੀ ਮਿਲਦੀ ਹੈ, ਪੈਸ਼ਨ ਹੁੰਦਾ, ਵੱਧ ਕੰਮ ਕਰਦਾ, ਕਈਆਂ ਦੇ ਰਿਸ਼ਤੇ ਨਾਤੇ ਜੁੜਦੇ ਨੇ, ਸੋ ਉਹ ਕੰਮ ਕਰਨ ਦੀ ਜ਼ਰੂਰਤ ਹੈ। ਜੇ ਇੱਥੇ ਜੌਬ ਮਿਲ ਜਾਵੇ ਤੇ ਕੋਈ 10-10, 20-20 ਲੱਖ ਰੁਪਏ, 30-30 ਲੱਖ ਰੁਪਏ ਦੇ ਕੇ ਵਿਦੇਸ਼ਾਂ ਨੂੰ ਕਿਉਂ ਜਾਵੇ? ਪ੍ਰੋਬਲਮ ਇਸ ਗੱਲ ਦੀ ਹੈ। ਹੁਣ ਜੌਬ ਮਿਲਦੀ ਹੈ 6200 ਰੁਪਏ ਦੀ, ਜੇ ਪਟਵਾਰੀ ਭਰਤੀ ਹੁੰਦਾ 10,000 ਰੁਪਏ ਦੀ ਜੌਬ ਹੈ ਨਾ। 5 ਸਾਲ ਇਹੀ ਕੁਝ ਚੱਲਣਾ ਤੇ ਕੌਣ ਕੰਮ ਕਰੇਗਾ ਇੱਥੇ? ਸੋ ਇਸ ਕਰਕੇ ਜੇ ਨਿੱਜੀਕਰਨ ਨੂੰ ਮੋਦੀ ਸਰਕਾਰ ਵਧਾਵਾ ਦੇ ਰਹੀ ਹੈ ਤੇ ਕਪਤਾਨ ਸਾਹਿਬ ਵੀ ਉਸੇ ਪਾਸੇ ਤੁਰੇ ਨੇ। ਸੋ ਇਹ ਬਹੁਤ ਸਾਰੇ ਕਾਰਨ ਸਾਨੂੰ ਪੜਚੋਲਣੇ ਹੋਣਗੇ। ਸੋ ਮਹਿਕਮੇ ਦੇ ਅੰਦਰਲੀਆਂ ਜਿਹੜੀਆਂ ਗੱਲਾਂ ਨੇ ਉਹਨਾਂ ਦੇ ਹਾਲਾਤ ਹੋਰ ਹੁੰਦੇ ਨੇ। ਤੇ ਸਾਡੇ ਇਹਨਾਂ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਅਰਲਿੰਗਟਨ ਫਿਊਲ ਸਟਾਪ, ਵਾਸ਼ਿੰਗਟਨ ਸਟੇਟ ਦੇ ਵਿੱਚ 1801 ਪਾਇਨੀਅਰ ਈਸਟ ਹਾਈਵੇ, ਐਗਜ਼ਿਟ 208 ਤੇ। ਇੱਥੇ ਤੁਹਾਨੂੰ ਕਾਫੀ, ਈਮੇਲ, ਫੈਕਸ ਕਰਨ ਦੀ ਸੁਵਿਧਾ ਤੇ ਟਰੱਕ ਪਾਰਕਿੰਗ ਫ੍ਰੀ ਹੈ, ਨਾਲ ਟਰੱਕਾਂ ਦਾ ਸਾਜੋ ਸਮਾਨ ਸਮੱਗਰੀ ਖਰੀਦ ਸਕਦੇ ਹੋ। ਦੂਜੀ ਲੋਕੇਸ਼ਨ ਹੈ ਇਹਨਾਂ ਦੀ ਲਾਸਟ ਹਿਲ ਟਰੈਵਲ ਸੈਂਟਰ, 14814 ਲੋਮਾ ਸਟਰੀਟ, ਐਗਜ਼ਿਟ 278 ਤੇ। ਇੱਥੇ ਤੁਹਾਨੂੰ ਫ੍ਰੀ ਚਾਹ, ਸ਼ਾਵਰ, ਲਾਂਡਰੀ ਤੇ ਓਵਰਨਾਈਟ ਟਰੱਕ ਪਾਰਕਿੰਗ ਫ੍ਰੀ ਹੈ। ਇੱਥੇ ਨਾਲ ਲਿਕਰ ਸ਼ਾਪ ਵੀ ਹੈ, ਸਾਦਪ ਜੋ ਕਰੋ ਫ੍ਰੀ ਨਹੀਂ ਹੈ। ਸੋ ਲਾਸਟ ਹਿਲ ਟਰੈਵਲ ਸੈਂਟਰ, 14814 ਲੋਮਾ ਸਟਰੀਟ, ਲਾਸਟ ਹਿਲ, ਐਗਜ਼ਿਟ 278 ਤੇ। ਬਲਵੀਰ ਸਿੰਘ ਉਸਮਾਨਪੁਰ ਹੋਰਾਂ ਦਾ ਡੈਲਟਾ ਫਿਊਲ ਕੰਪਨੀ ਤੇ ਮੋਬਾਈਲ ਐਕਸ਼ਨ ਮੈਰਾਥਨ ਫਿਊਲ ਕੰਪਨੀ ਦਾ ਕਾਰੋਬਾਰ ਹੈ, ਜਿੱਥੋਂ ਤੁਸੀਂ ਲੈ ਸਕਦੇ ਹੋ। ਜਿਹੜੇ ਗੈਸ ਸਟੇਸ਼ਨ ਓਨਰ ਆਪਰੇਟਰ ਵੀਰ ਨੇ ਉਹ ਉੱਥੋਂ ਫਿਊਲ ਤੇ ਫਰੈਂਚਾਈਜ਼ ਜਿਹੜੇ ਨੇ ਲੈ ਸਕਦੇ ਨੇ। ਤੇ ਤੁਸੀਂ ਕੋਈ ਡੀਲ ਬਣਾਉਣੀ ਆ ਤਾਂ ਨੰਬਰ ਹੈ 425-232-8413। ਹਰਜਾਪ ਸਿੰਘ ਹੋਰਾਂ ਦਾ, ਜੋ ਬਲਵੀਰ ਸਿੰਘ ਦੇ ਭਰਾ ਨੇ, 4252328413 ਨੰਬਰ ਹੈ ਹਰਜਾਪ ਸਿੰਘ ਹੋਰਾਂ ਦਾ। ਇਸ ਫਰਮ ਤੋਂ ਤੁਸੀਂ, ਇਸ ਕੰਪਨੀ ਤੋਂ ਤੁਸੀਂ ਬ੍ਰਾਂਡਡ ਤੇ ਅਨਬ੍ਰਾਂਡਡ ਡੀਜ਼ਲ ਵੀ ਲੈ ਸਕਦੇ ਹੋ। 2-3 ਕਾਲ ਲਾਈਨ ਤੇ ਨੇ। ਕੁਐਂਟਰੀ ਤੋਂ ਗੁਰਵੀਰ ਜੀ ਜੁੜੇ ਨੇ, ਉਸ ਤੋਂ ਪਹਿਲਾਂ 5539 ਨੰਬਰ ਸ਼ਾਇਦ ਕੈਨੇਡਾ ਤੋਂ ਆ ਜੀ। ਵੈਲਕਮ ਸਰ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਪਟਵਾਰੀ ਸਾਹਿਬ, ਮੈਂ ਅਮਰਪਾਲ ਬੋਲਦਾ। ਮੇਰਾ ਸਵਾਲ ਸੀ ਵੀ ਮੈਂ ਸਰਵਰਾ ਨੰਬਰਦਾਰ ਜੀ। ਪਟਵਾਰੀ ਸਾਹਿਬ ਤਾਂ ਚਲੇ ਗਿਆ, ਹੁਣ ਤਾਂ ਮੈਂ ਹੀ ਆ ਜੀ ਪੱਤਰਕਾਰ। ਅੱਛਾ ਜੀ, ਮੈਂ ਹੀ ਪੁੱਛਣਾ, ਮੈਂ ਸਰਵਰਾ ਤੇ ਵੀ ਦੋਨੇ ਕਰਿਆ ਕਰੀਏ? ਇੱਕ ਬਾਪੂ ਜੀ ਦੂਜੇ ਨੰਬਰਦਾਰ, ਮੈਂ ਸਰਵਰਾ ਜਾਨੀ। ਅੱਛਾ, ਤੁਸੀਂ ਸਰਵਰ ਆਓ, ਕੋਈ ਨਹੀਂ, ਤੁਹਾਨੂੰ ਨੰਬਰ ਦੇ ਦਾਂਗੇ, ਗੱਲ ਕਰ ਲਿਓ ਦਿਨੇ। ਕੋਈ ਹੁਣ ਚਲੇ ਗਏ ਨੇ ਐਕਚੁਅਲੀ ਉਹ। ਠੀਕ ਹੈ, ਮਿਹਰਬਾਨੀ ਜੀ, ਥੈਂਕ ਯੂ। ਅੱਛਾ, ਇਹਨਾਂ ਦੇ ਫਾਦਰ ਸਾਹਿਬ ਨੰਬਰਦਾਰ ਨੇ, ਸਰਵਰਾ ਨੇ। ਇਹ ਬਾਈ ਜੀ ਆਪਣੇ ਪੁਰਾਣੇ ਸਰੋਤੇ ਨੇ, ਬੀਲੇ ਵਾਲੇ ਤੋਂ ਅਮਰਤਪਾਲ ਸਿੰਘ। ਤੇ ਕੁਐਂਟਰੀ ਤੋਂ ਬਾਈ ਜੀ ਗੁਰਵੀਰ, ਸਵਾਗਤ ਹੈ ਤੁਹਾਡਾ ਯੂਕੇ ਤੋਂ। ਹਾਂਜੀ ਟਵਾਣਾ ਜੀ, ਮੈਂ ਤਾਂ ਇਹ ਕਹਿਣਾ ਸੀ, ਜਿੱਦਾਂ ਨਹੀਂ ਕਹਿੰਦੇ ਹਾਣ ਨੂੰ ਹਾਣ। ਹਾਂਜੀ ਹਾਂਜੀ ਗੁਰਵੀਰ, ਆਇਆ ਨਾ ਸਾਡੇ ਵੱਡੇ। ਹਾਂਜੀ ਹਾਂਜੀ ਹਾਂਜੀ, ਕਿਵੇਂ? ਹਾਂਜੀ ਹਾਂਜੀ, ਮੈਂ ਜਿੱਦਾਂ ਪਟਵਾਰੀਆਂ ਦੀ ਤੁਸੀਂ ਗੱਲ ਕਰਦੇ ਸੀ। ਹਾਂ ਹਾਂਜੀ ਹਾਂਜੀ, ਤੇ ਉਹ ਹਿਸਾਬ ਜਿੱਦਾਂ ਹੁਣ ਸਾਡੇ ਬਾਦਲ ਸਾਹਿਬ ਕੈਪਟਨ ਸਾਹਿਬ। ਅੱਛਾ, ਬਾਦਲ ਸਾਹਿਬ ਕੈਪਟਨ ਆਪਣੇ ਉਮਰ ਵਾਲਿਆਂ ਦਾ ਖਿਆਲ ਰੱਖਦੇ ਆ, ਪੁਰਾਣੇ ਮਿੱਤਰ ਪਟਵਾਰੀਆਂ ਨੂੰ ਲਾ ਰਹੇ ਆ 25-25 ਹਜ਼ਾਰ। ਹਾਂਜੀ, ਤੇ ਹਾਂਜੀ, ਤੇ ਨਾਲੇ ਦੂਸਰੀ ਗੱਲ ਇਹ ਵੀ ਹੁਣ ਜੇ ਇਦਾਂ ਦੇ ਬੰਦੇ ਨੇ ਫਿਰ ਅੱਗੇ ਰਿਸ਼ਵਤਖੋਰੀ ਘਟੋ। ਹੁਣ ਜਿਹੜੇ ਚਲੋ ਗਾਂ ਪੜ੍ਹੇ ਲਿਖੇ ਬੰਦੇ ਆ ਸਾਰਾ, ਹੁਣ ਪੁਰਾਣੇ ਬੰਦੇ ਜੇ ਉਹਨਾਂ ਨੇ ਰਿਸ਼ਵਤਖੋਰੀ ਚ ਫਿਰ ਉਹਨਾਂ ਨੇ ਦਲੇਰੀ ਨਾਲ ਕੰਮ ਕਰਨਾ, ਭਾਵੇਂ ਕੋਈ ਫੜ ਹੋ ਜਾਏ ਜੋ ਮਰਜੀ, ਨਾ ਉਹਨਾਂ ਨੂੰ ਜੇਲ੍ਹ ਨੂੰ ਭੇਜ ਸਕਦੇ ਨਾ ਕੁਛ। ਇਸ ਕਰਕੇ ਥੋੜਾ ਬਹੁਤਾ ਸੋਚਣਾ ਚਾਹੀਦਾ।
ਤੇ ਬਾਕੀ ਜਿਹੜੀ ਉਹ ਪਹਿਲਾਂ ਤੁਸੀਂ ਗੱਲ ਕੀਤੀ ਸੀ ਮਾਲੀ ਦੀ, ਉਹਨਾਂ ਨੇ ਜਿੱਦਾਂ ਉਹ ਵਿਚਾਰਾਂ ਦੇ ਪ੍ਰਗਟਾਵੇ ਦੀ ਗੱਲ ਆ, ਪਰ ਤੁਸੀਂ ਅੱਗੇ ਵੀ ਇੱਕ ਦਿਨ ਪ੍ਰੋਗਰਾਮ ਕੀਤਾ ਹੈ ਵੀ ਜੇ ਤੁਸੀਂ ਪੱਤਰਕਾਰੀ ਛੱਡਣੀ ਆ ਫਿਰ ਤੁਸੀਂ ਸਲਾਹਕਾਰ ਜੀ। ਬਿਲਕੁਲ। ਉਹਨਾਂ ਨੇ ਜੀ ਗੁਰਵੀਰ ਲਾਈਨ ਕੱਟ ਰਹੀ ਤੁਹਾਡੀ। ਇੰਨਾ ਗਲਤ ਵੀ ਨਹੀਂ, ਕਿਹੜਾ ਕਿਹਾ ਕਿ ਪਾਕਿਸਤਾਨ ਦੇਖਦਾ, ਉਹ ਤਾਂ ਬਹਾਨਾ ਬਣਾ ਲਿਆ ਨਾ ਉਹਨਾਂ ਨੇ। ਹੁਣ ਸਿੱਧੂ ਉੱਥੇ ਗਿਆ ਆਫੀਸ਼ੀਅਲੀ, ਉਹ ਚਲੋ ਗਿਆ, ਕਮਰ ਜਵੇਦ ਬਾਜਵਾ ਜੱਫੀ ਪਾ ਲਈ, ਮਿਲਲੇ, ਫੇਰ ਕੀ ਹੋ ਗਿਆ? ਮੋਦੀ ਸਾਹਿਬ ਵੀ ਤੇ ਚਾਹ ਪੀ ਕੇ ਆਏ ਸੀ ਬਿਨਾਂ ਪ੍ਰੋਟੋਕੋਲ ਤੋਂ, ਜਹਾਜ਼ ਲਾ ਲਿਆ ਸੀ ਉਹਨਾਂ ਨੇ, ਹੈਨਾ। ਵਾਜਪਾਈ ਸਾਹਿਬ ਵੀ ਜੱਫੀ ਪਾ ਕੇ ਆਏ ਸੀਗੇ ਤੇ ਅਗਲਿਆਂ ਨੇ ਕਾਰਗਿਲ ਸ਼ੁਰੂ ਕਰ ਲਿਆ। ਸੋ ਗੱਲ ਇਹ ਹੈ ਨਾ ਕਿ ਉਹ ਤਾਂ ਹਿੰਦੂ ਸਿੱਖ ਦੀ, ਹਿੰਦੂ ਮੁਸਲਿਮ ਦੀ ਖੇਡ ਖੇਡਦੇ ਆ, ਪਰ ਹੁਣ ਮਾਲੀ ਸਾਹਿਬ ਹੋਰਾਂ ਦਾ ਜਿਹੜਾ ਬਿਆਨ ਹੈ ਅਗਲੇ ਨੂੰ ਰਾਸ ਆ ਗਿਆ। ਸਿੱਧੂ ਦੀ ਸਾਰੀ એનર્ਜੀ ਉਹਨੂੰ ਡਿਫੈਂਡ ਕਰਨ ਤੇ ਲੱਗੀ, ਜਸਟੀਫਾਈ ਕਰਨ ਤੇ ਲੱਗੀ ਹੈ। ਪ੍ਰੋਬਲਮ ਇਸ ਗੱਲ ਦੀ ਹੈ ਨਾ, ਵਿਵਾਦ ਬਿਨਾਂ ਵਜ੍ਹਾ ਖੜਾ ਹੋ ਗਿਆ। ਅਗਲੇ ਤਾਂ ਇਹੀ ਚਾਹੁੰਦੇ ਸੀਗੇ। ਸੋ ਬਹੁਤ ਬਹੁਤ ਧੰਨਵਾਦ ਜੀ, ਮਿਹਰਬਾਨੀ। ਕਮੈਂਟਰੀ ਤੋਂ ਗੁਰਵੀਰ ਜੀ ਜੁੜੇ ਨੇ, ਹੋਰ ਕਾਲ ਨਹੀਂ ਲਵਾਂਗੇ ਦੋਸਤੋ। ਤੇ ਸਾਡੇ ਪ੍ਰੋਗਰਾਮ ਨੂੰ ਸਪੋਰਟ ਕੀਤਾ ਵਾਸ਼ਿੰਗਟਨ ਫੀਲਡ ਸਰਵਿਸ ਨੇ। ਸਿਆਟਲ ਇਲਾਕੇ ਦੇ ਲੋਕਲ ਲੋਡ ਚਾਹੁੰਦੇ ਹੋ, ਓਨਰ ਆਪਰੇਟਰ, ਡਰਾਈਵਰ ਹੋ, ਤੁਹਾਡੀ ਸਹੂਲਤ ਵਾਸਤੇ ਡਿਸਪੈਚ ਪੰਜਾਬੀ ਅੰਗਰੇਜ਼ੀ ਭਾਸ਼ਾ 'ਚ ਦਿੰਦੇ ਨੇ। ਜਗਦੇਵ ਸਿੰਘ ਸੰਧੂ ਨੂੰ ਕਾਲ ਕਰੋ 253 266 6924, 2532666924। ਗੁਰਵਿੰਦਰ ਸਿੰਘ ਗੈਰੀ ਧਾਲੀਵਾਲ ਦਾ ਨੰਬਰ ਹੈ 206 354 4060, 2063544060। ਸਿਆਟਲ ਇਲਾਕੇ ਦੇ ਲੋਕਲ ਲੋਡ ਵਾਸਤੇ ਸੰਪਰਕ ਕਰੋ ਵਾਸ਼ਿੰਗਟਨ ਫੀਲਡ ਸਰਵਿਸ ਨੂੰ। ਓਨਰ ਆਪਰੇਟਰ ਵੀਰ, ਡਰਾਈਵਰ ਵੀਰ ਸੰਪਰਕ ਕਰਨ। ਵਾਧੂ ਲੋਡ ਸਿਆਟਲ ਇਲਾਕੇ ਦੇ ਇਹਨਾਂ ਕੋਲੋਂ ਮਿਲਣਗੇ। ਤੇ YouTube ਤੇ ਬਾਈ ਜੀ ਦਲਵੀਰ ਸਿੰਘ, ਕੁਲਦੀਪ ਸਿੰਘ ਗਰੋਵਰ, ਬਲਦੇਵ ਸਿੰਘ, ਸ਼ੈਲੀ ਸਿੰਘ, ਰਵਿੰਦਰ ਜੋਸ਼ਨ, ਸਰਬਜੀਤ ਕੌਰ ਭੈਣ ਜੀ ਥੈਂਕ ਯੂ। ਹਰਵਿੰਦਰ ਸਿੰਘ ਜੀ ਸਾਡੇ ਵੱਲੋਂ ਦੋਨਾਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ। ਕਹਿੰਦੇ ਗੁਰਦਾਸ ਮਾਨ ਨੇ ਮੁੱਦਾ ਵਧਾ ਲਿਆ। ਗੁਰਦਾਸ ਮਾਨ ਨੇ ਵੀ ਉਹ ਵੀ ਸੋਹਣ ਖੜੀ ਹੋ ਰੱਖਦਾ। ਖੈਰ ਕੱਲ ਗੱਲ ਕਰਾਂਗੇ, ਹੁਣ ਸਮਾਂ ਨਹੀਂ ਹੈ। ਤੇ ਭਾਰਤੀ ਸਮਾਂ ਸਵੇਰੇ 6 ਵਜੇ ਤੋਂ ਲੈ ਕੇ 8 ਵਜੇ ਤੱਕ ਤੇ ਸ਼ਾਮ ਨੂੰ 6:30 ਤੋਂ 8:30 ਪਟਿਆਲਾ ਸਟੂਡੀਓ ਤੋਂ ਮੈਂ ਤੇ ਐਡਵੋਕੇਟ ਸੁਰਿੰਦਰ ਸਿੰਘ ਤੁਹਾਡੇ ਨਾਲ ਜੁੜਦੇ ਹਾਂ। ਤੁਸੀਂ ਸਾਡੇ ਪ੍ਰੋਗਰਾਮ ਨੂੰ ਸਾਡੀ ਵੈਬਸਾਈਟ tiwanaradio.com ਤੇ ਸੁਣ ਸਕਦੇ ਹੋ ਤੇ ਉੱਥੇ ਤੁਹਾਨੂੰ ਆਈਫੋਨ ਤੇ ਐਂਡਰਾਇਡ ਐਪਸ ਮਿਲਣਗੀਆਂ। ਇੰਸਟਾਲ ਕਰੋ। ਟਿਵਾਣਾ ਰੇਡੀਓ ਦਾ ਫੇਸਬੁੱਕ ਪੇਜ, YouTube ਪੇਜ ਦਾ ਲਿੰਕ ਮਿਲੇਗਾ। ਜਰੂਰ ਸਬਸਕ੍ਰਾਈਬ ਕਰੋ, ਸ਼ੇਅਰ ਕਰੋ। ਤੇ ਸਾਡੇ ਨਾਲ ਕੋਈ ਗੱਲ ਕਰਨੀ ਹੈ, ਪ੍ਰੋਗਰਾਮ ਨੂੰ WhatsApp ਦੇ ਰਾਹੀਂ ਮੰਗਾਉਣਾ ਤਾਂ ਆਪਣਾ WhatsApp ਨੰਬਰ ਹੈ ਇੰਡੀਆ ਸਟੂਡੀਓ ਦਾ 9876309655, 9876309655। ਇਸੇ ਤਰ੍ਹਾਂ ਜੇ ਅਮਰੀਕਾ ਦੇ ਵਿੱਚੋਂ ਸਾਡੇ ਨੂੰ ਪ੍ਰੋਗਰਾਮ ਨੂੰ ਤੁਸੀਂ ਫੋਨ ਦੇ ਜ਼ਰੀਏ ਸੁਣ ਸਕਦੇ ਹੋ। ਕਾਲ ਟੂ ਲਿਸਨ ਨੰਬਰ ਹੈ 6679309260, 667-930-9260। ਤੇ YouTube ਤੇ ਬਾਈ ਜੀ ਗੁਰਤੇਜ ਪਵਰਾ ਸਾਹਿਬ, ਗੁਰਮੀਤ ਸਿੰਘ ਮਨੀਲਾ ਤੋਂ, ਗੁਰਤੇਜ ਪਵਰਾ ਸਾਹਿਬ, ਪ੍ਰਵਿੰਦਰ ਬੈਦਵਾਨ, ਧਾਲੀਵਾਲ ਬਲਰਾਮ ਜੀ ਮੋਗਾ ਤੋਂ, ਸਾਜੋਰਾ ਸਿੰਘ ਸਿੱਧੂ ਦੌਧਰੀਆ, ਗਿਆਨ ਸਿੰਘ ਬੈਦਵਾਨ ਸਾਹਿਬ, ਮਨਦੀਪ ਸਿੰਘ, ਸੈਮੀ ਦੁਲੇ, ਮੱਖਣ ਸਿੰਘ ਬਾਈ ਜੀ ਥੈਂਕ ਯੂ। ਪੁਰੇਵਾਲ ਸਾਹਿਬ ਆਪਣੇ ਸਬਸਕ੍ਰਾਈਬਰ ਵੀ ਨੇ। ਸੋ ਗਿਆਨ ਸਿੰਘ ਕਹਿੰਦੇ ਜੀ RSS ਮੁਰਦਾਬਾਦ। ਗਿਆਨ ਸਿੰਘ ਜੀ ਤੁਸੀਂ ਬਹੁਤ ਕਈ ਵਾਰੀ ਨਾ ਸਖਤ ਲਫ਼ਜ਼ ਲਿਖਦਿਆ ਕਰੋ, ਪਲੀਜ਼ ਸ਼ਾਂਤੀ ਨਾਲ ਲਿਖਿਆ ਕਰੋ, ਐਵੇਂ ਟੈਨਸ਼ਨ ਵੱਧਦੀ ਹੈ, ਕੋਈ ਫਾਇਦਾ ਨਹੀਂ ਹੈ। ਕੂਲ ਡਾਊਨ। ਗੁਰਵਿੰਦਰ ਸਿੰਘ ਢਿੱਲੋਂ ਬਾਈ ਜੀ ਨੂਰਪੁਰ ਫਾਜ਼ਿਲਕਾ ਤੋਂ, ਢਿੱਲੋਂ ਸਾਹਿਬ ਤੇ ਸੰਦੀਪ ਸਿੰਘ ਬੀਬਾ ਸੰਦੀਪ ਕੌਰ ਦੁਲੇ ਥੈਂਕ ਯੂ ਜੀ। ਤੇ ਗਿਆਨ ਸਿੰਘ, ਗੁਰਜੀਤ ਸਿੰਘ ਗਿੱਲ, ਹਰਵਿੰਦਰ ਸਿੰਘ, ਗਿਆਨ ਸਿੰਘ, ਪਰਮਜੀਤ ਸਿੰਘ ਕਹਿੰਦੇ ਅੱਜ ਮੈਂ ਲੇਟ ਸ਼ੁਰੂ ਕੀਤਾ। ਅਸੀਂ ਵੀ ਲੇਟ ਹੀ ਸ਼ੁਰੂ ਕੀਤਾ। ਸੁਪਰੀਮ ਕੋਰਟ ਦਾ ਫੈਸਲਾ ਫਿਰ ਦੱਸਿਆ ਜਾਵੇ। ਕਾਲੋਂ ਸਾਹਿਬ UK ਤੋਂ, ਇਹ ਆਪਣੇ ਸਬਸਕ੍ਰਾਈਬਰ ਵੀ ਨੇ ਕਾਲੋਂ ਸਾਹਿਬ UK ਤੋਂ। ਕਾਲੋਂ ਸਾਹਿਬ ਗੱਲ ਇਹ ਹੈ ਕਿ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਹੁਕਮ ਦਿੱਤਾ ਕਿ ਜਿਹੜੀਆਂ ਸੜਕਾਂ ਰੁਕਦੀਆਂ ਨੇ ਅੰਦੋਲਨਾਂ ਦੇ ਕਾਰਨ, ਇਹਨਾਂ ਬਾਰੇ ਸਰਕਾਰ ਸਪਸ਼ਟ ਕਰੇ। ਤੇ ਅਗਲੀ ਤਾਰੀਖ 20 ਸਤੰਬਰ ਰੱਖੀ ਹੈ, ਕਿਉਂਕਿ ਹੁਣ UP 'ਚ ਸੜਕਾਂ ਘੇਰਨ ਦਾ ਸਿਲਸਿਲਾ ਵੱਧ ਗਿਆ। ਸੋ ਇਸ ਕਰਕੇ ਇਹ ਕੋਈ ਨਾ ਕੋਈ ਕਾਨੂੰਨ ਬਣੇਗਾ ਜਾਂ ਸਰਕਾਰ ਕੋਈ ਨਾ ਕੋਈ ਐਕਸ਼ਨ ਲੈਗੀ ਸੁਪਰੀਮ ਕੋਰਟ ਦੀ ਆੜ ਦੇ ਵਿੱਚ, ਉਸ ਪਾਸੇ ਨੂੰ ਗੱਲ ਚੱਲ ਰਹੀ ਹੈ। ਭਗਵੰਤ ਮਾਨ ਅੱਜ ਕੱਲ੍ਹ ਰੁੱਸਿਆ ਹੋਇਆ, ਇਹ ਵੀ ਮਹਾਂ ਦੇ ਆਟੇ ਵਾਂਗੂ ਆਕੜ ਹੀ ਰਹਿੰਦਾ। ਪਹਿਲਾਂ ਆਕੜ ਕੇ ਸਰਕਾਰ CM ਕੈਪਟਨ ਦੀ ਬਣਾਤੀ ਤੇ ਹੁਣ ਪਤਾ ਨਹੀਂ ਕਿਹਦੀ ਬਣਾਏਗਾ, ਹੁਣ ਬਾਦਲਾਂ ਦੀ ਬਣਾਏਗਾ, ਪੁਰਾਣੇ ਵਾਲੀਆਂ ਦੀ। ਤੇ ਇਸ ਕਰਕੇ ਭਗਵੰਤ ਮਾਨ ਦੀ ਆਕੜ ਪੰਜਾਬ ਨੂੰ ਬਹੁਤ ਮਹਿੰਗੀ ਪੈ ਰਹੀ ਹੈ। 2017 ਵਾਲੇ ਸਰੋਤੇ ਜਾਣਦੇ ਨੇ ਕਿੰਨਾ ਆਕੜ ਦਾ ਸੀ ਮੇਰੇ ਨਾਲ ਬਿਨਾਂ ਵਜ੍ਹਾ ਵਿਚਾਰਾ। ਸੁਦੀਪ ਅਨੰਦਪੁਰ ਸਾਹਿਬ ਤੋਂ, ਦਵਿੰਦਰ ਸਿੰਘ ਪੁਰੀ ਜਰਮਨੀ ਤੋਂ, ਸੇਵਾ ਵੱਲੋਂ ਲੀਵ ਪੰਜਾਬ ਨੂੰ ਔਨ ਹਿਜ਼ ਵੇ। ਜਰਮਨੀ ਦੀ ਸੇਵਾ ਵਾਲਿਓ ਪੰਜਾਬ ਨੂੰ ਛੱਡ ਦਿਓ, ਇਹਦੇ ਹਾਲਾਤ ਤੇ ਲਿਖਦੇ ਨੇ ਦਵਿੰਦਰ ਪੁਰੀ ਸਾਹਿਬ ਜਰਮਨੀ ਤੋਂ। ਤੇ ਦੀਪ ਅਨੰਦਪੁਰ ਸਾਹਿਬ ਤੋਂ ਕਹਿੰਦੇ ਪਹਿਲਾਂ ਚਿੱਟੀਆਂ ਦਾੜੀਆਂ ਵਾਲੇ ਹੁਣ ਪ੍ਰਕਾਸ਼ ਸਿੰਘ ਬਾਦਲ ਦੇ ਪੈਰੀਂ ਹੱਥ ਲਾਉਂਦੇ ਸੀ, ਹੁਣ ਸੁਖਵੀਰ ਦੇ ਲਾਉਂਦੇ ਨੇ ਤੇ ਹੁਣ ਅਨੰਤਵੀਰ ਦੇ ਲਾਉਣਗੇ। ਤਰਾਸਦੀ ਹੈ ਭਗਤਾਂ ਦੀ।
ਮਨਦੀਪ ਸਿੰਘ ਕਹਿੰਦੇ ਯੂਅਰ ਜੰਗ ਕਾਕਾ ਜੀ ਦੇ ਵੀ ਗੋਡੇ ਹੱਥ ਲੱਗਣ ਲੱਗ ਪਏ ਨੇ। ਮਨਦੀਪ ਸਿੰਘ ਕਹਿੰਦੇ। ਰਵਿੰਦਰ ਸਿੰਘ ਕਹਿੰਦੇ ਵੀਰ ਜੀ ਲੱਗਦਾ ਲੀਡਰਾਂ ਨੂੰ ਹੁਣ ਲੋਟ ਆਏ ਨੇ। ਲੀਡਰ 70 ਸਾਲ ਹੋ ਗਏ ਨੇ ਲੋਕਾਂ ਨੂੰ ਬੇਵਕੂਫ ਬਣਾਉਂਦੇ। ਨਹੀਂ ਜੀ ਹੁਣ ਵੀ ਬਣਾ ਜਾਣਗੇ ਭਰਾ ਜੀ, ਕੋਈ ਨਹੀਂ। 4 ਦਿਨਾਂ ਦੀ ਚਾਨਣੀ ਫੇਰ ਹਨੇਰੀ ਰਾਤ। ਅਮਨਪ੍ਰੀਤ ਥੈਂਕ ਯੂ ਮੋਗੇ ਤੋਂ। ਹਰਵਿੰਦਰ ਕਹਿੰਦੇ ਜੀ ਮੈਂ ਪਹਿਲਾਂ ਵੀ ਵੇਖਿਆ ਕਿ ਹੁਸ਼ਿਆਰਪੁਰ ਹਲਕੇ ਦੇ ਵਿੱਚ ਅਕਾਲੀ ਦਲ ਦਾ ਕੋਈ ਆਧਾਰ ਨਹੀਂ ਹੈ। ਮਾਲਵੇ ਦੇ ਵਿੱਚ ਤੇ ਬਾਬਲ ਕਲਾਂ ਕੋਟਕਪੂਰਾ ਗੋਲੀकांड ਨੇ ਅਕਾਲੀਆਂ ਦਾ ਪਿੱਛਾ ਨਹੀਂ ਛੱਡਣਾ। ਇਸ ਤਰ੍ਹਾਂ ਪੰਜਾਬ 'ਚ ਵਿਰੋਧ ਹੁੰਦਾ ਰਹੇਗਾ। ਤੇ ਮੇਜਰ ਸਿੰਘ ਹਰਿਆਣਾ ਰੋਡਵੇਜ਼ ਸਿਰਸਾ ਤੋਂ। ਬੈਦਵੰਤ ਸਾਹਿਬ ਕਹਿੰਦੇ ਟੂਡੇ ਵਿਚ ਐਵਰ ਪਾਰਟੀ ਸੈਡ ਪਲੀਜ਼ ਵੋਟ ਫॉर ਅਸ ਵੀ ਅਗੇਂਸਟ ਏ ਨਿਊ ਲਾ ਬਟ ਵੀ ਆਲ ਨੋ ਦੇ ਆਰ ਲੇਇੰਗ। ਸਭ ਝੂਠਾਂ ਦੀਆਂ ਪੰਡਾਂ ਨੇ ਜੀ, ਵੱਡੇ ਤੋਂ ਵੱਡਾ ਝੂਠ ਬੋਲਦੇ ਨੇ। ਤੇ ਹਰਵਿੰਦਰ ਸਿੰਘ ਦੇ ਅੱਜ ਫੇਰ ਰਾਜਸਥਾਨ 'ਚ ਬੀਜੇਪੀ ਦੇ ਲੀਡਰ ਦੇ ਕੱਪੜੇ ਫਾੜੇ ਗਏ ਨੇ। ਬਲਵਿੰਦਰ ਸਿੰਘ ਉਮੈਦਪੁਰੀ, ਗੁਰਦਿਆਲ ਸਿੰਘ ਸੰਘੇੜਾ, ਗਾਮਾ ਸਿੰਘ ਸਿੱਧੂ, ਬੈਦਵਾਨ ਸਾਹਿਬ, ਸੁਖਵਿੰਦਰ ਪੰਗੂ ਕਪੂਰਥਲਾ ਤੋਂ, ਮੀਤ ਲਵ, ਅਮਰਿੰਦਰ ਸਿੰਘ, ਅਮਰਦੀਪ ਸਿੰਘ ਤੱਗੜ, ਦੁਪਿੰਦਰ ਸਿੰਘ, ਦਲਜੀਤ ਸਿੰਘ ਕਹਿੰਦੇ ਜੀ ਪਟਵਾਰੀਆਂ ਨੇ ਬਹੁਤ ਲੁੱਟ ਮਚਾਈ ਹੈ। ਇਹ ਤਾਂ ਜੱਟਾਂ ਨਾਲ ਸਿੱਧੇ ਮੂੰਹ ਵੀ ਬੋਲਦੇ ਨਹੀਂ। ਜਿੰਨੀ ਮਰਜ਼ੀ ਤਨਖਾਹ ਦੇ ਦਿਓ, ਇਹਨਾਂ ਰਿਸ਼ਵਤ ਲੈਣੀ ਬੰਦ ਨਹੀਂ ਕਰਨੀ। ਇਹ ਕਿਸਾਨਾਂ ਦੇ ਸਿਰ ਤੇ ਅਮਰੀਕਾ ਕੈਨੇਡਾ ਜਿੰਨੀ ਕਮਾਈ ਕਰਦੇ ਆ। ਨਹੀਂ ਬਾਈ ਜੀ ਇਸ ਤਰ੍ਹਾਂ ਦੀ ਵੀ ਗੱਲ ਨਹੀਂ, ਬੜੇ ਇਮਾਨਦਾਰ ਲੋਕ ਵੀ ਨੇ। ਪਰ ਜ਼ਮੀਨੀ ਹਕੀਕਤਾਂ ਵੀ ਤੁਸੀਂ ਵੇਖੋ। ਅੱਜ ਜੇ ਕਿਸਾਨ ਯੂਨੀਅਨ ਅਗਰਾਹਾਂ ਜਾਂ ਹੋਰ ਲੋਕ ਇਹਨਾਂ ਦੇ ਨਾਲ ਖੜੇ ਨੇ ਤਾਂ ਇਹ ਸੋਚਣਾ ਪਏਗਾ। ਇਹ ਠੀਕ ਹੈ ਕਿ ਕਰਪਟ ਹਰ ਮਹਿਕਮੇ 'ਚ ਆ। ਕਰਪਟ ਤਾਂ ਉਦੋਂ ਵੀ ਸੀ ਜਦੋਂ ਗੁਰਵਾਕ ਨੇ ਕਿ ਹਰ ਕੇ ਸੰਤ ਨਾ ਖੀਏ ਬਨਾਰਸ ਕੇ ਠੱਗ। ਕਰਪਟ ਪੁਲਿਸ 'ਚ ਵੀ ਨੇ, ਪੱਤਰਕਾਰੀ 'ਚ ਵੀ ਨੇ, ਹਰ ਡਿਪਾਰਟਮੈਂਟ 'ਚ ਨੇ। ਅਸੀਂ ਸਾਰਿਆਂ ਨੂੰ ਬਰੀ ਨਹੀਂ ਕਰ ਸਕਦੇ ਤੇ ਸਾਰਿਆਂ ਨੂੰ ਜ਼ਿੰਮੇਵਾਰ ਨਹੀਂ ਠਹਿਰਾ ਸਕਦੇ, ਸਾਰਿਆਂ ਤੇ ਦੋਸ਼ ਨਹੀਂ ਲਾ ਸਕਦੇ। ਪਰ ਜਿਹੜਾ ਉਹਨਾਂ ਨੇ ਪੱਖ ਰੱਖਿਆ ਕਿ ਉਹਨਾਂ ਨੇ ਆਪਣਾ ਪੱਖ ਰੱਖਿਆ ਕਿ 120 ਰੁਪਏ ਕਮਰੇ ਦਾ ਕਿਰਾਇਆ ਦਿਓ। 120 'ਚ ਕਮਰਾ, ਤੁਹਾਨੂੰ ਕਮਰਾ ਤੱਕ ਹੀ ਮੰਜੀ ਨਹੀਂ ਮਿਲਦੀ ਮਹੀਨੇ ਵਾਸਤੇ। ਸੋ ਦੇਸ਼ ਦਾ ਬੇੜਾ ਗਰਕ ਹੋ ਗਿਆ। ਇਹ ਠੀਕ ਹੈ ਕਿ ਕਰਪਟ ਲੋਕ ਹੈਗੇ ਨੇ ਪਰ ਸਾਰੇ ਵੀ ਕਰਪਟ ਨਹੀਂ। ਪਰ ਜਦੋਂ 10,000 ਤਨਖਾਹ ਆ 5 ਸਾਲ ਤੱਕ ਤੇ 10,000 'ਚ ਕੀ ਗੰਜੀ ਨਹਾਊਗੀ ਤੇ ਕੀ ਨਿਚੋੜੂਗੀ। ਤੇ ਫਿਰ ਉੱਪਰੋਂ ਅਫਸਰਾਂ ਦੇ ਖਰਚੇ, ਤਹਿਸੀਲਦਾਰ ਪਟਵਾਰੀ ਨੂੰ ਹੁਕਮ ਦੇ ਦਿੰਦਾ, ਡੀਸੀ ਤਹਿਸੀਲਦਾਰ ਨੂੰ ਦੇ ਦਿੰਦਾ ਤੇ ਗਾਂ ਦੀ ਗਾਂ ਵਗਾਰ ਫਿਰ ਉਹ ਲੋਕਾਂ ਦੇ ਪੈਣੀ ਆ ਨਾ। ਇਹ ਵੀ ਗੱਲ ਸੋਚੋ ਕਿ ਅਸਲੀਅਤ ਕੀ ਹੈ। ਜਦੋਂ ਇਹ ਆਪਣੇ 2-2, 3-3 ਲੱਖ ਵੇਜਸ ਰੱਖਦੇ ਨੇ ਤੇ ਫਿਰ ਇਹ 25,000 ਦੇ ਵਿੱਚ ਰਿਟਾਇਰਡ ਪਟਵਾਰੀਆਂ ਨੂੰ ਤਾਂ ਰੱਖ ਰਹੇ ਨੇ ਪਰ ਨਵਿਆਂ ਦੀ ਭਰਤੀ ਨਹੀਂ ਕਰ ਰਹੇ। ਜਾਂ ਇਹਨਾਂ ਨੂੰ 10 ਤੋਂ 15 ਜਾਂ 20 ਨਹੀਂ ਕਰ ਦਿੰਦੇ। ਜੇ ਇਹਨਾਂ ਨੂੰ 10 ਤੋਂ 20 ਵੀ ਕਰ ਦੇਣ ਤਾਂ ਇਹ ਵੀ ਰਜ਼ਾਮੰਦ ਹੋ ਕੇ ਮੰਨ ਜਾਣਗੇ। ਇਹਨਾਂ ਨੂੰ ਨਹੀਂ ਦੇਣਾ, ਰਿਟਾਇਰਡ ਨੂੰ ਦੇਣਾ ਜਿਹੜਾ ਆਲਰੇਡੀ 30,000 ਪੈਨਸ਼ਨ ਲੈਂਦਾ ਤੇ ਬਜ਼ੁਰਗ ਵੀ ਹੋ ਚੁੱਕਿਆ, ਕੰਮ ਵੀ ਨਹੀਂ ਕਰ ਪਾਉਂਦਾ। ਉਹ ਹੁਣ ਬਜ਼ੁਰਗ ਬੰਦਾ, ਹੁਣ ਸਾਨੂੰ ਇੱਕ ਛੁੱਟੀ ਹੁੰਦੀ ਆ ਵਿਆਹ ਜਿੰਨਾ ਚਾਅ ਚੜ ਜਾਂਦਾ। ਅਜੇ 53 ਸਾਲ ਉਮਰ ਹੈ, 52 ਸਾਲ। ਸੋ ਉਹ ਰਿਟਾਇਰਡ ਬੰਦਿਆਂ ਨੂੰ ਤੁਸੀਂ 25,000 ਦੇ ਰਹੇ ਹੋ, ਕੀ ਉਹ ਕੰਮ ਕਰ ਲੈਣਗੇ? ਜਿਹੜੇ ਪਹਿਲਾਂ ਆਨਲਾਈਨ ਕੰਮ ਤੋਂ ਬੈਂਕਾਂ ਦੇ ਵਿੱਚ ਜਾਂ ਰਿਟਾਇਰਡ ਅਧਿਕਾਰੀ ਆਨਲਾਈਨ ਕੰਮ ਤੋਂ ਭੱਜਦੇ ਸੀਗੇ ਕੰਪਿਊਟਰ ਤੋਂ, ਕੀ ਉਹ ਆਨਲਾਈਨ ਕੰਮ ਕਰ ਲੈਣਗੇ? ਇੱਕ ਜਣਾ ਉਹਦੇ ਮਾਊਸ ਪਾਡਰ ਨੂੰ ਚਾਹੀਦਾ, ਇੱਕ ਉਹਨਾਂ ਦੇ ਕਲਿੱਕ ਕਰਨ ਨੂੰ ਚਾਹੀਦਾ। ਉਹਨਾਂ ਨੂੰ 25,000 ਦੇਣਾ ਕਪਤਾਨ ਸਾਹਿਬ ਨੇ ਆਪਣੀ ਉਮਰ ਦਿਆਂ ਨੂੰ। ਇਹ ਗਲਤ ਹੈ। ਭੂਮਿੰਦਰ ਸਿੰਘ ਦੇ ਮਰੂਤੀ ਕੌਰ ਔਰ ਪੰਜਾਬ में बादल सरकार कभी वापस नहीं आएगी। भूमिंदर शर्मा मरेकोटला तो ये मजाक बहुत सोना करते हैं। पहली लहर में स्कूल बंद हुआ, दूसरी लहर में बिना परीक्षा दिए पास किया गया, लगता है कि तीसरी लहर में सीधी नौकरी दी जाएगी। क्या बात है। सो नव्या नूं इस करके भर्ती नहीं करते कि नवे बच्चे पढ़े लिखे ने, जागरूक ने। ये सिस्टम सोचदा होना कि इन्हां कोलों गफ्फे नहीं मिलने, हाँ हिस्सेदारियां नहीं मिलणियां। ਹੁਣ ਤੁਸੀਂ ਵੇਖੋ ਕਿ ਅੱਗੇ ਕਦੇ ਕਿਸੇ ਪਟਵਾਰੀ ਨੇ ਇੰਨਾ ਮਹਿਕਮੇ ਦਾ ਰਾਜ ਖੋਲ੍ਹਿਆ ਸੀ। ਹੁਣ ਇਹ ਜ਼ਿੰਮੇਵਾਰ ਪਟਵਾਰੀ ਨੇ ਦੋਨੇ। ਹਰਪ੍ਰੀਤ ਸਿੰਘ ਤਾਂ ਆਪਣੇ ਪੁਰਾਣੇ ਸਰੋਤੇ ਨੇ, ਇਹਨਾਂ ਨੇ ਸਾਰਾ ਦੱਸਿਆ ਕਿ ਆਹ ਕੁਛ ਹੋ ਰਿਹਾ। ਜੇ ਤੁਸੀਂ ਉਹਨਾਂ ਦੀ ਜਗ੍ਹਾ ਹੋ, 10,000 ਰੁਪਏ ਮਹੀਨਾ ਤਨਖਾਹ ਪਏ, ਉਹਦੇ 'ਚ ਤੁਸੀਂ ਤੇਲ ਵੀ ਪਾਉਣਾ, ਕਮਰੇ ਦਾ ਕਿਰਾਇਆ ਵੀ ਦੇਣਾ ਤੇ ਬਸਤਾ ਜਾਂ ਹੋਰ ਖਰਚੇ ਵੀ ਕਰਨੇ ਨੇ, ਉੱਪਰੋਂ ਵਗਾਰਾਂ ਵੀ ਦੇਣੀਆਂ ਨੇ। ਤੁਸੀਂ ਨੌਕਰੀ ਛੱਡ ਕੇ ਘਰ ਬਹਿ ਜਾਓਗੇ ਜਾਂ ਕਿਸੇ ਜੱਟ ਦਾ ਗਲ ਵੱਢੋਗੇ। ਬਿਨਾਂ ਪੈਸੇ ਤੋਂ ਕੌਣ ਕੰਮ ਕਰੇਗਾ? ਗੁਰਵਾਕ ਵੀ ਹੈ ਕਿ ਨਾ ਭੂਖੇ ਭਗਤੀ ਕੀਜੈ, ਮਾਲਾ ਆਪਣੀ ਲੀਜੈ। ਮਿਹਨਤਾਨਾ ਹਰ ਬੰਦੇ ਨੂੰ ਮਿਲਣਾ ਚਾਹੀਦਾ ਹੈ। ਕਰਪਸ਼ਨ ਤਾਂ ਹੀ ਹੈ ਜੇ ਤੁਹਾਡਾ ਮਿਹਨਤਾਨਾ ਘੱਟ ਹੈ, ਉੱਪਰੋਂ ਕਮਾਈ ਤੁਸੀਂ ਕਰਾਉਂਦੇ ਹੋ ਮਜਬੂਰ ਕਰਕੇ। PBX 3 ਵਾਲੇ ਬਠਿੰਡਾ ਵਾਲੇ ਦੇ, ਹਾਂ ਮੈਂ ਪੜ੍ਹ ਦਿੱਤਾ ਸੀ ਕਮੈਂਟ ਇਹਨਾਂ ਦਾ। ਤੇ ਕੋਹਨੂਰ ਸਾਹਿਬ ਕਹਿੰਦੇ ਜੀ ਸਾਈਬਰ ਹੈਕਰ ਤਾਂ ਸਾਨੂੰ ਘਰਾਂ ਦੇ ਵਿੱਚ ਬੈਠਿਆਂ ਨੂੰ ਲੁੱਟ ਰਹੇ ਨੇ। ਪਰਸੋਂ ਸ਼ਾਮ ਨੂੰ ਮੇਰਾ ATM ਦੇ ਵਿੱਚੋਂ 1,60,000 ਰੁਪਏ ਦੇ ਕਰੀਬ ਫੋਨ ਵੈਰੀਫਿਕੇਸ਼ਨ ਦੇ ਨਾਂ ਤੇ ਕਢਾ ਲਿਆ ਤੇ ਪਰਸੋਂ ਸ਼ਾਮ ਤੋਂ ਮੈਂ ਭੱਜ ਨੱਠ ਕਰਕੇ ਪਰਚਾ ਕੀਤਾ।
ਪੁਲਿਸ ਸਾਈਬਰ ਸੈੱਲ ਤੇ ਬੈਂਕਾਂ ਨੂੰ ਸ਼ਿਕਾਇਤਾਂ ਕੀਤੀਆਂ ਨੇ। ਬੈਂਕ ਨੇ 30 ਤੋਂ 40 ਦਿਨ ਦੀ ਕਾਰਵਾਈ ਲਈ ਸਮਾਂ ਮੰਗਿਆ। ਰਿਜ਼ਰਵ ਬੈਂਕ ਨੇ ਸਬੰਧਤ ਬੈਂਕ ਦੀ ਕਾਰਵਾਈ 30 ਦਿਨ ਉਡੀਕਣ ਲਈ ਕਿਹਾ ਤੇ ਅਸੀਂ ਸਬੰਧਤ ਬੈਂਕ ਤੋਂ ਬਾਅਦ ਸਾਡੀ ਕਾਰਵਾਈ ਅੱਗੇ ਚੱਲੇਗੀ। ਐਤਵਾਰ ਹੋਣ ਕਰਕੇ ਬੈਂਕ ਸਟੇਟਮੈਂਟਾਂ ਨਾ ਮਿਲੀਆਂ। ਮੈਂ ਅੱਜ ਬੈਂਕ ਤੋਂ ਪ੍ਰਾਪਤ ਕੀਤੀਆਂ ਤੇ ਕਾਰਵਾਈ ਅੱਗੇ ਤੁਰੇਗੀ। ਬੈਂਕ ਆਪਣੇ ਮੁੱਖ ਦਫ਼ਤਰ ਨੂੰ ਕਾਰਵਾਈ ਬਾਰੇ ਲਿਖਿਆ। ਹੁਣ ਦੇਖੋ ਨਤੀਜਾ ਕੀ ਨਿਕਲਦਾ। ਬਿਲਕੁਲ ਡਾਕਟਰ ਸਮਰਾ ਸਾਹਿਬ ਉਹਨਾਂ ਨੇ ਤਾਂ ਕੈਪਟਨ ਸਾਹਿਬ ਦੀ ਘਰ ਵਾਲੀ ਲੁੱਟ ਲਈ 23 ਲੱਖ 'ਚ ਪ੍ਰਨੀਤ ਕੌਰ। ਇੱਕ ਇਹਦਾ ਕਪਤਾਨ ਸਾਹਿਬ ਦਾ OSD ਲੁੱਟ ਲਿਆ। ਟੌੜਾ ਸਾਹਿਬ ਦੀ ਬੇਟੀ 1.5 ਕਰੋੜ 'ਚ ਲੁੱਟ ਲਈ। ਸੋ ਇਸ ਕਰਕੇ ਵੀਰੋ ਬਚਣ ਦੀ ਜ਼ਰੂਰਤ ਹੈ। ਠੱਗ ਬਹੁਤ ਨੇ ਆਲੇ ਦੁਆਲੇ ਤੁਹਾਡੇ। ਬਿਹਾਰ 'ਚ ਬੰਦੇ ਬੈਠੇ ਲੁੱਟੀ ਜਾਂਦੇ ਆ, ਦੱਸੋ ਦੂਰ ਦਰਾਡੇ। ਸੋ ਸਥਿਤੀ ਬਹੁਤ ਜ਼ਰੂਰੀ ਹੈ। ਗੁਰਮੇਲ ਸਿੰਘ ਭੰਗੂ ਫੇਸਬੁੱਕ ਤੇ, ਜਗਜੀਤ ਕਾਂਗ ਸਾਹਿਬ, ਕਰਨੈਲ ਸਿੰਘ ਘੁੰਮਣ ਸਾਹਿਬ, ਜਤਿੰਦਰ ਦੁਲੇ ਸਾਹਿਬ, ਗੁਰਵਿੰਦਰ ਰੰਧਾਵਾ, ਜਸਵੰਤ ਸਿੰਘ ਪ੍ਰੈਸ ਸਾਹਿਬ ਆਪਣੇ ਸਬਸਕ੍ਰਾਈਬਰ ਵੀ ਨੇ, ਥੈਂਕ ਯੂ। ਤੇ ਗੋਲਡੀ ਬਟਾਰੀ ਤੋਂ ਜਸਵੀਰ ਸਿੰਘ, ਮਨਜੀਤ ਸਿੰਘ ਚਾਲ ਆਪਣੇ ਸਬਸਕ੍ਰਾਈਬਰ ਨੇ ਜਰਮਨੀ ਤੋਂ। ਇਸੇ ਦੌਰਾਨ ਯਾਰ ਅਣਮੁੱਲੇ ਕਹਿੰਦੇ ਜੋ ਕਿਸਾਨਾਂ ਦੇ ਨਾਂ ਤੇ ਗੁੰਡਾਗਰਦੀ ਚੱਲ ਰਹੀ ਹੈ ਬਹੁਤ ਗਲਤ ਹੈ। ਕਿਸਾਨਾਂ ਦੇ ਵਿੱਚ ਕੁਝ ਰਾਜਨੀਤਿਕ ਪਾਰਟੀਆਂ ਦੇ ਬੰਦੇ ਵੜ ਜਾਂਦੇ ਨੇ ਤੇ ਵਿਰੋਧ ਕਰਦੇ ਆ ਇੱਕ ਦੂਜੇ ਨਾਲ। ਕਿਸਾਨ ਸੰਘਰਸ਼ ਕਮਜ਼ੋਰ ਹੋਣਾ ਤੇ ਅੱਜ ਦੀ ਡੇਟ 'ਚ ਸੁਰਿੰਦਰ ਸਿੰਘ ਦਾ ਹਾਲਾਤਾਂ ਪ੍ਰਤੀ ਬਿਆਨ ਅੰਦਾਜ਼ੇ ਬਿਆਨ ਸਭ ਤੋਂ ਵਧੀਆ। ਟਿੱਪਣੀਆਂ ਭਾਵਪੂਰਤ ਨੇ ਤੇ ਸਟੀਕ ਨੇ, ਉਹ ਹਮੇਸ਼ਾ ਹੀ। ਅੱਛਾ, ਮਿਸ਼ਰਾ ਸਿੰਘ ਵੈਨਕੂਵਰ ਵਾਲੇ ਮਿੱਠੀ ਮਿੱਠੀ ਖਬਰ ਦਿੰਦੇ ਹੋ ਬਾਈ ਜੀ। ਮਿਸ਼ਰਾ ਸਾਹਿਬ ਆਏ ਵੀ ਸੀ ਇੰਡੀਆ ਪਿੱਛੇ ਜੇ, ਤਾਂ ਵੈਨਕੂਵਰ ਤੋਂ ਨੇ ਬਾਈ ਜੀ ਮਿਸ਼ਰਾ ਸਿੰਘ। ਤੇ ਰਘਵੀਰ ਸਿੰਘ ਬਾਈ ਜੀ UK ਤੋਂ। ਬਲਜਿੰਦਰ ਸਿੰਘ ਮੌੜ, ਮੈਂ ਤਾਂ ਪਹਿਲੇ ਦਿਨ ਤੋਂ ਆਖ ਰਿਹਾ ਕਿ ਸਿੱਧੂ ਆਪਣੇ ਭਾਰ ਡਿੱਗੇਗਾ। ਬਿਲਕੁਲ ਉਲਝ ਗਿਆ ਸਿੱਧੂ। ਆਗੇ ਦੇਖੀਏ ਹੋਤਾ ਹੈ ਕਿਆ। ਦਲਵੀਰ ਸਿੰਘ ਰੰਧਾਵਾ ਐਡਵੋਕੇਟ, ਥੈਂਕ ਯੂ। ਧਰਮ ਸਿੰਘ ਕਹਿੰਦੇ ਜੀ ਭਾਜਪਾ ਪੂਰੀ ਤਰ੍ਹਾਂ ਨਾਲ ਅੰਦਰ ਖਾਤੇ ਸਾਜ਼ ਹੈ ਪਰ ਨੁਕਸਾਨ ਜ਼ਿਆਦਾ ਹੋਵੇਗਾ ਕਿਉਂਕਿ ਐਤਕੀ ਵਾਰ ਇੰਨਾ ਸੌਖਾ ਨਹੀਂ ਜਿੰਨਾ ਸਮਝਿਆ। ਯਾਰੀ ਟੁੱਟਦੀ ਹੈ ਤਾਂ ਵੱਡੇ ਬਾਦਲ ਸਾਹਿਬ ਨੇ ਜ਼ਰੂਰ ਬੋਲਣਾ ਸੀ ਪਰ ਉਹ ਬੋਲਦੇ ਘੱਟ ਨੇ। ਜਨਤਾ ਦਿਨੋਂ ਦਿਨ ਸਮਝ ਰਹੀ ਹੈ, ਉਹਨਾਂ ਨੂੰ ਬੋਲਣਾ ਪੈਣਾ, ਨਹੀਂ ਤਾਂ ਹੋਰ ਵੀ ਵੱਡਾ ਨੁਕਸਾਨ ਹੋਏਗਾ। ਬਿਲਕੁਲ ਜਿਵੇਂ ਸੁਖਬੀਰ ਬਾਦਲ ਦਾ ਬਿਆਨ ਵਿਰੋਧ ਹੋ ਰਿਹਾ ਤੇ ਵੱਡੇ ਬਾਦਲ ਸਾਹਿਬ ਨੂੰ ਆਪਣਾ ਹੁਣ ਹੀਜ ਪਿਆਜ ਨੰਗਾ ਕਰਨਾ ਪੈਣਾ ਮੋਦੀ ਸਾਹਿਬ ਦੇ ਖਿਲਾਫ, ਨਹੀਂ ਤੇ ਵਿਰੋਧ ਹੋਏਗਾ। ਅਕਾਲੀ ਦਲ ਨੂੰ ਨੁਕਸਾਨ ਹੋਏਗਾ, ਇਹਦੇ 'ਚ ਕੋਈ ਦੋ ਰਾਮ ਨਹੀਂ ਕਿ ਕੇਡਰ ਉਹਨਾਂ ਦਾ ਵੱਧ ਰਿਹਾ, ਪਰ ਜਿਹੜਾ ਇਹਨਾਂ ਦਾ ਵਿਰੋਧ ਹੋ ਰਿਹਾ ਨੁਕਸਾਨ ਅਕਾਲੀਆਂ ਨੂੰ ਹੋਏਗਾ। ਤੇ ਟੈਨੀ ਧਾਲੀਵਾਲ ਬਾਈ ਜੀ ਕਹਿੰਦੇ ਭਗਵੰਤ ਮਾਨ ਦੀ ਅਪਡੇਟ ਅੱਜ ਕੱਲ੍ਹ ਉਹ ਥੋੜਾ ਗੁੱਸੇ ਚੱਲ ਰਿਹਾ ਜੀ, ਅੱਜ ਕੱਲ੍ਹ ਗਮ ਗਲਤ ਕਰਦਾ ਉਹ ਥੋੜਾ ਜਿਹਾ ਜ਼ਿਆਦਾ। ਤੇ ਗੁਰਮੁਖ ਸਿੰਘ ਬਾਈ ਜੀ, ਅਵਤਾਰ ਸਿੰਘ ਰੋਬੀ, ਪੰਨੂ ਸਾਹਿਬ ਆਸਟ੍ਰੇਲੀਆ ਤੋਂ। ਗੁਰਦਾਸ ਮਾਨ ਫੇਰ ਵਿਵਾਦਾਂ 'ਚ ਲਿਖਦੇ ਨੇ। ਬਲਵੰਤ ਸਿੰਘ ਢਿੱਲੋਂ ਸਵੇਰੇ ਗੱਲ ਕਰਾਂਗੇ ਜੀ ਡਿਟੇਲ 'ਚ। ਹਰਬਖਸ਼ ਬਰਾੜ, ਜੋਰਾ ਸਿੰਘ ਸਿੱਧੂ ਦੋਧਰੀਆ, ਲਾਲੀ ਬਾਜਵਾ ਸਪੇਨ ਤੋਂ। ਤੇਜਾ ਸਿੰਘ ਨੈਕਸਨਲ ਔਜਲਾ, ਭੈਣ ਹਰਵਿੰਦਰ ਜੌਲ ਆਪਣੇ ਸਬਸਕ੍ਰਾਈਬਰ ਵੀ ਨੇ, ਥੈਂਕ ਯੂ। ਗੱਲ ਮੇਜਰ ਸਿੰਘ, ਪ੍ਰਗਟ ਸਿੰਘ ਬਾਲਬਾਈ ਜੀ ਮਜਾਲ, ਥੈਂਕ ਯੂ। ਤੇ ਹਰਬਿੰਦਰ ਸਿੰਘ ਸਤਿ ਸ਼੍ਰੀ ਅਕਾਲ। ਗੁਰਮੀਤ ਸਿੰਘ ਪੋਲਰ, ਬਲਵੰਤ ਸਿੰਘ ਢਿੱਲੋਂ, ਸਭ ਸੱਜਣਾਂ ਦਾ ਧੰਨਵਾਦ। ਸੋ ਇਸ ਦੇ ਨਾਲ ਹੀ ਮੈਂ ਪਰਮਿੰਦਰ ਸਿੰਘ ਟਿਵਾਣਾ ਹੁਣ ਆਪ ਜੀ ਤੋਂ ਆਗਿਆ ਲਵਾਂਗਾ ਤੇ ਆਪ ਸਭ ਸੱਜਣਾਂ ਤੋਂ ਇੱਥੇ ਹੀ ਵਿਦਾਇਗੀ। ਸਾਡੇ ਪ੍ਰੋਗਰਾਮ ਨੂੰ ਸਪੋਰਟ ਕੀਤਾ ਤਰਸੇਮ ਸਿੰਘ ਗਿੱਲ ਨੇ। ਅਮਰੀਕਾ ਦੀਆਂ ਵੱਡੀਆਂ ਟੈਕਸ ਫਰਮਾਂ ਦੇ ਵਿੱਚ 5 ਸਾਲ ਕੰਮ ਕੀਤਾ। ਇਹਨਾਂ ਤੋਂ ਤੁਸੀਂ ਬਿਜ਼ਨਸ, ਵਪਾਰ, ਕਾਰੋਬਾਰ ਦੀ ਹਰ ਤਰ੍ਹਾਂ ਦੀ ਰਿਟਰਨ ਭਰਵਾ ਸਕਦੇ ਹੋ। ਕਿਸੇ ਰਿਸ਼ਤੇਦਾਰ ਨੂੰ ਅਮਰੀਕਾ ਸੱਦਣਾ, ਇਮੀਗ੍ਰੇਸ਼ਨ ਦਾ ਕੋਈ ਕੰਮ, ਗ੍ਰੀਨ ਕਾਰਡ, ਵਰਕ ਪਰਮਿਟ ਜਾਂ ਕੋਈ ਹੋਰ ਕੰਮ ਕਰਾਉਣਾ ਤਾਂ ਤੁਸੀਂ CPA ਤਰਸੇਮ ਸਿੰਘ ਗਿੱਲ ਤੋਂ ਸੇਵਾਵਾਂ ਲੈ ਸਕਦੇ ਹੋ। ਨਿਊਜਰਸੀ ਦੇ ਲਾਗੇ ਈਸਟਰਨ ਸਿਟੀ ਪੈਂਸਿਲਵੇਨੀਆ ਵਸਦੇ ਨੇ। ਨੰਬਰ ਹੈ 484 764 9861 4847649861। ਸੋ ਇਸ ਦੇ ਨਾਲ ਹੀ ਮੇਰਾ ਸੰਪਰਕ ਨੰਬਰ 9876309655। ਸਟੂਡੀਓ ਲਾਈਨ ਵੀ ਇਹੀ ਹੈ, ਇਸੇ ਨੰਬਰ ਤੇ WhatsApp ਦੇ ਰਾਹੀਂ ਪ੍ਰੋਗਰਾਮ ਮੰਗਵਾ ਸਕਦੇ ਹੋ। ਸਵੇਰੇ ਫਿਰ ਭਾਰਤੀ ਸਮਾਂ 6 ਵਜੇ ਤੋਂ ਲੈ ਕੇ 8 ਵਜੇ ਤੱਕ ਤੁਹਾਡੇ ਨਾਲ ਮੁਲਾਕਾਤ ਹੋਏਗੀ। ਤਦ ਤੱਕ ਤੁਹਾਡਾ ਤੇ ਸਾਡਾ ਰੱਬ ਰਾਖਾ, ਸ਼ੱਬਾ ਖੈਰ, ਸਤਿ ਸ਼੍ਰੀ ਅਕਾਲ। ਜੁੜੇ ਰਹੋ ਟਿਵਾਣਾ ਰੇਡੀਓ ਦੇ ਨਾਲ।